हाँ जी बाणी हजूर स्वामी जी महाराज वचन 8वां शब्द 17वां। पिछले युग की विद्या पढ़ते कोई न्याय वेदांत बखान, ना साधन अधिकार ना परखें, पढ़ने का करते अभिमान। इस युग की विद्या नहीं पढ़ते, तांते उल्टे गिरे निदान। दीन गरीबी मत इस युग का, और गुर भगति कर परमान। तांते निर्मल निश्चल चित होए, गगन चढ़ाओ शब्द निशान। सुरत शब्द मार्ग अंतर मुख, पांच शब्द का गहो ठिकान। शब्द शब्द पौड़ी पे चढ़ कर, पहुँचो सचखंड सतनाम। तांते पहले गुरु को त्याओ, और काम सब पीछे जान। गुर की मूरत हृदय बसाओ, चंदर चकोर परीत कट आन। जब लग ऐसी प्रीत ना होवे, तब लग साधन यही बखान। गुरु भगति जब पूरन होले, तब सुरत चढ़े अदर समान। गुर भगति बिन शब्द में पचते, सो भी मानुख मूर्ख जान। राधा स्वामी राधा। पिछले सत्संग दे विच आपां सतगुरां दे जो बचन सुने, ਉਹਦੇ ਵਿੱਚ बड़ा खोल के उन्होंने दसिया कि भगती अज क्यों नहीं पूरी हो रही, क्यों असी सुखी नहीं, चाहे कोई भी। पिछले सत्संगां दे विच जिहड़े उस तो पहलां होए सी, ਉਹਦੇ ਵਿੱਚ चौथे पातशाह जी की पंजवें पातशाह जी की बाणी भी आई सी, ਉਹਦੇ ਵਿੱਚ भी उन्होंने बड़ा खोल के दसिया सी कि कोई भी ऐसी चीज़ नहीं है कि जिहड़ी सतगुरां दे खजाने च नहीं है। साडे मंगण दे विच फर्क है, जां मंगण दी जाच नहीं है, तो ਉਹਦੇ करके देर हो रही है, जां साडी झोली साफ नहीं है, जां झोली पाटी पई है, कोई प्रसाद किरदा जा रहा है, तां हो सकता है।
ਕਿਉਂਕਿ ਜਦੋਂ ਤੋਂ ਵੀ ਉਹ ਸੰਤ ਮਹਾਤਮਾ ਸਤਿਪੁਰਸ਼ ਆਏ ਤੇ ਉਹਨਾਂ ਨੇ ਇੱਥੇ ਆ ਕੇ ਕੋਈ ਲੁਕਾ ਨਹੀਂ ਰੱਖਿਆ ਆਪਣਾ, ਲੇਕਿਨ ਜਿਨ੍ਹਾਂ ਜਿਨ੍ਹਾਂ ਨੂੰ ਉਹਨਾਂ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ, ਉਹਨਾਂ ਨੇ ਆਪਣਾ ਸਭ ਕੁਝ ਛੱਡ ਕੇ ਉਹਨਾਂ ਦੇ ਬਚਨਾਂ ਨੂੰ ਮੰਨ ਲਿਆ, ਉੱਤੇ ਚੱਲਣਾ ਸ਼ੁਰੂ ਹੋ ਗਏ ਤੇ ਸਭ ਕੁਝ ਪਾ ਲਿਆ। ਤੇ ਜਿਨ੍ਹਾਂ ਨੂੰ ਉਹ ਚੀਜ਼ ਨਹੀਂ ਬਣੀ, ਉਹ ਉਸੇ ਤਰ੍ਹਾਂ ਹੀ, ਚਾਹੇ ਉਹ ਕਿਸੇ ਵੀ ਧਰਮ 'ਚ ਹੋਣ, ਕਿਸੇ ਵੀ ਮੱਤ ਵਿੱਚ ਹੋਣ, ਕਿਸੇ ਵੀ ਦੇਸ਼ ਦੇ ਵਿੱਚ ਹੋਣ, ਕਿਸੇ ਪ੍ਰਾਂਤ ਦੇ ਵਿੱਚ ਰਹਿੰਦੇ ਹੋਣ, ਇਹਦੇ ਨਾਲ ਕੋਈ ਫਰਕ ਨਹੀਂ। ਕਿਉਂ ਫਰਮਾਇਆ ਕਿ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਕਿਉਂਕਿ ਹਮੇਸ਼ਾ ਹੀ ਗੁਰੂ ਦਾ ਨਾਮ ਆਇਆ ਹੈ, ਕਿਸੇ ਦਾ ਪਰਸਨਲ ਨਾਮ ਨਹੀਂ। ਕਿਉਂਕਿ ਜਿਸ ਤਰ੍ਹਾਂ ਕਿਸੇ ਨੂੰ ਇੱਥੇ ਆ ਕੇ ਜਿਹੜੇ ਨਾਮ ਮਿਲੇ, ਕੋਈ ਵੀ ਨਾਮ ਨਹੀਂ, ਨਾ ਰਾਮ, ਨਾ ਕ੍ਰਿਸ਼ਨ, ਨਾ ਕੋਈ ਹੋਰ ਵਾਹਿਗੁਰੂ ਜਾਂ ਕੁਛ ਵੀ, ਕਿਸੇ ਤਰ੍ਹਾਂ ਦਾ ਨਾਮ ਨਹੀਂ ਉਹਨਾਂ ਨੇ ਲਿਆ। ਉਹਨਾਂ ਨੇ ਹਰ ਜਗ੍ਹਾ ਤੇ ਫਰਮਾਇਆ ਕਿ ਗੁਰੂ ਦਾ, ਗੁਰਭਗਤੀ। ਜਦੋਂ ਉਹ ਪੰਜ ਪਾਤਸ਼ਾਹ ਨੇ ਆਪਣੀ ਬਾਣੀ 'ਚ ਲਿਖਿਆ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਜਦੋਂ ਪਤਾ ਚੱਲ ਗਿਆ ਉਸ ਚੀਜ਼ ਦਾ ਉਹਨਾਂ ਨੇ ਉਸ ਨੂੰ, ਤੇ ਉਹਨਾਂ ਨੇ ਫਿਰ ਉਹ ਵਚਨ ਫਰਮਾਏ ਕਿ ਗੁਰੂ 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 ਗੁਰ ਕਰ ਮਨ ਮੋਰ, ਕਿ ਆਪਣੇ ਮਨ ਨੂੰ ਕਿ ਤੂੰ ਗੁਰੂ ਗੁਰੂ ਹੀ ਕਰ, ਕਿ ਗੁਰੂ ਜਿਹਾ ਮੈਂ ਨਾਹੀ ਹੋਰ, ਕਿ ਗੁਰੂ ਵਰਗਾ ਮੈਨੂੰ ਕਿਤੇ ਕੋਈ ਵੀ ਲੱਭਦਾ ਹੀ ਨਹੀਂ ਹੈ। ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਉਹਨਾਂ ਨੂੰ ਸਰਕਾਰਾਂ ਮਿਲੀਆਂ, ਚਾਹੇ ਪਹਿਲੇ ਜਿਸ ਤਰ੍ਹਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਜੀ, ਫਿਰ ਗੁਰੂ ਰਾਮਦਾਸ ਜੀ। ਦੂਸਰੀ ਪਾਤਸ਼ਾਹੀ ਨੇ ਪਹਿਲੀ ਪਾਤਸ਼ਾਹੀ ਨੂੰ ਧਿਆਇਆ, ਤੀਸਰੀ ਪਾਤਸ਼ਾਹੀ ਨੇ ਦੂਸਰੀ ਪਾਤਸ਼ਾਹੀ ਦੇ ਸੇਵਾ ਕੀਤੀ, ਉਹਨਾਂ ਦੇ ਵਚਨ 'ਚ ਰਹੇ। ਚੌਥੀ ਪਾਤਸ਼ਾਹੀ ਨੇ ਤੀਸਰੀ ਪਾਤਸ਼ਾਹੀ ਦੇ ਬਾਰੇ ਜੋ ਵੀ ਆਪਣੇ ਵਿਚਾਰ ਸੀ ਉਹ ਦੱਸੇ। ਉਹਨਾਂ ਨੇ ਆਪਣੇ ਸਤਿਗੁਰਾਂ ਨੂੰ ਸਭ ਦਾ ਬਾਪ ਮੰਨ ਕੇ ਉਹਨਾਂ ਦੀ ਭਗਤੀ ਕੀਤੀ। ਔਰ ਜਦੋਂ ਤੱਕ ਉਹ ਚੀਜ਼ ਬਣਦੀ ਨਹੀਂ, ਜਦੋਂ ਤੱਕ ਇਹਨੂੰ ਇਹ ਲੱਗਦਾ ਹੈ ਕਿ ਬਈ ਨਹੀਂ, ਉਸ ਤੋਂ ਵੀ ਅੱਗੇ ਕੁਝ ਹੈ, ਤੇ ਫਿਰ ਨਹੀਂ। ਬਾਣੀ ਸੁਣਾ ਕਿ ਮੇਰਾ ਵੈਦ ਗੁਰੂ ਗੋਬਿੰਦ ਦਾ, ਕਿ ਵੀ ਮੇਰੀ ਤੇ ਹਰ ਦਰਦ ਦਾ ਇਲਾਜ ਸਿਰਫ ਮੇਰਾ ਗੋਬਿੰਦ ਹੈ, ਹੋਰ ਨਹੀਂ ਕੋਈ। ਜਿਹਨੂੰ ਹੋਰ ਵੀ ਕੋਈ ਮੜੀ ਮਸਾਤ ਦਿਖ ਰਹੀ ਹੈ, ਜਿਹਨੂੰ ਹੋਰ ਵੀ ਕੋਈ ਨਜ਼ਰ ਆ ਰਹੀ ਹੈ ਕਿ ਉਹ ਵੀ ਜਗ੍ਹਾ ਹੈਗੀ ਹੈ, ਉਹ ਵੀ ਜਗ੍ਹਾ ਹੈਗੀ ਹੈ, ਤੇ ਉਹਦੀ ਇਹਦਾ ਮਤਲਬ ਕਿ ਗੁਰਭਗਤੀ ਅਜੇ ਪੂਰੀ ਨਹੀਂ ਹੈਗੀ। ਤੇ ਉਹਨੇ ਕਿਹਾ ਕਿ ਗੁਰਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਚੈਨ ਨਹੀਂ ਆਉਂਦਾ, ਉਦੋਂ ਤੱਕ ਬੰਦਾ ਭਟਕਣਾ 'ਚ ਪਿਆ ਰਹਿੰਦਾ, ਕਦੀ ਇੱਧਰ ਕਦੀ ਉੱਧਰ ਟੱਕਰਾਂ ਮਾਰਦਾ ਰਹਿੰਦਾ। ਇਸੇ ਤਰ੍ਹਾਂ ਜੋ ਸਵਾਮੀ ਜੀ ਦੇ ਪਿਛਲੇ ਸਤਸੰਗ ਦੇ ਵਿੱਚ ਬਾਣੀ ਹੈ, ਉਹਨੂੰ ਫਰਮਾਇਆ ਕਿ ਕਾਲ ਨੇ ਜਗਤ ਅਜਬ ਫਰਮਾਇਆ, ਮੈਂ ਕਿਆ ਕਿਆ ਕਰੂੰ ਬਖਾਨ, ਜੋ ਸਾਧਨ ਤੇ ਪਿਛਲੇ ਯੁੱਗ ਕੇ ਸੋ ਕਲ ਯੁੱਗ ਮੇ ਕੀਏ ਪ੍ਰਮਾਨ। ਇਹ ਕਲਯੁੱਗ ਦੇ ਵਿੱਚ ਸਾਨੂੰ ਪਿਛਲੇ ਯੁੱਗਾਂ ਦੀ ਭਗਤੀ ਜਿਹੜੀ ਸੀ ਉਹਦੇ 'ਚ ਲਗਾ ਦਿੱਤਾ। ਉਦੋਂ ਉਮਰਾਂ ਬੜੀਆਂ ਲੰਮੀਆਂ ਸੀ ਤੇ ਲੋਕੀ ਲੱਗੇ ਰਹਿੰਦੇ ਸੀ, ਮਨ ਬੜੇ ਸਾਫ਼ ਸੀ, ਕੋਈ ਇੰਨਾ ਇਹੋ ਜਿਹਾ ਅੱਜ ਜੋ ਚੀਜ਼ਾਂ ਨੇ ਇਹੋ ਜਿਹੀਆਂ ਨਹੀਂ ਸੀ, ਤੇ ਬੜੀ ਜਲਦੀ ਤਰੱਕੀ ਵੀ ਹੋ ਜਾਂਦੀ ਸੀ। ਛੋਟੀ ਛੋਟੀ ਚੀਜ਼ ਤੋਂ ਵੀ ਉਹ ਚੀਜ਼ ਖਵਾ ਲੈਂਦੇ ਸੀ। ਪਰ ਅੱਜ ਮੈਲ ਇੰਨੀ ਚੜ ਗਈ, ਜਿਸ ਤਰ੍ਹਾਂ ਹੁਣ ਇੱਕ ਕੱਪੜਾ ਸਾਫ਼ ਹੀ ਹੋਵੇ, ਉਹਨੂੰ ਇਕੱਲਾ ਪਾਣੀ 'ਚੋਂ ਕੱਢ ਕੇ ਬਾਹਰ ਸੁੱਕਣੇ ਪਾ ਦਿਓ ਤੇ ਉਹ ਸਾਫ਼ ਲੱਗਦਾ ਹੈ। ਇੱਕ ਥੋੜ੍ਹਾ ਜਿਹਾ ਹੋਰ ਜ਼ਿਆਦਾ ਲਿਬੜਿਆ ਹੈ, ਉਹਦੇ 'ਤੇ ਥੋੜ੍ਹਾ ਥੋੜ੍ਹਾ ਸਾਬਣ ਲਾਈਏ ਤਾਂ ਉਹ ਨਿਖਰ ਜਾਂਦਾ ਹੈ। ਇੱਕ ਮੈਲ ਨਾਲ ਭਰਿਆ ਪਿਆ ਪੂਰਾ, ਤੇ ਉਹਨੂੰ ਅਸੀਂ ਮਾੜਾ ਜਿਹਾ ਪਾਣੀ 'ਚੋਂ ਕੱਢ ਕੇ ਪਾਈਏ ਥੋੜ੍ਹੇ ਬਹੁਤੇ ਸਾਬਣ ਨਾਲ, ਵੀ ਉਹਨੂੰ ਕੋਈ ਗੱਲ ਨਹੀਂ ਬਣਦੀ। ਇਸ ਕਰਕੇ ਉਹ ਜਿਹੜਾ ਸਾਬਣ ਤਾਂ ਲੱਗਦਾ ਹੈ, ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਮੰਦਿਰ ਜਾਂਦੇ ਹਾਂ, ਅਸੀਂ ਨੇਰੇ ਆਉਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਸਤਸੰਗ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਨਾਮ ਜਪਦੇ ਹਾਂ, ਪਰ ਉਹ ਮੈਲ ਜਾਂਦੀ ਨਹੀਂ। ਕਿਉਂਕਿ ਥੋੜ੍ਹੀ ਚੀਜ਼ ਜਦੋਂ ਜਿੰਨੀ ਕੁ ਉਹ ਮੈਲ ਲੱਥਦੀ ਹੈ, ਓਨੀ ਕੁ ਅਸੀਂ ਫਿਰ ਚੜਾ ਲੈਂਦੇ ਹਾਂ, ਬਚਾਵ ਨਹੀਂ ਕਰਦੇ ਅਸੀਂ ਉਹਦਾ। ਇਸ ਕਰਕੇ ਉਸ ਚੀਜ਼ ਦਾ ਸਾਨੂੰ ਪਤਾ ਨਹੀਂ ਲੱਗਦਾ। ਔਰ ਉਹ ਜਦੋਂ ਫਿਰ ਚੀਜ਼ ਨਹੀਂ ਹੁੰਦੀ, ਕਿਤੇ ਵੀ ਜਾਣ ਵਾਲੇ, ਮੇਰੇ ਕੋਲ ਹਰ ਤਰ੍ਹਾਂ ਦੇ ਸਤਿਗੁਰਾਂ ਦੇ ਬੱਚੇ ਆਉਂਦੇ ਨੇ, ਭਟਕਣਾ ਹਰ ਇੱਕ ਦੇ ਅੰਦਰ ਮੈਂ ਦੇਖੀ, ਚਾਹੇ ਉਹ ਮੰਦਿਰ ਵਾਲੇ ਆਏ, ਚਾਹੇ ਗੁਰਦੁਆਰੇ ਵਾਲੇ ਆਏ, ਚਾਹੇ ਮਸਜਿਦ ਵਾਲੇ ਆਏ, ਚਾਹੇ ਆਪਣੇ ਡੇਰੇ ਵਾਲੇ ਸੰਗਤ ਵਾਲਾ, ਜਿੱਥੇ ਵੀ ਆ। ਜਿਹੜਾ ਇੱਥੇ ਆ ਰਿਹਾ ਉਹਨੂੰ ਲੱਗਦਾ ਕਿ ਉੱਥੇ ਚਲ ਜਾਈਏ ਸ਼ਾਂਤੀ ਆ ਜਾਏਗੀ, ਜਿਹੜਾ ਉੱਥੇ ਉਹਨੂੰ ਲੱਗਦਾ ਉੱਥੇ ਚਲ ਜਾਈਏ ਸ਼ਾਂਤੀ ਆ ਜਾਏਗੀ। ਉਹ ਬਸ ਇਸੇ ਕੰਮ 'ਚ ਚੱਲੇ ਫਿਰਦੇ ਨੇ। ਤੇ ਉਹਨਾਂ ਨੇ ਫਰਮਾਇਆ ਕਿ ਵੀ ਉਹ ਸਤਿਗੁਰ ਕਹਿ ਲਈਏ, ਵਾਹਿਗੁਰੂ ਕਹਿ ਲਈਏ, ਪਰਮੇਸ਼ਵਰ ਕਹਿ ਲਈਏ, ਉਹਨੂੰ ਰਾਮ ਕਹਿ ਲਈਏ, ਉਹ ਤੇ ਹਰ ਜਗ੍ਹਾ ਹੀ ਘਟ ਘਟ 'ਚ ਸਮਾਇਆ ਪਿਆ ਹੈ।
ਲੇਕਿਨ ਜਦੋਂ ਤੱਕ ਸਾਨੂੰ ਉਹਦੀ ਸਮਝ ਨਹੀਂ ਆਉਂਦੀ, ਜਦੋਂ ਤੱਕ ਸਾਡਾ ਉਹਦੇ ਨਾਲ ਵਾਸਤਾ ਨਹੀਂ ਪੈਂਦਾ, ਉਦੋਂ ਤੱਕ ਕਿਸ ਤਰ੍ਹਾਂ ਗੱਲ ਬਣੇਗੀ। ਤੇ ਇਸ ਕਰਕੇ ਅਸੀਂ ਪਿਛਲੇ ਜੋ ਵੀ ਚੀਜ਼ਾਂ ਸੀ ਉਹਨਾਂ ਨੂੰ ਪੜ੍ਹ ਕੇ ਕਰੀ ਜਾਂਦੇ ਹਾਂ, ਜੋ ਪਿੱਛੇ ਹੁੰਦਾ ਰਿਹਾ, ਕਿ ਹਰ ਇੱਕ ਪਿੱਛੇ ਦੀ ਨਜ਼ਰ ਮਾਰਦੇ ਰਹੇ। ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਇੱਕ ਸਤਸੰਗ 'ਚ ਫਰਮਾਇਆ ਸੀ ਕਿ ਜਾਂ ਤੇ ਪਿਛਲਿਆਂ ਦੇ ਉੱਤੇ ਇਹਨੂੰ ਆ ਤੇ ਜਾਂ ਆਉਣ ਵਾਲਿਆਂ ਤੇ। ਹੁਣ ਗੁਰੂ ਨਾਨਕ ਸਾਹਿਬ ਨੂੰ ਭੂਤ ਨਾ ਕਰਾਈਆ ਕਹਿਣ ਵਾਲੇ ਕੌਣ ਸੀ? ਅਸੀਂ ਹੀ ਸਾਂ ਉਦੋਂ। ਉਹ ਸਵਾਲ ਕਿਹਨਾਂ ਨੇ ਕੀਤੇ ਕਿ ਏਡਾ ਲੰਬਾ ਦਾੜਾ ਕਿਉਂ ਵਧਾਇਆ ਹੈ? ਉਹ ਵੀ ਅਸੀਂ ਹੀ ਸੀ। ਕਿਹਨਾਂ ਨੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿ ਬਾਰਿਸ਼ ਨਹੀਂ ਹੋਈ ਤੇ ਤੁਸੀਂ ਚਲੇ ਜਾਓ ਇੱਥੋਂ? ਉਹ ਧੱਕੇ ਮਾਰਨ ਵਾਲੇ ਵੀ ਅਸੀਂ ਸਾਂ। ਗੁਰਮੁਖ ਨੇ ਇੱਕ ਸੱਚ ਫਰਮਾਇਆ, ਮੀਂਹ ਪਵੇ ਨਾ ਪਵੇ, ਕੁਛ ਹੋਵੇ ਨਾ ਹੋਵੇ, ਬਈ ਇਹਦੇ ਨਾਲ ਅਸੀਂ ਕੀ ਲੈਣਾ ਹੈ? ਉਹਨਾਂ ਦੀ ਮੌਤ ਜਿੱਦਾਂ ਵੀ ਹੈ। ਪਰ ਵਕਤ ਤੇ ਅਸੀਂ ਧੱਕੇ ਹੀ ਮਾਰਦੇ ਆਏ ਹਾਂ। ਬਾਅਦ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿੰਦ ਕਿਉਂ ਨਹੀਂ ਗੁਰਾਂ ਤੋਂ ਵਾਰੀ, ਰੱਖ ਲਈ ਪਿਆਰੀ ਜਾਣ ਕੇ। ਉਹਦਾ ਕੋਈ ਫਾਇਦਾ ਨਹੀਂ। ਸੋਚ ਕੇ ਦੇਖਿਆ, ਅੱਜ ਸੋਚਦੇ ਹਾਂ ਜਦੋਂ ਸਤਿਗੁਰਾਂ ਦੀ ਕੋਈ ਸ਼ੋਭਾ ਪੜ੍ਹਦੇ ਹਾਂ, ਕਿਸੇ ਵੀ ਸਰੂਪ ਦੀ ਪੜ੍ਹਦੇ ਹਾਂ, ਤੇ ਦਿਲ ਕਰਦਾ ਆ ਉਹ ਕਿਤੇ ਅਸੀਂ ਵੀ ਉਦੋਂ ਹੁੰਦੇ, ਅਸੀਂ ਤੇ ਇਉਂ ਕਰ ਦੇਣਾ ਸੀ, ਅਸੀਂ ਤੇ ਇਉਂ ਕਰ ਦੇਣਾ ਸੀ। ਪਰ ਨਹੀਂ, ਇਹ ਕਾਲ ਦਾ ਐਸਾ ਆ ਕਿ ਨਹੀਂ, ਜਦੋਂ ਉਹ ਹੁੰਦੇ ਨੇ ਉਦੋਂ ਨਹੀਂ ਸਾਨੂੰ ਕਦਰ ਨਹੀਂ ਹੁੰਦੀ। ਤੇ ਉਹਨਾਂ ਨੇ ਕਿਹਾ ਕਿ ਪਿਛਲੇ ਜਾਂ ਤਾਂ ਉਹੀ ਟੇਕਣ ਨੂੰ ਕਰਦੇ ਹਾਂ ਆਪਣੇ ਮਨ 'ਚ, ਜਿਸ ਤਰ੍ਹਾਂ ਨੇ ਕਿਹਾ ਕਿ ਮੀਂਹ ਪਵੇ ਨਾ ਪਵੇ, ਮਨ ਦੀ ਜਦੋਂ ਸਾਡੀ ਪੂਰੀ ਨਹੀਂ ਹੁੰਦੀ ਤੇ ਫਿਰ ਅਸੀਂ ਉਹ ਕੰਮ ਕਰਦੇ ਹਾਂ। ਫਿਰ ਅਸੀਂ ਚਾਹੁੰਦੇ ਹਾਂ, ਉਦੋਂ ਸਾਨੂੰ ਬੰਦਿਸ਼ ਲੱਗਦੀ ਹੈ, ਬੰਧਨ ਲੱਗਦਾ ਹੈ ਸਾਨੂੰ, ਕਿਉਂਕਿ ਪਤਾ ਹੈ, ਕਿਉਂਕਿ ਉਹਨਾਂ ਨੇ ਸਾਨੂੰ ਮੱਤ ਦੇਣੀ ਹੈ, ਉਹਨਾਂ ਨੇ ਸਾਨੂੰ, ਅਸੀਂ ਆਜ਼ਾਦ ਪੰਛੀ, ਅਸੀਂ ਮਨ ਮਰਜ਼ੀਆਂ ਕਰਨ ਵਾਲੇ, ਸਾਨੂੰ ਬੰਦਿਸ਼ ਕਿੱਥੇ ਮਨਜ਼ੂਰ ਹੁੰਦੀ ਹੈ? ਸਾਨੂੰ ਤਾਂ ਹੁੰਦਾ ਹੈ ਕਿ ਬਈ ਮਨ ਮੌਜਾਂ ਹਟ ਜਾਣੀਆਂ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਮਨਜ਼ੂਰ ਨਹੀਂ ਕਰਦੇ। ਉਸ ਵੇਲੇ ਸਾਹ ਘੁੱਟਦਾ ਹੈ, ਬੰਦਿਸ਼ ਆਉਂਦੀ ਹੈ, ਇਸ ਕਰਕੇ ਉਦੋਂ ਮਨਜ਼ੂਰ ਨਹੀਂ ਹੁੰਦਾ ਸਾਨੂੰ। ਤੇ ਉਹਨਾਂ ਨੇ ਫਰਮਾਇਆ ਕਿ ਜੋ ਸਾਧਨ ਦੇ ਪਿਛਲੇ ਯੁੱਗ ਕੇ ਉਹ ਕਲ ਯੁੱਗ ਮੇਂ ਕੀਏ ਪ੍ਰਮਾਣ। ਅੱਗੇ ਉਹਨਾਂ ਨੇ ਸਾਰਾ ਹੀ ਉਹਦੇ ਵਿੱਚ ਸ਼ਬਦ ਦੇ ਵਿੱਚ ਸਾਰਾ ਭੇਦ ਦੱਸਿਆ। ਪਿਛਲੇ ਸਤਸੰਗ 'ਚ ਅਸੀਂ ਸਾਰਾ ਸੁਣਿਆ ਸੀ। ਹੁਣ ਅੱਜ ਜੋ ਉਹਨਾਂ ਨੇ ਫਰਮਾਇਆ कि पिछले युग की विद्या पढ़ते कोई न्याय वेदांत बखान, इस युग की विद्या नहीं पढ़ते तांते उल्टे गिरे निदान। फिर उन्होंने दसिया कि दीन गरीबी मत इस युग का, और गुरु भक्ति कर प्रमाण, तांते निर्मल निश्चित चित होए गगन चढ़ाओ शब्द निशान। ਜਦੋਂ ਤੱਕ ਉਹ ਚੀਜ਼ ਬਣੇਗੀ ਨਹੀਂ ਤੇ ਕਿੱਦਾਂ ਸੁਰਤ ਚੜੇਗੀ? ਕੋਈ ਪੌੜੀ ਲਾ ਕੇ ਜਾਂ ਕੋਈ ਕਰੇਨ ਨਾਲ ਤੇ ਕੋਈ ਖਿੱਚ ਨਹੀਂ ਲੈਣੀ, ਨਹੀਂ, ਇਸ ਤਰ੍ਹਾਂ ਨਹੀਂ। ਜੋ ਉਹਨਾਂ ਨੇ ਗੱਤ ਦੱਸੀ ਹੈ ਉਹਦੇ ਨਾਲ ਹੀ ਹੋਏਗਾ। ਅੱਗੇ ਉਹਨਾਂ ਨੇ ਫਰਮਾਇਆ ਕਿ ਤਾਂ ਤੇ ਪਹਿਲੇ ਗੁਰੂ ਕੋ ਧਿਆਓ ਔਰ ਕਾਮ ਸਭ ਪਿਛੇ ਜਾਣ। ਕਿਉਂਕਿ ਜਦੋਂ ਤੱਕ ਸਾਨੂੰ ਪਤਾ ਨਾ ਪੌੜੀ ਲਾਈ ਕਾਹਤੇ ਚੜ੍ਹਨਾ, ਕਾਹਤੇ ਅਸੀਂ ਪੌੜੀ ਕੋਠੇ ਤੇ ਲਾ ਕੇ, ਛੱਤ ਤੇ ਲਾ ਕੇ ਚੜ੍ਹਨਾ, ਤੇ ਪਤਾ ਇੰਨਾ ਪਤਾ ਛੱਤ ਤੇ ਚੜ੍ਹਨਾ ਤੇ ਤਾਂ ਪੌੜੀ ਲਗਾਈ ਹੈ। ਤੇ ਏਦਾਂ ਪੌੜੀ ਹਵਾ ਦੇ ਵਿੱਚ ਕਿਤੇ ਗੱਡ ਕੇ ਉੱਤੇ ਚੜਾਂਗੇ ਤੇ ਜਾਵਾਂਗੇ ਕਿੱਥੇ? ਕੋਈ ਟਿਕਾਣਾ ਹੈਗਾ? ਪਿਆਰ ਕਿੱਥੇ ਰੱਖਾਂਗੇ ਅੱਗੇ? ਪਤਾ ਨਹੀਂ ਉਸ ਚੀਜ਼ ਦਾ। ਉਹਨਾਂ ਨੇ ਫਰਮਾਇਆ ਕਿ ਤਾਂ ਤੇ ਪਹਿਲੇ ਗੁਰੂ ਕੋ ਧਿਆਓ, ਕਿਉਂਕਿ ਸਤਿਗੁਰਾਂ ਨੇ ਆਪਣੇ ਜਿਹੜੇ ਪਾਤਸ਼ਾਹੀ ਦਾ ਮਰਜ਼ੀ ਟਾਈਮ ਦੇਖੋ, ਉਹਨਾਂ ਦੀ ਬਾਣੀ ਪੜ੍ਹ ਕੇ ਦੇਖੀਏ, ਇਕੱਲੇ ਆਪਣੀ ਨਹੀਂ, ਇੱਧਰੋਂ ਉੱਧਰੋਂ ਗੱਲਾਂ ਸੁਣ ਕੇ ਕਿ ਇੱਧਰ ਦੀਆਂ ਉੱਧਰ ਦੇ। ਸਿਆਣੇ ਤੇ ਅਸੀਂ ਸਾਰੇ ਬਹੁਤ ਹਾਂ, ਕਿਸੇ ਦੀ ਗੱਲ ਕੋਈ ਵੀ ਨਹੀਂ ਸੁਣਨ ਨੂੰ ਰਾਜੀ ਹੈ, ਨਾ ਹੀ ਪਿਛਲੇ ਯੁੱਗਾਂ 'ਚ ਸੁਣੀ, ਨਾ ਹੁਣ ਸੁਣਨ ਕੇ ਰਾਜੀ। ਲੇਕਿਨ ਉੱਦਾਂ ਕਰੀ ਜਾਂਦੇ, ਅਸੀਂ ਫਲਾਣੇ ਨੂੰ ਮੰਨਦੇ, ਅਸੀਂ ਫਲਾਣੇ ਨੂੰ ਮੰਨਦੇ, ਅਸੀਂ ਉਹਨੂੰ ਮੰਨਦੇ ਹਾਂ। ਬੜਾ ਵਧੀਆ ਇੱਕ ਸੁਣਦੇ ਵਿੱਚ ਲਿਖਿਆ ਕਿ ਅਸੀਂ ਲੱਭਦੇ ਫਿਰਦੇ ਹਾਂ ਉਸ ਨੂੰ ਜਿਸ ਦਾ ਪਤਾ ਕੋਈ ਨਹੀਂ। ਅਸੀਂ ਲੱਭਦੇ ਫਿਰਦੇ ਹਾਂ ਉਸ ਨੂੰ ਜਿਸ ਦਾ ਪਤਾ ਕੋਈ ਨਹੀਂ। ਇੱਥੇ ਬੰਦਿਆਂ ਦੇ ਰੱਬ ਬਹੁਤੇ ਤੇ ਰੱਬ ਦਾ ਬੰਦਾ ਕੋਈ ਨਹੀਂ। ਬਣਦੇ ਸਾਰੇ ਕਿੰਨੇ ਸਾਰੇ ਉਹਦੇ ਬੰਦੇ ਰੱਬ ਬੜੇ ਬਣਾਏ ਨੇ, ਪਰ ਉਸ ਰੱਬ ਦਾ ਬੰਦਾ ਕੋਈ ਨਹੀਂ ਗਿਆ। ਇਸੇ ਤਰ੍ਹਾਂ ਸਤਿਗੁਰਾਂ ਨੇ ਜੋ ਫਰਮਾਇਆ ਕਿ ਬਈ ਤਾਂ ਤੇ ਪਹਿਲੇ ਗੁਰੂ ਕੋ ਧਿਆਓ ਔਰ ਕੰਮ ਪਰ ਸਭ ਪਿਛੇ ਜਾਣ। ਕਹਿੰਦੇ ਕਿ ਭਗਤੀ ਕਰਦੇ ਕਦੀ ਪਏ ਆ, ਪਤਾ ਤੇ ਲੱਗੇ। ਕਰਦੇ ਆਪਣੇ ਮਨ ਦੀ ਭਗਤੀ ਆ ਤੇ ਉਹਦੇ ਨਾਲ ਜੋੜ ਲੈਂਦੇ ਆ, ਕੋਈ ਕਿਸੇ ਧਰਮ ਨੂੰ ਜੋੜ ਲੈਂਦਾ, ਕੋਈ ਕਿਸੇ ਧਰਮ ਨੂੰ ਜੋੜ ਲੈਂਦਾ ਹੈ, ਚਲਾਉਂਦੇ ਅਸੀਂ ਆਪਣੇ। ਜੇ ਮੰਨ ਲਓ ਕਿਸੇ ਵੀ ਧਰਮ ਦੇ ਵਿੱਚ ਦੱਸੋ ਕਿ ਜਿਹਦੇ 'ਚ ਲਿਖਿਆ ਹੈ ਕਿ ਵੈਰ ਈਰਖਾ ਕਰਨਾ ਜਿਹੜਾ ਹੈ ਸਹੀ ਹੈ, ਕਿਸੇ ਨੂੰ ਮਾੜਾ ਕਹਿਣਾ ਸਹੀ ਹੈ, ਨਿੰਦਿਆ ਚੁਗਲੀ ਕਰਨੀ ਸਹੀ ਹੈ, ਮਾਰ ਕੁਟਾਈ ਕਰਨੀ ਸਹੀ ਹੈ, ਕਿਸੇ ਮੱਤ 'ਚ ਹੋਵੇ? ਕਿਸੇ 'ਚ ਨਹੀਂ ਲਿਖਿਆ ਉਹਨਾਂ ਨੇ।
ਪਰ ਧਰਮ ਕਿਉਂ ਬਦਲੇ ਜਾਂਦੇ ਨੇ? ਇੱਕ ਤੋਂ ਦੂਜਾ ਸਤਿਗੁਰਾਂ ਨੇ ਤੇ ਕਦੀ ਨਹੀਂ ਆਖਿਆ ਸਾਨੂੰ ਕਿ ਧਰਮ ਬਦਲ। ਜਿਹੜੇ ਗੁਰੂ ਮਹਾਰਾਜ ਦੇ ਦਰਬਾਰ 'ਚ ਹਿੰਦੂ ਵੀ ਆਉਂਦੇ, ਮੁਸਲਮਾਨ ਵੀ ਆਉਂਦੇ, ਸਿੱਖ ਵੀ ਆਉਂਦੇ, ਈਸਾਈ ਵੀ ਆਉਂਦੇ, ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਤੂੰ ਆਪਣਾ ਬਦਲ ਦੇ। ਇਹ ਧਰਮ ਨਹੀਂ ਹੈ। ਗੁਰੂ ਨੇ ਫਰਮਾਇਆ ਕਿ ਰਾਧਾ ਸਵਾਮੀ ਕੋਈ ਧਰਮ ਨਹੀਂ ਹੈ। ਧਰਮ ਬਈ ਸਾਡਾ ਕੀ ਇਨਸਾਨੀਅਤ ਧਰਮ ਹੈ ਸਭ ਦਾ। ਸਕੂਲ ਜਿਹੜਾ ਆ, ਸਕੂਲ ਦੇ ਵਿੱਚ ਬੱਚੇ ਜਾਂਦੇ ਆ, ਹਰ ਤਰ੍ਹਾਂ ਦੇ ਬੱਚੇ ਜਾਂਦੇ ਆ। ਕਾਹਦੇ ਵਾਸਤੇ ਜਾਂਦੇ? ਪੜ੍ਹਨ ਵਾਸਤੇ ਜਾਂਦੇ ਆ। ਗੁਰੂ ਮਹਾਰਾਜ ਨੇ ਸਾਨੂੰ ਤਾਂ ਹੀ ਮਨਾ ਨਹੀਂ ਕਦੀ ਕੀਤਾ, ਨਾ ਕਦੀ ਕਿਸੇ ਜਗ੍ਹਾ ਤੇ ਜਾਣ ਤੋਂ ਮਨਾ ਕੀਤਾ। ਉਹ ਕਹਿੰਦੇ ਜਿੱਥੋਂ ਵੀ ਤੁਹਾਨੂੰ ਗਿਆਨ ਮਿਲਦਾ ਲੈ ਲਵੋ, ਪਰ ਅਸੀਂ ਢੀਠ ਜੇ ਨਹੀਂ ਲੈਣਾ ਤੇ ਬਈ ਕਿਤੋਂ ਵੀ ਨਹੀਂ ਲੈਣਾ ਸੀ। ਇਸੇ ਕਰਕੇ ਗੁਰੂ ਮਹਾਰਾਜ ਜੀ ਸਾਨੂੰ ਫਰਮਾਉਂਦੇ ਹੁੰਦੇ ਸੀ ਕਿ ਬਈ ਬੋਲਣ ਬੁਲਾਉਣ 'ਚ ਜਾਂ ਸਤਿਗੁਰਾਂ ਨੇ ਜਿਸ ਤਰ੍ਹਾਂ ਬਾਣੀ 'ਚ ਆਇਆ ਕਿ ਪੜ੍ਹ ਪੜ੍ਹ ਗੱਡੀ ਲੱਦੀਏ, ਗੱਡੀ ਲੱਦਣ ਵਾਲਾ ਕੰਮ ਨਹੀਂ ਕਰਨਾ ਸੀ। ਤੇ ਉਹਦੇ 'ਚ ਉਹਨਾਂ ਨੇ ਫਰਮਾਇਆ ਕਿ ਤਾਂ ਤੇ ਪਹਿਲੇ ਗੁਰੂ ਕੋ ਧਿਆਓ ਔਰ ਕਾਮ ਸਭ ਪੀਛੇ ਜਾਨ, ਗੁਰੂ ਕੀ ਮੂਰਤ ਹਿਰਦੇ ਵਸਾਓ ਚੰਦਰ ਚਕੋਰ ਪ੍ਰੀਤ ਘਟਾਨ। ਕਿ ਜਿਸ ਤਰ੍ਹਾਂ ਚਕੋਰ ਦੀ ਇੱਕ ਪ੍ਰੀਤ ਹੁੰਦੀ ਹੈ ਚੰਦਰ ਨਾਲ, ਇਸ ਤਰ੍ਹਾਂ ਦੀ ਕਹਿੰਦੇ ਪ੍ਰੀਤ ਤੇਰੀ ਬਣੇ। ਅੱਗੇ ਫਰਮਾਇਆ ਗੁਰ ਭਗਤੀ ਨਹੀਂ ਜਬ ਲਗ ਐਸੀ ਪ੍ਰੀਤ ਨਾ ਹੋਵੇ ਤਬ ਲਗ ਸਾਧਨ ਯਹੀ ਬਖਾਨ। ਕਹਿੰਦੇ ਕਿ ਜਦੋਂ ਤੱਕ ਇਸ ਐਸੀ ਪ੍ਰੀਤ ਨਹੀਂ ਹੁੰਦੀ, ਪਿਛਲੇ ਸਤਸੰਗ ਦੇ ਵਿੱਚ ਇਸ ਚੀਜ਼ ਤੇ ਦੱਸਿਆ ਸੀ ਕਿ ਉਹਨਾਂ ਨੇ ਸਾਫ਼ ਹੀ ਗੱਲ ਖਤਮ ਹੀ ਕਰ ਦਿੱਤੀ। ਕਹਿੰਦੇ ਜਬ ਤੱਕ ਐਸੀ ਪ੍ਰੀਤ ਨਾ ਹੋਵੇ ਤਬ ਲਗ ਸਾਧਨ ਯਹੀ। ਜਦੋਂ ਤੱਕ ਕਹਿੰਦੇ ਪ੍ਰੀਤ ਹੀ ਨਹੀਂ ਤੇਰੀ ਬਣਦੀ ਤੇ ਤੂੰ ਭਗਤੀ ਕਿਹਦੀ ਕਰੇਂਗਾ? ਤੂੰ ਪਹਿਲਾਂ ਪ੍ਰੀਤ ਪੈਦਾ ਕਰ ਆਪਣੇ ਅੰਦਰ। ਜਦੋਂ ਤੇਰੇ ਅੰਦਰ ਪ੍ਰੀਤ ਪੈਦਾ ਹੋ ਜਾਏਗੀ ਫਿਰ ਗੁਰੂ ਕੋ ਜਾਈ। ਉਦੋਂ ਤੱਕ ਕੋਈ ਜਾਣ ਦਾ ਫਾਇਦਾ ਨਹੀਂ ਕੋਈ। ਉਹਨੇ ਕਿਹਾ ਪਹਿਲਾਂ ਆਪਣੇ ਆਪ ਨੂੰ ਪੜ੍ਹ, ਫਿਰ ਮੰਦਰ ਮਸਜਿਦ ਅੰਦਰ ਵੜ। ਪਹਿਲਾਂ ਆਪਣੇ ਆਪ ਨੂੰ ਪੜ੍ਹ, ਫਿਰ ਮੰਦਰ ਮਸਜਿਦ ਅੰਦਰ ਵੜ। ਜਦ ਨਬਜ ਜਾਣੀ ਤੇਰੀ ਖੜ, ਫਿਰ ਨਾਲ ਸ਼ੈਤਾਨ ਦੇ ਲੜ। ਨਬਜ ਕਿਹੜੀ? ਜਿਹੜੀ ਅੰਦਰ ਮਨ ਚੱਲ ਰਿਹਾ ਹੈ, ਇੱਕ ਇੱਕ ਮਿੰਟ ਬਾਅਦ ਕਦੀ ਕੁਛ ਕਦੀ ਕੁਛ ਕਦੀ ਕੁਛ। ਜਦੋਂ ਉਹਨਾਂ ਨੇ ਕਿਹਾ ਕਿ ਪਹਿਲਾਂ ਆਪਣੇ ਆਪ ਨੂੰ ਪੜ੍ਹ, ਪਹਿਲਾਂ ਆਪਣੇ ਆਪ ਨੂੰ ਪੜ੍ਹ ਤੇ ਲੈ, ਤੂੰ ਹੈ ਕੌਣ ਹੈ, ਕਿੱਥੋਂ ਆਇਆ ਹੈ। ਹਰ ਇੱਕ ਨੇ ਆਪਣਾ ਝੰਡਾ ਚੁੱਕਿਆ, ਮੈਂ ਆ ਮੈਂ ਆ ਮੈਂ ਆ ਲੜੀ ਜਾਂਦੇ ਆ। ਪਹਿਲਾਂ ਪੜ੍ਹ ਤੇ ਲੈ, ਪਹਿਲਾਂ ਦੇਖ ਤਾਂ ਲੈ ਕਿ ਹੈ ਕੌਣ ਹੈ ਤੂੰ। ਸਤਿਗੁਰਾਂ ਨੇ ਫਰਮਾ ਦਿੱਤਾ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹੁਣ ਉਹਨਾਂ ਨੇ ਬਈ ਕੋਈ ਗੱਲਾਂ ਏਦਾਂ ਨਹੀਂ ਕਰ ਦਿੱਤੀਆਂ। ਉਹਨਾਂ ਨੇ ਕੋਈ ਕਾਗਜ਼ਾਂ ਤੋਂ ਪੜ੍ਹ ਕੇ ਨਹੀਂ ਕੋਈ ਕਿਹਾ, ਉਹ ਆਪ ਦੇਖ ਕੇ ਉਹਨਾਂ ਨੇ ਕਿਹਾ ਕਿ ਇੱਕ ਨੂਰ ਤੋਂ, ਇੱਕੋ ਹੀ ਨੂਰ ਤੋਂ ਸਭ ਉਪਜੇ ਆ। ਇਸ ਕਰਕੇ ਉਹਨਾਂ ਨੇ ਕਿਹਾ ਕੌਣ ਭਲੇ ਕੋ ਮੰਦੇ। ਲੇਕਿਨ ਸਾਡੀ ਜਿਸ ਤਰ੍ਹਾਂ ਦੀ ਅੱਖ ਹੋਈ ਉਸੇ ਤਰ੍ਹਾਂ ਦਾ ਉਹ ਕੰਮ ਚੱਲੀ ਜਾਂਦਾ ਹੈ। ਤੇ ਉਹਨੇ ਕਿਹਾ ਕਿ ਜਦ ਨਬਜ ਜਾਣੀ ਤੇਰੀ ਖੜ, ਫਿਰ ਨਾਲ ਸ਼ੈਤਾਨ ਦੇ। ਕਹਿੰਦੇ ਜਦੋਂ ਪਹਿਲਾਂ ਦਿਲ ਮਨ ਤੇ ਤੇਰਾ ਵੱਸ ਚ ਆਵੇ, ਸ਼ੈਤਾਨ ਨਾਲ ਤਾਂ ਫਿਰ ਲੜੇਗਾ ਤੂੰ। ਅਜੇ ਤੇ ਮਨ ਹੀ ਸ਼ੈਤਾਨ ਹੈ, ਅਜੇ ਤੇ ਉਹੀ ਭਟਕਦਾ ਪਿਆ ਹੈ, ਟਿਕ 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 ਜਿੱਦਾਂ ਨਬਜ ਚੱਲਦੀ ਇੱਦਾਂ ਚੱਲਦਾ ਪਿਆ ਹੈ। ਤੇ ਫਿਰ ਤੂੰ ਸ਼ੈਤਾਨ ਨਾਲ ਕੀ ਲੜਨਾ? ਤੂੰ ਤੇ ਅਜੇ ਇਸ ਆਪਣੇ ਨਾਲ ਹੀ ਲੜ। ਪਹਿਲਾਂ ਆਪਣੇ ਆਪ ਦੀ ਲੜਾਈ ਜਿੱਤ ਲੈ, ਆਪਣੇ ਆਪ ਨੂੰ ਕਾਬੂ ਚ ਕਰ ਲੈ, ਫਿਰ ਸ਼ੈਤਾਨ ਨਾਲ ਲੜ ਲਈ। ਤੇ ਉਹਨੇ ਕਿਹਾ ਕਿ ਜਬ ਲਗ ਐਸੀ ਪ੍ਰੀਤ ਨਾ ਹੋਵੇ ਤਬ ਲਗ ਸਾਧਨ ਯਹੀ ਬਖਾਨ। ਅੱਗੇ ਜਿਹੜਾ ਭੇਤ ਆ ਰਿਹਾ ਹੈ, ਬੜੇ ਧਿਆਨ ਦੇ ਨਾਲ ਸੁਣਿਓ, ਕਿ ਪਿਛਲੇ ਸਤਸੰਗ 'ਚ ਅਸੀਂ ਸਾਰੇ ਵਚਨ ਸੁਣੇ ਸੀ ਇਹ ਵੇਲੇ। ਹੁਣ ਜਿਹੜੇ ਵਚਨ ਅੱਗੇ ਆ ਰਹੇ ਨੇ ਬੜਾ ਧਿਆਨ ਦੇ ਕੇ ਸੁਣੀਏ ਕਿ ਬੜਾ ਭੇਤ ਦਿੱਤਾ ਉਹਦੇ ਵਿੱਚ ਉਹਨਾਂ ਨੇ। ਕਿਉਂਕਿ ਅਸੀਂ ਕਰਦੇ ਰਹਿੰਦੇ, ਹਰ ਜਗ੍ਹਾ ਤੇ ਕਹਿੰਦੇ ਰਹਿੰਦੇ, ਸਾਡਾ ਧਿਆਨ ਨਹੀਂ ਬਣਦਾ, ਸਾਡਾ ਸਿਮਰਨ ਨਹੀਂ ਬਣਦਾ, ਸਾਡਾ ਸ਼ਬਦ ਨਹੀਂ ਖੁੱਲ੍ਹਦਾ, ਸਾਡੇ ਅੰਦਰ ਉਹ ਜਿਹੜੀ ਧੁਨਕਾਰਾਂ ਦੇ ਰਹੀ ਹੈ ਤੁਹਾਨੂੰ ਉਹ ਨਹੀਂ ਸੁਣਾਈ ਦੇ ਰਹੀ। ਕਿਉਂ ਨਹੀਂ ਹੁੰਦੀ? ਉਹ ਸਾਰਾ ਕੁਛ ਉਹਨਾਂ ਨੇ ਪਹਿਲੇ ਸ਼ਬਦ ਵਿੱਚ ਵੀ ਦੱਸਿਆ, ਹੁਣ ਅੱਗੇ ਇਸ ਤੋਂ ਦੱਸ ਰਹੇ ਨੇ ਕਿ ਕਹਿੰਦੇ ਕਿ ਗੁਰ ਹਾਂ ਜਬ ਲਗ ਐਸੀ ਪ੍ਰੀਤ ਨਾ ਹੋਵੇ ਤਬ ਲਗ ਸਾਧਨ ਯਹੀ ਬਖਾਨ, ਗੁਰ ਭਗਤੀ ਜਬ ਪੂਰਨ ਹੋਲੇ। ਪਹਿਲਾਂ ਉਹਨਾਂ ਨੇ ਕਿਹਾ ਕਿ ਸਾਧਨ ਉਹੀ ਰੱਖ ਉਦੋਂ ਤੱਕ। ਪਹਿਲਾਂ ਆਪਣੇ ਅੰਦਰ ਭਗਤੀ ਪੈਦਾ ਕਰ, ਪਿਆਰ ਪੈਦਾ ਕਰ, ਪਿਆਰ ਪੈਦਾ ਕਰ। ਜਿਸ ਤਰ੍ਹਾਂ ਪੜ੍ਹਨ ਦਾ ਸ਼ੌਂਕ ਪੈਦਾ ਕਰ, ਭਾਵੇਂ ਪਹਿਲੀ ਕਲਾਸ 'ਚ ਦਾਖਲਾ ਲੈ, ਭਾਵੇਂ ਪੰਜਵੀਂ 'ਚ ਲੈ, ਸ਼ੌਂਕ ਤੇ ਹੋਵੇ ਅੰਦਰ ਪੜ੍ਹਨ ਦਾ। ਜਿਹਦੇ ਅੰਦਰ ਨਹੀਂ ਸ਼ੌਂਕ, ਉਹਨੇ ਪਹਿਲੀ 'ਚ ਵੀ ਨਹੀਂ ਪੜ੍ਹਨਾ ਤੇ ਉਹਨੇ ਪੰਜਵੀਂ ਦਸਵੀਂ 'ਚ ਵੀ ਨਹੀਂ ਜਾ ਕੇ ਪੜ੍ਹਨਾ। ਤੇ ਜਿਹਦੇ ਅੰਦਰ ਗੁਰ ਭਗਤੀ, ਉਹ ਜਦੋਂ ਭਗਤਾਂ ਨੂੰ ਜਿੱਥੋਂ ਵੀ ਮਿਲਿਆ ਉਹਨਾਂ ਨੂੰ ਕਿਸੇ ਦਾ ਮਾੜਾ ਨਹੀਂ ਲੱਗਾ। ਤੇ ਇਸ ਕਰਕੇ ਉਹਨੇ ਕਿਹਾ ਗੁਰ ਭਗਤੀ ਜਦ ਪੂਰਨ ਹੋ ਲੇ। ਜਦੋਂ ਤੇਰੀ ਗੁਰ ਭਗਤੀ ਪੂਰੀ ਹੋ ਜਾਏਗੀ, ਗੁਰੂ ਦੀ ਭਗਤੀ ਪੂਰੀ ਹੋ ਜਾਏਗੀ, ਤੈਨੂੰ ਗੁਰੂ ਦਾ ਪਤਾ ਲੱਗ ਜਾਏਗਾ। ਫਿਰ ਉਹਨੇ ਕਿਹਾ ਕਿ ਤਬ ਸੁਰਤ ਚੜੇ ਅਦਰ ਅਸਮਾਨ। ਕਹਿੰਦੇ ਸੁਰਤ ਫਿਰ ਚੜ੍ਹਨੀ ਹੈ ਤੇਰੀ। ਗੁਰੂ ਨਾਲ ਕੋਈ ਪਿਆਰ ਨਹੀਂ, ਗੁਰੂ ਨਾਲ ਕੋਈ ਇਹਦਾ ਲਿੰਕ ਨਹੀਂ, ਕਿਸੇ ਨਾਲ ਤਾਰ ਨਹੀਂ ਜੁੜੀ, ਤੇ ਸੁਰਤ ਚੜੇ ਕਿੱਥੇ? ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੌੜੀ ਲਾਤੀ ਹੈ ਤੇ ਪੌੜੀ ਚੜ੍ਹਨਾ ਕਿੱਥੇ ਆ? ਅੱਗੇ ਕੋਈ ਮੰਜ਼ਿਲ ਕਿਹੜੀ ਹੈਗੀ ਹੈ? ਬਹਿ ਕੇ ਕਰੀ ਜਾਂਦੇ ਰਾਮ 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 ਰਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਜ ਸਵਾਮੀ ਰਾਜ ਸਵਾਮੀ, ਕੋਈ ਅੱਲਾ ਅੱਲਾ, ਕੋਈ ਜੋ ਮਰਜ਼ੀ ਕਰੀ ਜਾਵੇ, ਕੋਈ ਫਰਕ ਨਹੀਂ। ਤੁਸੀਂ ਦੇਖਿਆ ਸਾਰਿਆਂ ਨੂੰ, ਸਾਰੇ ਹੀ ਦੁਖੀ ਨੇ, ਕੋਈ ਵੀ ਸੁਖੀ ਨਹੀਂ ਹੈਗਾ।
ਕੋਈ ਸੁਖੀ ਹੋਵੇ ਤੇ ਇੱਕ ਬੰਦਾ ਛੱਡ ਕੇ ਦੂਜੇ ਪਾਸੇ ਚਲ ਜੇ ਕਿ ਚਲੋ ਉਹ ਨਾਮ ਚੰਗਾ ਹੈ ਉਹਦੇ 'ਚ ਚਲੇ ਜਾਈਏ, ਉਹਨੂੰ ਜਪ ਲਈਏ, ਕਿਉਂਕਿ ਸਾਨੂੰ ਅੱਜ ਪੂਰੀ ਖੁੱਲ੍ਹ ਹੈ। ਕਿਸੇ ਨੂੰ ਕੋਈ ਇੱਕ ਸਮਾਂ ਹੁੰਦਾ ਸੀ ਜਦੋਂ ਬੰਦਿਸ਼ਾਂ ਹੁੰਦੀਆਂ ਸੀ। ਸਤਿਗੁਰਾਂ ਨੇ ਇੱਕ ਐਸਾ ਸਮਾਂ ਲਿਆਂਦਾ, ਸ਼ਹੀਦੀਆਂ ਦਿੱਤੀਆਂ, ਸਭ ਕੁਝ ਕਰਕੇ ਕਿ ਸਾਨੂੰ ਅੱਜ ਆਜ਼ਾਦੀ ਦਿੱਤੀ ਉਹਨਾਂ ਨੇ। ਜਿਹੜਾ ਮਰਜ਼ੀ ਅਸੀਂ ਜਾਈਏ, ਕੋਈ ਸਾਨੂੰ ਬੰਦਿਸ਼ ਨਹੀਂ ਹੈਗੀ, ਕਿਸੇ ਨੂੰ ਮੰਨੀਏ, ਕੋਈ ਐਸੀ ਗੱਲ ਨਹੀਂ। ਪਰ ਪਹਿਲਾਂ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਪਹਿਲਾਂ ਆਪਣੇ ਆਪ ਨੂੰ ਪੜ੍ਹ, ਫਿਰ ਮੰਦਰ ਮਸਜਿਦ ਅੰਦਰ ਵੜ। ਅਜੇ ਤੇ ਆਪਣਾ ਹੀ ਨਹੀਂ ਪਤਾ ਲੱਗਣ ਦਿਆ, ਅਜੇ ਆਪਣਾ ਹੀ ਮਨ ਕਦੀ ਇੱਧਰ ਬੜਾ ਚੜਿਆ ਤੇ ਦੂਸਰੇ ਦਾ ਕਿਵੇਂ ਕਰੇਗਾ। ਤੇ ਇਸ ਕਰਕੇ ਉਹਨੇ ਫਰਮਾਇਆ ਕਿ ਸੁਰਤ ਚੜੇਗੀ ਤੇਰੀ, ਪਰ ਕਦੋਂ? ਜਬ ਭਗਤੀ ਪੂਰਨ ਹੋਲੇ ਤਬ ਸੁਰਤ ਚੜੇ ਅਦਰ ਅਸਮਾਨ। फिर वो अगे चढ़ेगी। अगे फरमाया गुर भगति बिन शब्द में पचते सो भी मानुख मूर्ख जान। ਹੁਣ ਕਹਿੰਦੇ ਗੁਰ ਭਗਤੀ ਤੇ ਹੈ ਨਹੀਂ, ਭਗਤੀ ਤਾਂ ਹੈ ਨਹੀਂ, ਸੁਰਤ ਚੜ੍ਹਨੀ ਕਿਤੇ। ਕਹਿੰਦੇ ਗੁਰ ਭਗਤੀ ਬਿਨ ਸ਼ਬਦ ਮੇ ਪਚਤੇ, ਜਿਹੜੇ ਟੱਕਰਾਂ ਮਾਰਦੇ ਆ, ਪਿਆਰ ਕਿਸੇ ਨਾਲ ਨਹੀਂ, ਵਿਸ਼ਵਾਸ ਕਿਸੇ ਤੇ ਨਹੀਂ, ਭਰੋਸਾ ਕਿਸੇ ਤੇ ਨਹੀਂ, ਚੌਂਕੜੇ ਮਾਰ ਕੇ ਬਹਿ ਜਾਂਦੇ ਆ, ਉਹ ਜੀ ਦਵਾ ਜਾਪ ਕਰਨ ਦੇ ਸਿਮਰਨ ਕਰਨ ਦੇ ਧਿਆਨ ਕਰਨ ਦੇ। ਉਹਨਾਂ ਨੂੰ ਉਹਨਾਂ ਨੇ ਕੀ ਕਿਹਾ? ਸੋ ਵੀ ਮਾਨੁਖ, ਉਹ ਜਿਹੜੇ ਮਨੁੱਖ ਨੇ ਕਹਿੰਦੇ ਮੂਰਖ ਜਾਨ, ਕਹਿੰਦੇ ਮੂਰਖ ਨੇ, ਕਿਉਂਕਿ ਕੁਛ ਨਹੀਂ ਟੱਕਰਾਂ ਮਾਰਿਆ ਮਿਲਦਾ। ਪਤੇ ਦੀ ਗੱਲ ਜਿਹੜੀ ਹੈ ਸਾਰਿਆਂ ਵਾਸਤੇ, ਸਾਰੇ, ਕਿਉਂਕਿ ਉਹਨਾਂ ਨੇ ਪਹਿਲਾਂ ਜਿਸ ਤਰ੍ਹਾਂ ਉਹਨੇ ਪਿੱਛੇ ਵਚਨ ਆਇਆ ਸੀ, ਕਾਲ ਨੇ ਜਗਤ ਅਜਬ ਫਰਮਾਇਆ, ਕਿਸੇ ਦਾ ਨਾਮ ਨਹੀਂ ਲਿਆ, ਕਿਸੇ ਹਿੰਦੂ ਦਾ, ਮੁਸਲਮਾਨ ਦਾ, ਸਿੱਖ ਦਾ, ਈਸਾਈ ਦਾ ਨਾਮ ਨੇ, ਜਗਤ ਦੀ ਗੱਲ ਕੀਤੀ ਹੈ। ਉਹਨੇ ਕਿਹਾ ਕਾਲ ਨੇ ਜਗਤ ਅਜਬ ਫਰਮਾਇਆ, ਸਾਰੇ ਜਗਤ ਨੂੰ ਹੀ ਭਾਵੇਂ ਕੁਛ ਪਾਇਆ ਉਹਨੇ, ਪਤਾ ਹੀ ਨਹੀਂ ਲੱਗਦਾ ਪਿਆ ਇਸ ਚੀਜ਼ ਦਾ। ਤੇ ਉਹਨਾਂ ਨੇ ਕਿਹਾ ਕਿ ਗੁਰ ਭਗਤੀ ਬਿਨ ਸ਼ਬਦ ਮੇ ਪਚਤੇ। ਹੁਣ ਮੰਨ ਲਓ ਜਦੋਂ ਜਾਂਦੇ ਆ, ਹੁਣ ਉੱਥੇ ਜਾ ਕੇ ਪਤਾ ਤਾਂ ਹੋਵੇ ਨਾ ਕਿ ਵਾਹਿਗੁਰੂ ਕਹਿੰਦੇ ਕਿਹਨੂੰ, ਤੇ ਉੱਥੇ ਧੁਨ ਹੋ ਰਿਹਾ, ਕੀਰਤਨ ਹੋ ਰਿਹਾ, ਉਸ ਲੈ ਦੇ ਵਿੱਚ ਸਭ ਵਾਹਿਗੁਰੂ 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 ਵਾਹਿਗੁਰੂ, ਪਤਾ ਤਾਂ ਲੱਗ ਜੇ ਕਿ ਵਾਹਿਗੁਰੂ ਕਿਹਦੀ ਸ਼ੋਭਾ ਅਸੀਂ ਕਰ ਰਹੇ ਹਾਂ, ਵਾਹਿਗੁਰੂ ਦਾ ਮਤਲਬ ਕੀ ਹੈ। ਲੋਕੀ ਜਾਂਦੇ ਨੇ ਵਰਿੰਦਾਵਨ, ਉੱਥੇ ਰਾਧੇ 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 ਰਾਧੇ, ਉਹ ਜਿੱਦਾਂ ਉਹ ਜਿਹੜੇ ਉਹ ਭਹਾਉਣ ਵਾਲੇ ਜਿਹੜੇ ਸਿਰ ਜਾ ਫੜ ਕੇ ਭਹਾ ਦਿੰਦੇ ਆ ਨਾ, ਤੇ ਫਿਰ ਸਿਰ ਘਮਾਈ ਜਾਂਦੀਆਂ ਨੇ ਜਨਾਨੀਆਂ, ਵਾਲ ਖਿਲਾਰ ਖਿਲਾਰ ਕੇ, ਪਤਾ ਕੋਈ ਨਹੀਂ ਕਿ ਕੀ ਹੋਇਆ, ਕੀ ਕੋਈ ਭੂਤ ਨਹੀਂ ਆਇਆ ਉਹਨਾਂ 'ਚ ਕੁਛ ਵੀ। ਪਹਿਲਾਂ ਉਹ ਇੱਕ ਸੰਗੀਤ ਜਿਹਾ ਇਹੋ ਜਿਹਾ ਲਾਇਆ ਹੁੰਦਾ, ਉੱਦਾਂ ਹੀ ਬੰਦਾ ਝੂਮਦਾ ਹੁੰਦਾ ਫੜ ਕੇ, ਫਿਰ ਉਸੇ ਲੈ ਨਾਲ ਇੱਕ ਵਾਰੀ ਘੁਮਾ ਦਿੰਦੇ ਆ, ਘੁੰਮੀ ਜਾਂਦਾ ਜਦੋਂ। ਫਿਰ ਇਸੇ ਤਰ੍ਹਾਂ ਹੀ ਉਹ ਲੈ ਦੇ ਵਿੱਚ ਲੈ ਕੇ ਤੇ ਵੇਖਣ ਵਾਲਾ ਲੱਗਦਾ, ਉਹ ਕਿਆ ਬਾਤ ਹੈ, ਕਿਆ ਮਜ਼ਾ ਆ ਰਿਹਾ, ਕਿੱਡੀ ਭਗਤੀ ਹੈ ਦੇਖੋ। ਇਸੇ ਤਰ੍ਹਾਂ ਹੀ ਸਾਡੇ ਵੱਲ ਵੀ ਦੇਖ ਕੇ ਬੜੇ ਲੋਕ ਕਹਿੰਦੇ ਹੋਣਗੇ ਕਿਆ ਬਾਤ ਹੈ ਯਾਰ, ਇਹ ਤੇ ਗੁਰੂ ਮਹਾਰਾਜ ਨੇ ਫਰਮਾਇਆ ਇੱਕ ਸਤਸੰਗ ਦੇ ਵਿੱਚ, ਬਈ ਜੇ ਤੈਨੂੰ ਨਾਮ ਮਿਲ ਗਿਆ ਤਾਂ ਲੋਕਾਂ ਅੱਗੇ ਤੂੰ ਦੱਸਣਾ ਨਹੀਂ ਹੈ, ਤੇ ਕਰਤੂਤਾਂ ਦੱਸਣ ਕਿ ਤੂੰ ਕਿਹੜੇ ਗੁਰੂ ਦਾ ਸਿੱਖ ਹੈ। ਜੇ ਸਾਡੀਆਂ ਕਰਤੂਤਾਂ ਸਾਡੀਆਂ ਮਤਲਬ ਉੱਦਾਂ ਅਸੀਂ ਆਪਣੇ ਆਪ ਨੂੰ ਕੋਈ ਵੀ ਕਹੀਏ, ਕੋਈ ਵੀ, ਮੈਂ ਪਹਿਲਾਂ ਕਿਹਾ ਕੋਈ ਵੀ ਸਤਿਗੁਰ ਮਾੜਾ ਸੰਦੇਸ਼ ਨਹੀਂ ਦਿੰਦੇ। ਸ਼ਰਾਬਾਂ ਨਾਲ ਰੱਜੇ ਹੋਈਏ, ਨਾਲੀਆਂ 'ਚ ਡਿੱਗੀ ਹੋਈਏ, ਮੂੰਹ ਸਾਡਾ ਕੁੱਤੇ ਚੱਟਦੇ ਹੋਣ ਦੇ ਅਸੀਂ ਕਹੀਏ ਅਸੀਂ ਫਲਾਣੇ ਗੁਰੂ ਦੇ ਸਿੱਖ ਆ, ਤੇ ਬਈ ਸਾਨੂੰ ਨਹੀਂ, ਉਹਨਾਂ ਦੇ ਨਾਮ ਨੂੰ ਲਾਜ ਜਾਂਦੀ ਹੈ। ਇਸ ਕਰਕੇ ਉਹਨੇ ਫਰਮਾ ਦਿੱਤਾ ਕਿ ਗੁਰ ਭਗਤੀ ਬਿਨ ਸ਼ਬਦ ਮੇ ਪਚਤੇ ਸੋ ਵੀ ਮਾਨੁਖ ਮੂਰਖ ਜਾਨ। ਕਹਿੰਦੇ ਜਿਨ੍ਹਾਂ ਦੀ ਵਿਸ਼ਵਾਸ ਨਹੀਂ ਆ, ਜਿਨ੍ਹਾਂ ਦੀ ਗੁਰ ਭਗਤੀ ਕੋਈ ਪੂਰੀ ਨਹੀਂ ਆ, ਅਜੇ ਜਾਣਿਆ ਨਹੀਂ ਆ, ਤੇ ਉਹਦਾ ਉਹ ਸ਼ਬਦ ਜਾਂ ਕੁਛ ਵੀ, ਉਹਦਾ ਕੁਛ ਨਹੀਂ ਫਰਕ ਪਏਗਾ। ਗੁਰੂ, ਹਾਂ, ਮਤਲਬ ਜਦੋਂ ਤੱਕ ਉਹਨਾਂ ਦਾ ਕੋਈ ਨਾਤਾ ਨਹੀਂ ਬਣੇਗਾ, ਉਦੋਂ ਤੱਕ ਕੋਈ ਡੋਰ ਖਿੱਚਣ ਵਾਲਾ ਨਹੀਂ ਹੈ, ਜਦੋਂ ਤੱਕ ਉਦੋਂ ਤੱਕ ਇਹਦੀ ਗੁੱਡੀ ਨਹੀਂ ਚੜ੍ਹ ਸਕਦੀ। ਕੋਈ ਡੋਰ ਖਿੱਚਣ ਵਾਲਾ ਹੋਵੇਗਾ ਫਿਰ ਗੁੱਡੀ ਚੜ੍ਹੇਗੀ ਸਮਾਨ ਤੇ। ਹਾਂਜੀ ਅੱਗੇ। ਸ਼ਬਦ ਖੁੱਲੇਗਾ ਗੁਰੂ ਮਿਹਰ ਸੇ, ਖੈਂਚੇ ਸੁਰਤ ਗੁਰੂ ਬਲਵਾਨ। ਜਿਸ ਤਰ੍ਹਾਂ ਦੱਸਿਆ ਕਿ ਪਤੰਗ ਉਹਦੀ ਚੜ੍ਹਦੀ ਏ, ਪਤੰਗ ਤੇ ਉੱਥੇ ਪਈ ਏ, ਡੋਰ ਵੀ ਲਾਗੇ ਪਈ ਹੋਵੇ, ਪਰ ਆਪਣੇ ਆਪ ਉਹਦੇ ਉੱਡਣ ਦੀ ਉਹਦੀ ਸ਼ਕਤੀ ਨਹੀਂ ਹੈਗੀ। ਜਦੋਂ ਤੱਕ ਕੋਈ ਉਹਨੂੰ ਉਡਾਉਣ ਵਾਲਾ ਉਹਨੂੰ ਡੋਰ ਨਾਲ ਬੰਨ੍ਹ ਕੇ ਹਵਾ 'ਚ ਉਡਾਏਗਾ ਨਹੀਂ, ਐਂ ਮਾਰ ਮਾਰ ਕੇ ਜਦੋਂ ਸਮਾਨ ਤੇ ਤੁਨ ਕੇ ਨਹੀਂ ਚੜਾਏਗਾ, ਉਹ ਆਪਣੇ ਆਪ ਕਿੱਦਾਂ ਚੜ੍ਹ ਜਾਏਗੀ। ਔਰ ਜਦੋਂ ਤੱਕ ਜਿਹੜੀ ਗੁੱਡੀ ਦੀ ਡੋਰ ਜਿਹਦੇ ਹੱਥ ਤੱਕ ਜਦੋਂ ਤੱਕ ਹੈਗੀ ਹੈ, ਉਦੋਂ ਤੱਕ ਸਮਾਨ ਤੇ। ਹੁਣ ਜਦੋਂ ਗੁੱਡੀ ਉੱਤੇ ਚੜ੍ਹਦੀ ਹੈ ਨਾ, ਉਦੋਂ ਸਾਨੂੰ ਲੱਗਦਾ ਹੈ ਕਿ ਉਹ ਕਿਆ ਬਾਤ ਹੈ, ਸਾਡੇ ਹੀ ਤੇ ਉੱਤੇ ਸਮਾਨ, ਤੇ ਸਾਨੂੰ ਤੇ ਸਭ ਜਾਣਦੇ ਨੇ, ਸਾਨੂੰ ਤੇ ਲੋਕ ਸਲਾਮਾਂ ਕਰਦੇ ਨੇ, ਸਾਨੂੰ ਤੇ ਆਹ ਕਰਦੇ ਨੇ, ਸਾਨੂੰ ਕੀ ਲੋੜ ਹੈ ਇਹਦੀ, ਜਿਹਨੇ ਡੋਰ ਫੜੀ ਹੈ। ਪਰ ਪਤਾ ਉਦੋਂ ਲੱਗਦਾ ਜਦੋਂ ਡੋਰ ਕੱਟੀ ਜਾਂਦੀ ਹੈ। ਥੋੜ੍ਹੀ ਦੇਰ ਤੇ ਡੋਰ ਜਦੋਂ ਕੱਟੀ ਜਾਂਦੀ ਹੈ ਨਾ, ਤੇ ਗੁੱਡੀ ਉੱਤੇ ਐਂ ਹਿਲਦੀ ਹੈ, ਤਾਂ ਲੱਗਦਾ ਕਿ ਸ਼ਾਇਦ ਬੜੀ ਚੱਲ, ਪਰ ਥੋੜ੍ਹੀ ਦੇਰ ਬਾਅਦ ਹੀ ਉਹ ਗੁੱਡੀ ਥੱਲੇ ਆਉਂਦੀ ਹੈ। ਫਿਰ ਉਸ ਗੁੱਡੀ ਦੀ ਹਾਲਤ ਜਿਹੜੀ ਹੈ ਸਾਨੂੰ ਸਭ ਨੂੰ ਪਤਾ ਕੀ ਹੁੰਦੀ ਹੈ। ਇਸੇ ਤਰ੍ਹਾਂ ਹੀ ਉਹ ਜਿਹੜੀ ਪਤੰਗ ਹੈ, ਉਹਨਾਂ ਨੇ ਕਿਹਾ ਕਿ ਸ਼ਬਦ ਖੁੱਲੇਗਾ ਗੁਰੂ ਮਿਹਰ ਸੇ, ਖੈਂਚੇ ਸ਼ਬਦ ਗੁਰੂ ਬਲਵਾਨ।
ਕਹਿੰਦੇ ਸ਼ਬਦ ਤੇ ਉਹ ਸਤਿਗੁਰਾਂ ਦੀ ਮੁੱਠੀ ਦੇ ਵਿੱਚ ਹੈ, ਹੱਥ ਦੇ ਵਿੱਚ ਹੈ। ਉਹਨਾਂ ਦੀ ਦਇਆ ਮਿਹਰ ਤੋਂ ਬਗੈਰ ਕਿੱਦਾਂ ਅਸੀਂ ਉੱਥੇ ਚਲੇ ਜਾਵਾਂਗੇ। ਅਸੀਂ ਕਿਸੇ ਦੇ ਘਰ ਜਾਂਦੇ, ਦਰਵਾਜ਼ਾ ਜਦੋਂ ਤੱਕ ਉਹ ਦਰਵਾਜ਼ਾ ਖੋਲ੍ਹੇਗਾ ਨਹੀਂ, ਅਸੀਂ ਉਹਦੇ ਘਰ ਦੇ ਅੰਦਰ ਕਿੱਦਾਂ ਜਾਵਾਂਗੇ। ਤਾਂ ਹੋਇਆ ਕਿ ਖੈਂਚੇ ਸ਼ਬਦ, ਖੈਂਚੇ ਸੁਰਤ ਗੁਰੂ ਬਲਵਾਨ। ਸੁਰਤ ਨੂੰ ਕੌਣ ਖਿੱਚਦਾ ਹੈ? ਗੁਰੂ, ਕਿਉਂਕਿ ਉਹਦੇ 'ਚ ਬਲ ਹੈ। ਅਸੀਂ ਭਾਵੇਂ ਉਲਟੇ ਲੰਮੇ ਪੈ ਜਾਈਏ ਕਿ ਇੱਧਰ ਨੂੰ ਸੁਰਤ ਆ ਜਾਏ, ਪੈਰਾਂ ਵਾਲੇ ਵੇਲੇ ਤਾਂ ਚੜ੍ਹ ਜਾਏ, ਭਾਵੇਂ ਸਾਲਾਂ ਤੱਕ ਇੱਦਾਂ ਉਲਟੇ ਪੈ ਰਹੀਏ, ਸੁਰਤ ਨਹੀਂ ਤਾਂ ਚੜ੍ਹਨ ਲੱਗੇ। ਪਰ ਹਾਂ, ਜਦੋਂ ਜਦੋਂ ਗੁਰੂ ਮਿਲ ਗਿਆ, ਜਦੋਂ ਇਹਨੂੰ ਵਿਸ਼ਵਾਸ ਭਰੋਸਾ ਆ ਗਿਆ, ਬਈ ਫਿਰ ਇਹਦੀ ਸੁਰਤ ਜਿਹੜੀ ਆ ਉਹ ਉੱਪਰ ਨੂੰ ਚੱਲੇਗੀ। ਹਾਂਜੀ। ਗੁਰਮੁਖਤਾ ਬਿਨ ਸੁਰਤ ਨਾ ਚੜਤੀ, ਫੂਟੇ ਗਗਨ ਨਾ ਪਾਵੇ ਨਾਮ। ਗੁਰਮੁਖਤਾ ਹੈ ਮੂਲ ਸਬਨ ਕੀ, ਔਰ ਸਾਧਨ ਸਭ ਸ਼ਾਖਾ ਜਾਨ। ਹੁਣ ਦੱਸਿਆ ਕਿ ਕਹਿੰਦੇ ਗੁਰਮੁਖਤਾ ਬਿਨ ਸੁਰਤ ਨਾ ਚੜ੍ਹਤੀ, ਫੂਟੇ ਗਗਨ ਨਾ ਪਾਵੇ ਨਾਮ। ਕਹਿੰਦੇ ਕਿ ਉਹ ਗੱਲ ਬਣਨੀ ਨਹੀਂ। ਹੁਣ ਗੁਰਮੁਖਤਾ ਕੌਣ ਤੇ ਮਨਮੁਖਤਾ ਕੀ ਹੈ ਸਾਨੂੰ ਪਤਾ ਹੈ, ਬਹੁਤ ਵਾਰ ਅਸੀਂ ਸੁਣਿਆ। ਮਨਮੁਖਤਾ ਹੁੰਦੀ ਹੈ ਕਿ ਜਿਹੜਾ ਆਪਣੇ ਮਨ ਨੂੰ ਅੱਗੇ ਰੱਖ ਕੇ ਚੱਲਦਾ ਹੈ, ਹਰ ਵੇਲੇ ਮਨ ਦੀ ਹੀ ਮੰਨਦਾ ਹੈ। ਤੇ ਗੁਰਮੁਖਤਾ ਉਹ ਆ ਕਿ ਜਿਹੜਾ ਹਰ ਵੇਲੇ ਗੁਰੂ ਦੀ ਸੁਣਦਾ ਹੈ, ਗੁਰੂ ਦੀ ਮੰਨ ਕੇ ਚੱਲਦਾ ਹੈ। ਪਿਛੇ ਇਤਿਹਾਸ 'ਚ ਅਸੀਂ ਸਭ ਕੁਝ ਦੇਖਿਆ, ਕੋਈ ਐਸਾ ਤਾਂ ਨਹੀਂ ਸੀ ਕਿ ਉਦੋਂ ਸਿੱਖ ਨਹੀਂ ਸੀ ਹੈਗੇ। ਪਰ ਸਾਰੇ ਸਿੱਖ ਦਾ ਮਤਲਬ ਕਿ ਸਿੱਖ ਦਾ ਮਤਲਬ ਇਹ ਨਹੀਂ ਕਿ ਕੋਈ ਵੇਸ਼ ਭੂਸ਼ਾ ਧਾਰਨ ਕਰਨਾ ਸਿੱਖ ਬਣ ਗਿਆ। ਸਭ ਦੇ ਸਿੱਖ ਹੈਗੇ ਸੀ। ਰਾਮ ਜੀ ਦੇ ਵੀ ਸਿੱਖ ਸੀ, ਕ੍ਰਿਸ਼ਨ ਜੀ ਦੇ ਵੀ ਸਿੱਖ ਸੀ, ਜੱਸੂ ਮਸੀਹ ਦੇ ਵੀ ਸਿੱਖ ਸੀ, ਕਬੀਰ ਸਾਹਿਬ ਦੇ ਵੀ ਸਿੱਖ ਸੀ, ਗੁਰੂ ਨਾਨਕ ਸਾਹਿਬ ਦੇ ਵੀ ਸਿੱਖ ਸੀ, ਦਸਮ ਪਾਤਸ਼ਾਹ ਦੇ ਵੀ ਸਿੱਖ ਸੀ। ਸਿੱਖ ਤੇ ਸਭ ਦੇ ਸੀ। ਸਿੱਖ ਕੌਣ ਹੈ? ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ। ਜਿਨ੍ਹਾਂ ਨੇ ਉਦੋਂ ਵੀ ਗੁਰੂ ਦੀ ਨਹੀਂ ਮੰਨੀ, ਉਹ ਸਿੱਖ ਨਹੀਂ ਸੀ। ਜਿਹੜੇ ਉਹਨਾਂ ਨੂੰ ਦਗਾ ਦੇ ਗਏ, ਉਹ ਸਿੱਖ ਨਹੀਂ ਸੀ। ਜਿਨ੍ਹਾਂ ਨੇ ਉਹਨਾਂ ਵਾਸਤੇ ਬੰਦ ਕਟਵਾ ਤੇ ਝਿੜਕਾਂ ਚੜ੍ਹ ਗਿਆ, ਅਸਲ 'ਚ ਸਿੱਖ ਉਹ ਸੀ ਕਿ ਗੁਰਮੁਖਤਾ ਅੱਗੇ ਰੱਖੀ ਸੀ। ਜਿਹੜਾ ਫਰਮਾਇਆ ਕਿ ਗੁਰਮੁਖਤਾ ਬਿਨ ਸੁਰਤ ਨਾ ਚੜ੍ਹਤੀ, ਫੂਟੇ ਗਗਨ ਨਾ ਪਾਵੇ ਨਾਮ। ਗੁਰਮੁਖਤਾ ਹੈ ਮੂਲ ਸਬਨ ਕੀ। ਹੁਣ ਫਿਰ ਨਾਂ ਨਹੀਂ ਕਿਸੇ ਦਾ ਲਿਆ, ਸਬਨ ਦੀ ਕਹਿਤਾ ਕਿ ਸਾਰਿਆਂ ਦੀ ਮੂਲ ਕੀ ਹੈ? ਗੁਰਮੁਖਤਾ ਹੈ ਮੂਲ ਸਬਨ ਕੀ, ਔਰ ਸਾਧਨ ਸਭ ਸ਼ਾਖਾ ਜਾਨ। ਕਹਿੰਦੇ ਬਾਕੀ ਜਿੰਨੇ ਵੀ ਕੰਮ ਨੇ ਉਹ ਸਾਰੀਆਂ ਸ਼ਾਖਾ ਨੇ, ਮੇਨ ਤਨਾ ਜਿਹੜਾ ਉਹ ਗੁਰਮੁਖਤਾ ਹੈ। ਕੱਲ ਹੀ ਉੱਥੋਂ ਬਣਨੀ ਹੈ। ਹੁਣ ਵਿਚਲਾ ਟਹਿਣਾ ਜਿਹੜਾ ਵਾ ਉਹਨੂੰ ਤੁਸੀਂ ਵੱਢ ਦਿਓ ਤੇ ਟਹਿਣੀਆਂ ਜਿਹੜੀਆਂ ਹਰੀਆਂ ਰਹਿ ਜਾਣਗੀਆਂ। ਖੁਰਾਕ ਉਹਨੂੰ ਉਹਦੇ ਵਿੱਚੋਂ ਮਿਲ ਰਹੀ ਹੈ, ਤਣੇ ਦੇ ਵਿੱਚੋਂ। ਕਹਿੰਦੇ ਗੁਰਮੁਖਤਾ ਹੈ ਮੂਲ ਸਬਨ ਕੀ। ਜਦੋਂ ਤੱਕ ਉਹ ਗੁਰਮੁਖਤਾ ਸਾਡੇ ਅੰਦਰ ਹੈਗੀ ਏ, ਗੁਰੂ ਦਾ, ਕਿਸੇ ਵੀ ਗੁਰੂ ਦਾ ਹੋਵੇ ਸਹੀ, ਕਿਸੇ ਦਾ ਇਹ ਹੋਏਗਾ ਤੇ ਇਹਨੂੰ ਜੋ ਉਹਦੇ ਕੋਲ ਤਾਕਤ ਹੈ ਉਹ ਇਹਨੂੰ ਮਿਲੇਗੀ, ਜਿਸ ਤਰ੍ਹਾਂ ਦੀ ਵੀ ਹੈਗੀ ਇਹਨੂੰ ਮਿਲੇਗੀ। ਜੇ ਇਹਦਾ ਹੈ ਹੀ ਨਹੀਂ ਹੈ ਕਿਸੇ ਨਾਲ ਤੇ ਇਹ ਥੱਲਿਓਂ ਕੱਟਿਆ ਪਿਆ ਉਸ ਤਣੇ ਨਾਲੋਂ, ਤੇ ਫਿਰ ਟਹਿਣੀਆਂ ਜ਼ਿਆਦਾ ਦੇਰ ਹਰੀਆਂ ਨਹੀਂ ਰਹਿਣਗੀਆਂ। ਹੌਲੀ ਹੌਲੀ ਜਿੰਨੀ ਦੇਰ ਉਹਦੇ ਵਿੱਚ ਥੋੜਾ ਬਹੁਤਾ ਹੈਗਾ ਪ੍ਰਾਣ ਤੱਕ ਰਹੇਗਾ, ਬਾਅਦ ਸੁੱਕ ਜਾਣਗੀਆਂ। ਸਾਨੂੰ ਕਿਹਾ ਗੁਰਮੁਖਤਾ ਹੈ ਮੂਲ ਸਬਨ ਕੀ, ਔਰ ਸਾਧਨ ਸਭ ਸ਼ਾਖਾ ਜਾਨ। ਹੁਣ ਕਈ ਵਾਰੀ ਸਾਡੇ ਮਨ 'ਚ ਜਦੋਂ ਪਹਿਲਾਂ ਵੀ ਸਤਸੰਗ ਆਉਂਦੇ ਆ, ਕੋਈ ਵਚਨ ਆਉਂਦੇ ਆ, ਸਾਡੇ ਮਨ 'ਚ ਕਈ ਵਾਰੀ ਸ਼ੰਕਾ ਪੈਦਾ ਹੁੰਦੀ ਆ ਕਿ ਹੋਰ ਗੁਰਮੁਖੀ ਹੁੰਦਾ। ਅਸੀਂ ਤਾਂ ਮੰਦਿਰ ਜਾਂਦੇ ਹਾਂ, ਅਸੀਂ ਤਾਂ ਗੁਰਦੁਆਰੇ ਜਾਂਦੇ ਹਾਂ, ਅਸੀਂ ਤਾਂ ਸਤਸੰਗ ਸੁਣਦੇ ਹਾਂ, ਅਸੀਂ ਤਾਂ ਸੇਵਾ ਕਰਦੇ ਹਾਂ। ਤੇ ਬਈ ਸਾਡੇ ਵਾਸਤੇ ਤੇ ਉਹੀ ਲੋਕੀ ਉਹੀ ਕਹਿੰਦੇ ਨੇ, ਸਵੇਰੇ ਮੰਦਿਰ ਜਾ ਕੇ ਟਿੱਕਾ ਲਾਏ, ਕੋਈ ਟੱਲੀ ਜਿਹੀ ਖੜਕਾਏ ਤੇ ਲੈ ਕਹਿੰਦੇ ਭਗਤੀ ਹੋ ਗਈ। ਗੁਰਦੁਆਰੇ ਵਾਲਾ ਗੁਰਦੁਆਰੇ ਚਲਾ ਗਿਆ, ਡੇਰੇ ਵਾਲਾ ਡੇਰੇ ਆ ਗਿਆ, ਇੱਕ ਵਾਰੀ ਹੋ ਗਏ ਉਹ ਕਹਿੰਦੇ ਜੀ ਭਗਤੀ ਹੋ ਗਈ। ਲੋਕੀ ਇਹੋ ਹੀ ਕਹਿੰਦੇ ਨੇ। ਬਈ ਏਦਾਂ ਨਹੀਂ। ਉਹਨੇ ਕਿਹਾ ਸਵਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ। ਸਵਾਸ ਇੱਕ ਵੀ ਬੰਦ ਹੋਇਆ ਤੇ ਇਹਦਾ ਕੰਮ ਖਤਮ। ਇਸੇ ਤਰ੍ਹਾਂ ਹੀ ਉਹ ਜਿਹੜਾ ਨਾਮ ਹੈ, ਉਹ ਜਿਹੜਾ ਅੰਦਰ ਰਹਿਣਾ, ਹਰ ਵੇਲੇ ਗੁਰੂ ਦਾ ਡਰ ਬਣਿਆ ਰਹਿਣਾ ਕਿ ਵੀ ਕਿਹੜਾ ਕਰਮ ਕਰਨਾ। ਅਸੀਂ ਤੇ ਢੀਠਾਂ ਦੇ ਢੀਠ ਜਿਸ ਤਰ੍ਹਾਂ ਬਣ ਜੰਨੇ ਹਾਂ। ਕੋਈ ਫਰਕ ਨਹੀਂ ਕਿਸੇ ਤਰ੍ਹਾਂ ਦਾ ਵੀ, ਆਪਣਾ ਹੀ ਬਸ ਜਿਹੜੀ ਹੈ ਮਨਮੁਖਤਾ ਅੱਗੇ ਰੱਖੀਏ। ਲੱਗਦਾ ਇਹ ਆ ਕਿ ਸ਼ਾਇਦ ਆਪਣੇ ਆਪ ਨੂੰ ਧੋਖਾ ਕੀਆ, ਜਦੋਂ ਕਾਲ ਦੀ ਮਾਰ ਪਏਗੀ ਉਦੋਂ ਪਤਾ ਲੱਗਣਾ ਹੈ, ਪਰ ਉਦੋਂ ਪੇਸ਼ ਨਹੀਂ ਜਾਂਦੀ। ਫਿਰ ਉਦੋਂ ਨਹੀਂ ਕੋਈ ਇਹਦੀ ਪੇਸ਼ ਜਾਣੀ, ਉਦੋਂ ਜੋ ਮਰਜ਼ੀ ਕਰੇ, ਫਿਰ ਉਦੋਂ ਠੀਕ ਹੈ, ਕਿਉਂਕਿ ਉਹ ਜਿਹੜਾ ਤੀਰ ਕਮਾਨ ਚੋਂ ਨਿਕਲ ਗਿਆ ਹੁੰਦਾ ਹੈ ਉਹ ਨਿਕਲ ਚੁੱਕਾ ਹੈ। ਇਸੇ ਤਰ੍ਹਾਂ ਸਮਾਂ ਜਿਹੜਾ ਹੈ ਉਹ ਨਿਕਲ ਗਿਆ ਵਾ, ਉਹ ਵਾਪਸ ਨਹੀਂ ਆਉਂਦਾ। ਫਿਰ
ਉਹ 'ਚ ਜੋ ਵੀ ਫਿਰ ਕਰਮ ਬਣਦਾ ਉਹ ਫਿਰ ਭੁਗਤਣਾ ਪੈਂਦਾ ਹੈ। ਜਦੋਂ ਭੁਗਤਣਾ ਪੈਂਦਾ ਉਦੋਂ ਫਿਰ ਰੋਂਦਾ ਹੈ। ਉਦੋਂ ਫਿਰ ਕਹਿੰਦਾ ਮੇਰੀ ਗੱਲ ਨਹੀਂ ਸੁਣਦੇ, ਮੇਰੀ ਆਵਾਜ਼ ਨਹੀਂ ਪਹੁੰਚਦੀ ਗੁਰੂ ਤੱਕ, ਮੇਰੇ ਆਹ ਨਹੀਂ। ਤੇ ਬਈ ਅਸੀਂ ਕਿਹੜੀ ਗੁਰੂ ਦੀ ਗੱਲ ਸੁਣੀ ਹੈ? ਉਹਨੇ ਕਿਹਾ ਪਲਟੂ ਜਸ ਮੈਂ ਪੀਵ ਕੀ ਤੈਸੇ ਪੀਵ ਹਮਾਰ, ਜਿਸ ਜੈਸੀ ਕਰਨੀ ਕਰੀ ਤਾਸੇ ਤਸ ਵਿਵਹਾਰ। Okay, ਜਿਸ ਤਰ੍ਹਾਂ ਦੇ ਅਸੀਂ ਸਤਿਗੁਰਾਂ ਦੇ ਬਈ ਆਉਂਦੇ ਇਹ ਨਹੀਂ ਹੈ ਕਿ ਬਈ ਉਹਨਾਂ ਨੇ ਤੇ ਸਾਰੇ ਦੁਨੀਆ ਵਾਸਤੇ ਹੀ ਉਹ ਕਹਿੰਦੇ ਸਾਰੀ ਦੁਨੀਆ ਹੀ ਤਰਜੇ, ਪਰ ਸਾਰੀ ਦੁਨੀਆ ਬੜਾ ਮੰਨਦੀ ਉਹਨਾਂ ਦੀ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਰੱਬ ਦੇ ਬੰਦਿਆਂ ਦੇ ਰੱਬ ਬਹੁਤ ਹੈ, ਪਰ ਰੱਬ ਦਾ ਬੰਦਾ ਕੋਈ ਨਹੀਂ ਹੈ। ਰੱਬ ਅਸੀਂ ਬਹੁਤ ਬਣਾਏ ਨੇ ਆਪਣੇ, ਪਰ ਉਹਦਾ ਬੰਦਾ ਕੋਈ ਨਹੀਂ। ਭਟਕਦੇ ਫਿਰਦੇ ਆ। ਤੇ ਅੱਗੇ ਸਾਨੂੰ ਦੱਸ ਰਹੇ ਹੁਣ ਗੁਰਮੁਖਤਾ ਦੀ ਜਿਹੜੀ ਗੱਲ ਆਈ ਹੈ ਕਿ ਗੁਰਮੁਖਤਾ ਬਿਨ ਸੁਰਤ ਨਾ ਚੜ੍ਹਦੀ, ਗੁਰਮੁਖਤਾ ਹੈ ਮੂਲ ਸਬਨ ਕੀ। ਹੁਣ ਉਹਦੇ ਬਾਰੇ ਦੱਸਦੇ ਰਹੇ ਨੇ ਕਿ ਗੁਰਮੁਖਤਾ ਕਿਹਨੂੰ ਕਹਿੰਦੇ ਨੇ, ਕਿਸ ਤਰ੍ਹਾਂ ਦਾ ਪਿਆਰ ਹੁੰਦਾ ਹੈ। ਹਾਂਜੀ। ਮਾਤਾ ਕੋ ਜਸ ਪੁੱਤਰ ਪਿਆਰਾ। ਕਹਿੰਦੇ ਮਾਤਾ ਕੋ ਜਸ ਪੁੱਤਰ ਪਿਆਰਾ। ਗੁਰਮੁਖਤਾ ਕਿੱਦਾਂ ਦੀ ਹੈ ਬਈ? ਉਹਦੀ ਇੱਕ ਜੁੜੀ ਹੈ ਮਾਤਾ ਦੀ ਤੇ ਇੱਕ ਪੁੱਤਰ ਦੀ। ਮਾਤਾ ਕੋ ਜਸ ਪੁੱਤਰ ਪਿਆਰਾ, ਕਿ ਜਿਸ ਤਰ੍ਹਾਂ ਦਾ ਮਾਤਾ ਦਾ ਪੁੱਤਰ ਨਾਲ ਪਿਆਰ ਹੈ, ਹਰ ਵੇਲੇ ਉਹਦਾ ਧਿਆਨ ਉਹਦਾ ਲੱਗਾ ਹੈ ਉਹਦੇ ਵਿੱਚ ਕਿ ਬਈ ਅਜੇ ਨੇ ਰੋਟੀ ਨਹੀਂ ਖਾਧੀ, ਉਹਨੂੰ ਨਵਾਇਆ ਨਹੀਂ, ਇਹ ਗੰਦਾ ਹੈ, ਉਹਨੂੰ ਸੱਟ ਲੱਗੀ ਹੈ, ਉਹਨੂੰ ਦਰਦ ਹੋ ਰਹੀ ਹੈ। ਬਈ ਜਿਹੜਾ ਇਸ ਤਰ੍ਹਾਂ ਦਾ ਜਿਹੜੀ ਲਗਨ ਦੀ ਗੱਲ ਕੀਤੀ, ਜਿਹੜੀ ਸਿੱਖ ਦੀ ਗੁਰੂ ਨਾਲ ਅਸੀਂ ਲਗਨ ਲੱਗੀ ਹੈ। ਗੁਰਮੁਖਤਾ ਕਿ ਜਿਹੜਾ ਹਰ ਵੇਲੇ ਗੁਰੂ ਦਾ ਯਾਦ ਹੈ, ਭਾਵੇਂ ਜਿਸ ਤਰ੍ਹਾਂ ਕਿਹਾ ਸੀ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ, ਖਟਕਤ ਰਹੇ ਬਾਲ ਜਿਉ ਹੇਰੇ ਜਿਉ ਦਰਦੀ ਕੇ ਦਰਦ ਸਮਾਤ। ਕਹਿੰਦੇ ਖਾਂਦਿਆਂ ਪੀਂਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਗੁਰੂ ਦਾ ਧਿਆਨ ਹੈ, ਉਹ ਅਸਲ 'ਚ ਗੁਰਮੁਖ ਹੈ। ਇਹ ਨਹੀਂ ਕਿ ਸਵੇਰੇ ਉੱਠ ਕੇ ਮੱਥਾ ਟੇਕ ਆਏ ਆ ਜਾਂ ਦੋ ਬੈਠ ਕੇ ਮੰਦਰ ਮਸਜਿਦ ਦੇ ਵਿੱਚ ਥੋੜ੍ਹੀ ਦੇਰ ਆਪਾਂ ਕੋਈ ਗੁਟਕਾ ਪੜ੍ਹ ਲਿਆ, ਕਿਸੇ ਨੇ ਕੋਈ ਜਾਪ ਕਰ ਲਿਆ ਤੇ ਬਸ ਜੀ ਸਾਰੇ ਦਿਨ ਦਾ ਲਾਇਸੈਂਸ ਮਿਲ ਗਿਆ, ਹੁਣ ਤੁਸੀਂ ਚੋਰੀਆਂ ਜਾਰੀਆਂ ਕਰੋ। ਨਹੀਂ, ਹਰ ਵੇਲੇ ਦਿਮਾਗ ਦੇ ਵਿੱਚੋਂ ਖੜਕਦਾ ਰਹੇ, ਫਿਰ ਉਹ ਗੱਲ ਬਣੇਗੀ। ਤੇ ਫਰਮਾਇਆ ਕਿ ਮਾਤਾ ਕੋ ਜਸ ਪੁੱਤਰ ਪਿਆਰਾ। ਹਾਂਜੀ ਅੱਗੇ। और कामी को कामन जान। ਹਾਂਜੀ ਅੱਗੇ। मछली को जस नीर धारा। ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਦੱਸ ਕੇ ਸਾਨੂੰ ਤੇ ਸਮਝਾ ਰਹੇ ਨੇ ਕਿ ਪਹਿਲਾਂ ਫਰਮਾਇਆ ਔਰ ਕਾਮੀ ਕੋ ਕਾਮਨ ਜਾਨ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਮਾਤਾ ਨੂੰ ਪੁੱਤਰ ਨਾਲ ਪਿਆਰ ਹੈ, ਕਾਮੀ ਨੂੰ ਕਾਮਨ ਨਾਲ, ਆਪਣੀ ਪ੍ਰੇਮੀ ਨੂੰ ਪ੍ਰੇਮਕਾ ਨਾਲ ਪਿਆਰ ਹੈ। ਉਹ ਜੋ ਮਰਜ਼ੀ ਕਰਦਾ ਹੋਵੇ, ਇਕੱਲਾ ਕੰਮ ਕਰਦਾ ਆਪਣੇ ਖਿਆਲ ਦੇ ਵਿੱਚ ਗੁੰਮਿਆ ਹੈ, ਉਹਨੂੰ ਹੁੰਦਾ ਜਲਦੀ ਜਲਦੀ ਤੋਂ ਮੈਂ ਨਿਪਟਾਵਾਂ ਤੇ ਆਪਣੇ ਪ੍ਰੇਮੀ ਨੂੰ ਪ੍ਰੇਮਕਾ ਨੂੰ ਮਿਲਾਂ। ਕਹਿੰਦੇ ਕਾਮੀ ਔਰ ਕਾਮੀ ਕੋ ਕਾਮਨ ਜਾਨ। ਅੱਗੇ ਹੋਇਆ ਮਛਲੀ ਕੋ ਜਸ ਨੀਰ ਅਦਾਰਾ। ਕਹਿੰਦੇ ਜਿਸ ਤਰ੍ਹਾਂ ਮਛਲੀ ਦਾ ਪਾਣੀ ਦੇ ਨਾਲ ਪਿਆਰ ਹੈ, ਮਛਲੀ ਨੂੰ ਪਾਣੀ ਚੋਂ ਕੱਢ ਕੇ ਤੁਸੀਂ ਬਾਹਰ ਰੱਖੋ, ਉਹ ਤੜਫਦੀ ਹੈ, ਸਾਹ ਨਹੀਂ ਲੈਂਦੀ, ਸਾਹ ਨਹੀਂ ਲੈ ਸਕਦੀ, ਜਾਨ ਦੇ ਦਿੰਦੀ ਹੈ ਤੜਫ ਕੇ। ਇਸ ਤਰ੍ਹਾਂ ਦੀ ਪ੍ਰੀਤ ਹੋਵੇ ਕਿ ਜੇ ਇਹ ਉਸ ਨਾਮ ਨਾਲੋਂ ਵਿਛੜੇ, ਉਸ ਸਿਮਰਨ ਨਾਲੋਂ ਵਿਛੜੇ, ਆਪਣੇ ਗੁਰੂ ਦੇ ਬਚਨ ਤੋਂ ਥੋੜਾ ਜਿਹਾ ਵਿਛੋੜਾ ਪਵੇ, ਇਹਦੀ ਜਾਨ ਨਿਕਲੇ, ਫਿਰ ਤੇ ਕੋਈ ਪਿਆਰ ਹੈ। ਪਰ ਜੇ ਇਹਨੂੰ ਵਿਛੋੜੇ ਦਾ ਪਤਾ ਹੀ ਕੋਈ ਨਹੀਂ ਹੈ, ਇਹ ਤੇ ਚੱਲਦਾ ਵੀ ਸਾਹ ਆਉਂਦੇ ਪਏ ਨੇ, ਖਾਣ ਪੀਣ ਨੂੰ ਮਿਲਦਾ ਪਿਆ ਹੈ, ਸਭ ਕੁਛ, ਇਹਨੂੰ ਕੀ, ਇਹਨੂੰ ਤਾਂ ਵਿਛੋੜੇ ਦਾ ਨਹੀਂ ਪਤਾ ਅਜੇ ਤੱਕ। ਇਹ ਕਾਹਦਾ ਪ੍ਰੇਮੀ ਹੈ? ਜਿਨ੍ਹਾਂ ਨੇ ਉਹ ਸ਼ਬਦ ਲਿਖੇ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਅਬ ਕਬ ਮਿਲੀਏ ਤੁਧ ਭਗਵੰਤਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ। ਕਹਿੰਦਾ ਕਲਯੁਗ ਉੱਦਾਂ ਮੇਰੇ ਵਾਸਤੇ ਕੋਈ ਕਲਯੁਗ ਨਹੀਂ ਹੈਗਾ, ਮੇਰੇ ਵਾਸਤੇ ਤਾਂ ਸਤਯੁਗ ਹੀ ਹੈ, ਪਰ ਤੁਸੀਂ ਜਦੋਂ ਮੇਰੇ ਤੋਂ ਵਿਛੜਦੇ, ਤੁਸੀਂ ਮੇਰੇ ਨੂੰ ਨਹੀਂ ਮਿਲਦੇ ਇੱਕ ਘੜੀ, ਉਦੋਂ ਮੇਰੇ ਵਾਸਤੇ ਕਲਯੁਗ ਸ਼ੁਰੂ ਹੋ ਜਾਂਦਾ ਹੈ। ਪਰ ਇਹ ਕਿਹਦੀ ਰਹਿਣੀ ਹੈ? ਸਿੱਖ ਦੀ ਰਹਿਣੀ ਹੈ। ਸਾਨੂੰ ਕਾਹਦੀ, ਅਸੀਂ ਤਾਂ ਸਾਨੂੰ ਵਿਛੜ ਕੇ ਤਾਂ ਸਗੋਂ ਚੰਗਾ ਲੱਗਦਾ ਹੈ ਕਿ ਠੀਕ ਹੈ ਜੀ, ਵਧੀਆ ਮੌਜਾਂ ਮਾਰੋ। ਕਿ ਕੋਲ ਯਾਦ ਆਏਗਾ ਤੇ ਡਰ ਲੱਗਣਾ ਹੈ ਕਿ ਬਈ ਆਹ ਕੰਮ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਉੱਦਾਂ ਨਹੀਂ ਕਰਨਾ। ਤੇ ਬਈ ਜਦੋਂ ਨਾ ਹੋਏਗਾ ਤਾਂ ਉਦੋਂ ਤਾਂ ਸਾਨੂੰ ਮੌਜ ਹੁੰਦੀ ਹੈ। ਜਿੱਦਾਂ ਆਪਾਂ ਸੇਵਾ ਕਰਦੇ ਦੇਖਦੇ ਹਾਂ, ਸੇਵਾਦਾਰ ਜਦੋਂ ਗੁਰੂ ਮਹਾਰਾਜ ਜੀ ਕਿਤੇ ਸੇਵਾ ਕਰਾਉਂਦੇ ਲਾਗੇ ਬੈਠੇ ਹੋਣ, ਤੇ ਸਾਨੂੰ ਪਤਾ ਹੁੰਦਾ ਇੱਧਰ ਉੱਧਰ ਨਹੀਂ ਦੇਖਣਾ, ਆਹ ਨਹੀਂ ਕਰਨਾ, ਗੁਰੂ ਮਹਾਰਾਜ ਜੀ ਖੜੇ ਨੇ ਲਾਗੇ, ਇੱਦਾਂ ਖੜੇ ਨੇ। ਜਦੋਂ ਸਾਡੇ ਲਾਗੋਂ ਜਾਂਦੇ ਨੇ, ਫਿਰ ਅਸੀਂ ਮਾਰਦੇ ਹਾਂ ਆਪਣੀਆਂ ਪੂਰੀਆਂ ਮਨ ਦੀਆਂ, ਜੋ ਕਰਨਾ ਫਿਰ ਕਰਦੇ ਹਾਂ ਆਪਣਾ ਕੰਮ। ਫਿਰ ਸਾਨੂੰ ਹੁੰਦਾ ਕਿ ਚੱਲ ਵੀ ਹੁਣ ਤੇ ਕੌਣ ਸਾਨੂੰ ਵੇਖਦਾ ਪਿਆ, ਹੁਣ ਕੌਣ ਸਾਨੂੰ ਰੋਕਣ ਵਾਲਾ ਹੈ, ਹੁਣ ਸਾਨੂੰ ਕੌਣ ਕਹਿਣ ਵਾਲਾ ਹੈ। ਬੜੇ ਮੈਂ ਸੇਵਾਦਾਰ ਦੇਖੇ, ਬੜੇ ਮੈਂ ਬੀਬੀਆਂ ਦੇਖੀਆਂ ਸਤਿਗੁਰਾਂ ਦੀ ਸੇਵਾ ਦੇ ਵਿੱਚ ਵੀ। ਕਈ ਵਾਰੀ ਗੁਰੂ ਮਹਾਰਾਜ ਦੇ ਉਧਰੋਂ ਆਪ ਕਈ ਵਾਰੀ ਫੇਰਾ ਮਾਰਨ ਜਾਣਾ, ਤੇ ਕੋਈ ਗੱਲ ਕੁਛ ਨਹੀਂ ਇਸ ਤਰ੍ਹਾਂ। ਸੇਵਾਦਾਰਾਂ ਨੇ ਟੋਕਰੀਆਂ ਰੱਖ ਕੇ ਕਰੀ ਬੈਠੇ ਹੋਣਾ, ਜਦੋਂ ਦੇਖਣਾ ਗੁਰੂ ਮਹਾਰਾਜ ਆਉਂਦੇ ਪਏ ਨੇ, ਦਵਾ ਉੱਠ ਕੇ ਕਈਆਂ ਚੁੱਕ ਕੇ ਟੱਪੋ ਟੱਪ ਲੱਗ ਪੈਣਾ।
ਬੀਬੀਆਂ ਹੋਣੀਆਂ ਕਈ ਵਾਰੀ ਗੱਲਾਂ ਬਾਤਾਂ ਆਪਸ 'ਚ ਮਾਰਦੇ ਹੋਣਾ, ਚੁੰਨੀਆਂ ਰੱਤੀਆਂ ਹੋਣੀਆਂ ਗਲਾਂ 'ਚ ਪਈਆਂ ਨੇ, ਕੋਈ ਡਰ ਨਹੀਂ ਕਿਸੇ ਦਾ, ਕੋਈ ਕੁਛ ਨਹੀਂ। ਮਾੜਾ ਜਿਹਾ ਦੇਖਿਆ ਗੁਰਮੁਖ ਆ ਕੇ ਨੇ ਆਵਾਜ਼ ਸੁਣੀ, ਦਵਾ ਦਵ ਸਿਰ ਤੇ ਇਉਂ ਲੈ ਲੈਣੀਆਂ ਕਿ ਜਿੱਦਾਂ ਕੋਈ ਭਗਤ ਹੀ ਨਹੀਂ ਹੈਗਾ ਇਹਨਾਂ ਵਰਗਾ। ਮਤਲਬ ਕੀ ਕਿ ਇਹ ਪਖੰਡ ਨੇ ਸਾਰੇ, ਕਪਟ ਇਹ ਜਿਹੜਾ। ਤੇ ਉਹਨਾਂ ਨੇ ਕਿਹਾ ਕਿ ਕਪਟੀ ਦੀ ਭਗਤੀ ਨਹੀਂ ਉਹਨਾਂ ਨੂੰ ਮਨਜ਼ੂਰ ਹੈਗੀ। ਉੱਦਾਂ ਹੋਵੇ ਕੋਈ ਗੱਲ ਨਹੀਂ, ਕੁਛ ਮਾੜਾ ਮੋਟਾ ਕੋਈ ਉੱਦਾਂ ਹੋ ਜਾਏ ਕੋਈ ਗੱਲ ਨਹੀਂ ਹੈਗੀ। ਇਹ ਕੋਸ਼ਿਸ਼ ਕਰੇ ਇਹਦੇ ਕੋਲ ਨਾ ਹੋਵੇ ਤੇ ਸਤਿਗੁਰੂ ਮਦਦ ਕਰਦੇ ਨੇ ਇਹਦੀ। ਪਰ ਜੇ ਇਹ ਮਤਲਬ ਕਪਟ ਕਰਦਾ ਹੈ ਤੇ ਫਿਰ ਨਹੀਂ। ਹੁਣ ਪਿੱਛੇ ਵਚਨ ਸਤਿਗੁਰਾਂ ਦੇ ਆਇਆ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ, ਅਬ ਤੋਂ ਛੋੜ ਪੁਰਾਣੀ ਬਾਣ। ਕਬ ਲਗ ਕਰੋ ਕੁਟਲਤਾ ਗੁਰੂ ਸੇ, ਅਬ ਤੋਂ ਲੋ ਗੁਰੂ ਕੋ ਪਹਿਚਾਨ। ਕਹਿੰਦੇ ਕਪਟ ਬਈ ਸਤਿਗੁਰੂ ਜਾਣਦੇ ਨਹੀਂ ਹੈ? ਨਹੀਂ, ਐਸੀ ਕੋਈ ਚੀਜ਼ ਨਹੀਂ ਆ। ਮਾਰ ਉਹੀ ਖਾਂਦੇ ਨੇ ਜਦੋਂ ਸਾਡੇ ਅੰਦਰ ਹੀ ਹੁੰਦਾ ਕਿ ਨਹੀਂ ਉਹ ਕਿਹੜਾ ਪਤਾ ਹੈ ਕੁਛ, ਕਿਹੜਾ ਦੇਖਦੇ ਪਏ ਨੇ, ਕਿਹੜਾ ਕਰਦੇ। ਉਹ ਸਾਡੇ ਪਰਦੇ ਢੱਕਦੇ ਨੇ। ਅਸੀਂ ਸੋਚਦੇ ਹਾਂ ਕਿ ਸ਼ਾਇਦ ਉਹਨਾਂ ਨੂੰ ਪਤਾ ਕੁਛ ਨਹੀਂ ਹੈ। ਉਦੋਂ ਮਾਰ ਪੈਂਦੀ। ਉਹਨੇ ਕਿਹਾ ਕਿ ਮਾਤਾ ਕੋ ਜਸ ਪੁੱਤਰ ਪਿਆਰਾ, ਔਰ ਕਾਮੀ ਕੋ ਕਾਮਨ ਜਾਨ, ਮਛਲੀ ਕੋ ਜਸ ਨੀਰ ਅਧਾਰਾ। ਜਿਸ ਤਰ੍ਹਾਂ ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ, ਮਿਸਾਲਾਂ ਦੇ ਕੇ ਦੱਸ ਰਹੇ ਨੇ ਕਿ ਏਦਾਂ ਦਾ ਗੁਰਮੁਖ ਹੁੰਦਾ ਹੈ। ਮਛਲੀ ਦਾ ਦੱਸ ਰਹੇ ਕਿ ਕਿੱਦਾਂ ਦੀ ਉਹਦੀ ਗੁਰਮੁਖਤਾ ਹੈ ਪਾਣੀ ਦੇ ਨਾਲ, ਕਿੱਦਾਂ ਦਾ ਉਹ ਉਹਨੂੰ ਆਪਣਾ ਗੁਰੂ ਮੰਨਦੀ ਹੈ। ਉਹਦੇ ਤੋਂ ਵਿਛੜ ਕੇ ਉਹ ਇੱਕ ਸਾਹ ਨਹੀਂ ਲੈਂਦੀ। ਕਹਿੰਦੇ ਮਛਲੀ ਕੋ ਜਸ ਨੀਰ ਅਧਾਰਾ, ਅੱਗੇ ਚਾਤਰਕ ਕੋ ਜਸ ਸਵਾਤ ਸਮਾਨ। ਹੁਣ ਚਾਤਰਿਕ ਦੀ ਦੱਸੀ, ਉਹਦੇ ਵਾਸਤੇ ਸਵਾਂਤ ਬੂੰਦ ਹੀ, ਉਹਦੇ ਵਾਸਤੇ ਸਮੁੰਦਰ ਭਰੇ ਨੇ, ਭਾਵੇਂ ਇੱਥੇ ਨਦੀਆਂ ਵਹਿ ਰਹੀਆਂ ਨੇ, ਪਰ ਉਹਨੂੰ ਨਹੀਂ ਕਿਸੇ ਚੀਜ਼ ਦਾ ਪਾਣੀ ਮਨਜ਼ੂਰ ਹੈਗਾ। ਉਹਨੂੰ ਤੇ ਉਹ ਬੱਦਲਾਂ ਤੋਂ ਜਿਹੜਾ ਸਵਾਂਤ ਬੂੰਦ ਜਿਹੜੀ ਆਉਂਦੀ ਹੈ, ਉਹਦੇ ਵਾਸਤੇ ਹੀ ਉਹ ਜਿੰਦਾ ਰਹਿੰਦਾ ਹੈ। ਉਹਦੇ ਵਾਸਤੇ ਹਰ ਵੇਲੇ ਪੁਕਾਰ ਕਰਦਾ ਰਹਿੰਦਾ ਹੈ। ਜੇ ਉਹਨੂੰ ਉਸ ਵਿੱਚ ਨਹੀਂ ਮਿਲਦੀ ਤੇ ਉਹਨੂੰ ਨਹੀਂ ਕੋਈ ਬਾਕੀਆਂ ਨਾਲ ਭਾਗ ਆ, ਉਹ ਤੜਫ ਤੜਫ ਕੇ ਜਾਨ ਦੇ ਦਿੰਦਾ ਹੈ। ਤੇ ਜਿਹੜਾ ਕਹਿੰਦਾ ਚੱਲ ਪਾਣੀ ਚਾਹੀਦਾ, ਕੋਈ ਨਹੀਂ, ਨਦੀ ਚੋਂ ਲੈ ਲਓ, ਸਮੁੰਦਰ ਚੋਂ ਲੈ ਲਓ, ਟੋਭੇ ਚੋਂ ਲੈ ਲਓ, ਇੱਥੋਂ ਮਿਲ ਜੇ ਉੱਥੋਂ ਮਿਲ ਜੇ, ਸਾਨੂੰ ਤੇ ਪਾਣੀ ਚਾਹੀਦਾ ਹੈ, ਇਹ ਕੋਈ ਭਗਤੀ ਨਹੀਂ ਹੈਗੀ। ਮੈਂ ਕੱਲ ਵੀ ਉੱਥੇ ਆਪਣਾ ਗਏ ਸੀ ਇੱਥੇ ਸਤਸੰਗ, ਉਦੋਂ ਦੱਸ ਰਿਹਾ ਸੀ ਇਹੋ ਹੀ ਗੱਲ ਨਹੀਂ। ਸਤਿਗੁਰਾਂ ਨੇ ਪਿੱਛੇ ਸਤਸੰਗ ਇੱਕ ਆਇਆ ਸੀ, ਸਤਿਗੁਰੂ ਸ਼ਰਨ ਗਹੋ ਮੇਰੇ ਪਿਆਰੇ, ਕਰਮ ਜੁਗਾਦ ਚੁਕਾਏ। ਉਹਦੇ ਵਿੱਚ ਉਹਨਾਂ ਨੇ ਦੱਸਿਆ, ਉਹਨਾਂ ਇੱਕ ਵਚਨ ਆਇਆ ਗੁਰੂ ਮਹਾਰਾਜ ਦਾ, ਕਹਿੰਦੇ ਜਨਾਨੀ ਖਸਮ ਵੱਲ ਵਹਿੰਦੀ ਨਹੀਂ, ਲੋਕਾਂ ਦੀ ਸੇਵਾ ਕਰਦੀ ਹੈ, ਖਸਮ ਵੱਲ ਵਹਿੰਦੀ ਨਹੀਂ ਆ, ਤੇ ਕਹਿੰਦੇ ਇਹ ਬਈ ਇਹ ਕੋਈ ਸੁਹਾਗਵੰਤੀ ਨਹੀਂ ਹੈ। ਬਾਕੀ ਅਸੀਂ ਸਾਰੇ ਕੰਮ ਕਰੀਏ, ਜਿਹੜਾ ਕੰਮ ਕਰਨ ਵਾਲਾ ਉਹ ਨਾ ਕਰੀਏ। ਤੇ ਬਈ ਉਹਨਾਂ ਨੇ ਅੱਗੇ ਉਸੇ ਸਤਸੰਗ ਦੀ ਫਰਮਾਇਆ ਕਿ ਰੰਡੀਆਂ ਕੋਲ ਬਹਿ ਕੇ ਰੰਡੇਪਾ ਨਾ ਬੰਨੀ ਜਾਓ, ਬਈ ਸੁਹਾਗਣਾ ਕੋਲ ਬੈਠੋ। ਰੰਡੀਆਂ ਕੌਣ ਨੇ, ਸੁਹਾਗਣਾ ਕੌਣ ਨੇ? ਸੁਹਾਗਣ ਉਹ ਕਿ ਜਿਹਦੇ ਉੱਤੇ ਸੁਹਾਗ ਹੈ, ਜਿਹੜਾ ਆਪਣੇ ਸੁਹਾਗ ਉਹ ਵੀ ਉਹਦੇ ਬਚਨਾਂ ਦੇ ਵਿੱਚ ਚੱਲ ਰਿਹਾ, ਜਿਹੜਾ ਜਿਹਨੂੰ ਆਪਣੇ ਸੁਹਾਗ ਦੀ ਖੁਸ਼ੀ ਪ੍ਰਾਪਤ ਹੈ। ਰੰਡੀਆਂ ਕੌਣ ਨੇ? ਕਿ ਜਿਨ੍ਹਾਂ ਨੂੰ ਆਪਣੇ ਸਤਿਗੁਰਾਂ ਦੇ ਬਚਨਾਂ ਤੋਂ ਮੁੱਖ ਮੋੜਿਆ ਪਿਆ ਹੈ, ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਨਹੀਂ ਹੈਗਾ, ਬਸ ਜਿੱਧਰ ਨੂੰ ਮੂੰਹ ਚੁੱਕਿਆ ਕਦੀ ਇੱਧਰ ਚੱਲ ਪਏ ਕਦੀ। ਸੁਹਾਗਵੰਤੀ ਨੂੰ ਡਰ ਹੁੰਦਾ ਹੈ, ਡਰ ਹੁੰਦਾ ਕਿ ਮੇਰਾ ਸੁਹਾਗ ਹੈ ਸਿਰ ਤੇ, ਬਈ ਮਾੜਾ ਜਿਹਾ ਕੋਈ ਗੱਲ ਹੋਈ ਤੇ ਮੇਰੇ ਕੰਨ ਖਿੱਚੂਗਾ। ਉਹਨੂੰ ਡਰ ਹੁੰਦਾ ਕਿ ਗੁਰਮੁਖ ਨੇ ਫਰਮਾਇਆ ਕਿ ਪਹੁੰਚੇ ਚੁੱਕ ਚੁੱਕ ਕੇ ਸੁਹਾਗਣਾ ਤੁਰਦੀਆਂ, ਕੋਈ ਦਾਗ ਨਾ ਲੱਗ ਜੇ। ਪਰ ਬਈ ਉਹਦੇ ਚ ਜਿਹੜੀ ਉਹਨੂੰ ਬੰਦਿਸ਼ ਆ ਉਹੀ ਉਹਦਾ ਪਿਆਰ ਹੈ, ਹਰ ਵੇਲੇ ਉਹਦੀ ਯਾਦ ਨਾਲ ਜੁੜੀ ਹੈ। ਕਿਤੇ ਭਾਵੇਂ ਪੇਕੇ ਜਾਵੇ, ਸਹੁਰੇ ਰਵੇ, ਕਿਤੇ ਵੀ ਰਵੇ, ਬਾਜ਼ਾਰ ਜਾਵੇ, ਹਰ ਵੇਲੇ ਐਂ ਧਿਆਨ ਰੱਖਦੀ ਹੈ ਕਿ ਕਿਸੇ ਨਾਲ ਕੋਈ ਮੈਲ ਨਾ ਲੱਗ ਜੇ ਮੈਨੂੰ ਕੋਈ। ਤੇ ਜਿਹਨੂੰ ਹੈ ਹੀ ਨਹੀਂ, ਜਿਹਨੂੰ ਪਤਾ ਮੇਰਾ ਖਸਮ ਹੈ ਹੀ ਨਹੀਂ ਆ, ਉਹਨੂੰ ਕੀ ਹੈ, ਜਿੱਥੇ ਮਰਜ਼ੀ ਮੋਢੇ ਮਾਰਦੀ ਫਿਰੇ, ਜਿੱਥੇ ਮਰਜ਼ੀ ਦੇਖੇ, ਜਿੱਧਰ ਮਰਜ਼ੀ ਕਰੇ, ਕੋਈ ਗੱਲ ਨਹੀਂ, ਉਹਨੂੰ ਤਾਂ ਸਗੋਂ ਖੁਸ਼ੀ ਇਹ ਚੀਜ਼ ਹੈ। ਪਰ ਬਈ ਸੁਹਾਗਵੰਤੀ ਜਿਹੜੇ ਆ ਉਹ ਜਿਸ ਜਾਇਦਾਦ ਦੇ ਮਾਲਕ ਹੁੰਦੀਆਂ, ਉਹ ਦੂਜੀਆਂ ਨਹੀਂ ਹੁੰਦੀਆਂ। ਤੇ ਉਹਨਾਂ ਨੇ ਫਰਮਾਇਆ ਕਿ ਬਈ ਮਛਲੀ ਕੋ ਜਸ ਨੀਰ ਅਧਾਰਾ, ਚਾਤਰਿਕ ਕੋ ਜਸ ਸਾਂਤ ਸਵਾਨ। ਚਾਤਰਿਕ ਨੂੰ ਸਿਰਫ ਆਪਣੀ ਸਵਾਂਤ ਬੂੰਦ ਨਾਲ ਪਿਆਰ ਹੈ, ਉਹਦੇ ਵਾਸਤੇ ਨਹੀਂ ਦੁਨੀਆ ਦੇ ਸਮੁੰਦਰ ਨਦੀਆਂ ਦਾ ਉਹਨੂੰ ਕੋਈ ਭਾਅ ਨਹੀਂ। ਉਹ ਮਿਲੇ ਉਹਨੂੰ ਸਮੁੰਦਰ ਸਵਾਂਤੀ ਬੂੰਦ, ਤੇ ਫਿਰ ਉਹ ਸਾਹ ਲੈਂਦਾ, ਨਹੀਂ ਤੇ ਉਹ ਤੜਫ ਤੜਫ ਕੇ ਜਾਨ ਦਿੰਦਾ, ਹੋਰ ਨਹੀਂ ਉਹ ਕਰਦਾ। ਹਾਂਜੀ ਅੱਗੇ। ਐਸਾ ਗੁਰ ਪਿਆਰਾ ਜਬ ਹੋਗਾ, ਤਬ ਕੁਛ ਆਗੇ ਪੰਥ ਚਲਾਨ। ਹੁਣ ਦੇਖੋ ਕੀ ਫਰਮਾ ਰਹੇ ਨੇ, ਕਿੱਡਾ ਪਿਆਰ। ਕਹਿੰਦੇ ਐਸਾ ਗੁਰੂ
ਗੁਰ ਪਿਆਰਾ ਜਬ ਹੋਗਾ। ਕਹਿੰਦਾ ਜਦੋਂ ਇਸ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਮਛਲੀ ਨਾਲ ਪਾਣੀ ਨਾਲ ਪਿਆਰ ਆ, ਜਿਸ ਤਰ੍ਹਾਂ ਦਾ ਚਾਤਰਿਕ ਦਾ ਸਵਾਂਤ ਬੂੰਦ ਨਾਲ ਹੈਗਾ, ਜਿਸ ਤਰ੍ਹਾਂ ਦਾ ਮਾਤਾ ਦਾ ਪੁੱਤਰ ਨਾਲ ਪਿਆਰ ਹੈ, ਜਿਸ ਤਰ੍ਹਾਂ ਦਾ ਕਾਮੀ ਦਾ ਕਾਮਨ ਨਾਲ ਪਿਆਰ ਹੈ, ਕਹਿੰਦੇ ਜਦੋਂ ਤੱਕ ਐਸਾ ਗੁਰ ਪਿਆਰਾ ਜਬ ਹੋਗਾ, ਜਦੋਂ ਤੱਕ ਇੰਨਾ ਪਿਆਰ ਸਾਡਾ ਗੁਰੂ ਨਾਲ ਹੋ ਜਾਏਗਾ, ਫਿਰ ਉਹਨਾਂ ਨੇ ਕੀ ਕਿਹਾ, ਤਬ ਆਗੇ ਕੁਛ ਆਗੇ ਪੰਥ ਚਲਾਉਣ। ਤਦ ਇਹ ਨਹੀਂ ਕਿਹਾ ਕਿ ਪੂਰੇ ਦਾ ਪੂਰਾ ਰਸਤਾ ਖੁੱਲ ਜਾਏਗਾ, ਫਿਰ ਵੀ ਕਿਹਾ ਤਬ ਕੁਛ ਆਗੇ ਪੰਥ ਚਲਾਉਣ, ਫਿਰ ਥੋੜਾ ਬਹੁਤਾ ਤੁਹਾਡਾ ਰਸਤਾ ਖੁੱਲੇਗਾ, ਫਿਰ ਥੋੜੀ ਜਿਹੀ ਭਗਤੀ ਸ਼ੁਰੂ ਹੋਏਗੀ ਅਜੇ, ਕਿਉਂਕਿ ਅਜੇ ਤੇ ਪਿਆਰ ਹੋਇਆ ਹੈ ਨਾ, ਅੱਗੇ ਮਿਹਨਤਾਂ ਕਰਨੀ ਹੈ ਸਾਰੀ। ਹੁਣ ਜਦੋਂ ਅਸੀਂ ਕਿਸੇ ਚੀਜ਼ ਦੀ ਸ਼ੋਭਾ ਸੁਣਿਆ ਵੀ ਫਲਾਣੀ ਚੀਜ਼ ਬਹੁਤ ਵਧੀਆ ਵੀ, ਫਲਾਣੀ ਜਗ੍ਹਾ ਕੋਈ ਗੁਰਦੁਆਰਾ ਬਣਿਆ ਬਹੁਤ ਵਧੀਆ, ਫਲਾਣੀ ਜਗ੍ਹਾ ਕੋਈ ਬਿਲਡਿੰਗ ਬਣੀ ਬਹੁਤ ਸੋਹਣੀ, ਸੁਣ ਕੇ ਪਿਆਰ ਆ ਗਿਆ ਸਾਡੇ ਅੰਦਰ ਚਾਹ ਪੈਦਾ ਹੋ ਗਈ ਹੈ, ਸਫ਼ਰ ਤੇ ਕਰਨਾ ਅਜੇ ਬਾਕੀ ਹੈ। ਤੇ ਕਹਿੰਦੇ ਕਿ ਜਦੋਂ ਇੰਨਾ ਪਿਆਰ ਬਣੇਗਾ ਤੇ ਫਿਰ ਅੱਗੇ ਕਹਿੰਦੇ ਤਬ ਆਗੇ ਕੁਛ ਪੰਥ ਚਲਾਨ, ਫਿਰ ਅੱਗੇ ਕੋਈ ਰਸਤਾ ਖੁੱਲੇਗਾ। ਅਸੀਂ ਛੋਟੇ ਨੂੰ ਪੜ੍ਹਦੇ ਰਹੇ ਕਿ ਦਸਮ ਪਾਤਸ਼ਾਹ ਨੇ ਜੀ ਖਾਲਸਾ ਪੰਥ ਦੀ ਸਿਰਜਣਾ ਕੀਤੀ। ਅਸੀਂ ਸਿਰਫ ਉਹਨਾਂ ਕੁ ਕੰਮ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਖਾਲਸੇ ਹੋ ਗਏ। ਅਸੀਂ ਬਾਣੀ ਕਦੀ ਪੜ੍ਹੀ ਕਿ ਖਾਲਸੇ ਦੀ ਕੀ ਪਹਿਚਾਣ ਦੱਸੀ ਉਹਨਾਂ ਨੇ? ਪਹਿਚਾਣ ਸੁਣ ਕੇ ਲੱਤਾਂ ਕੰਬਣ ਲੱਗ ਪੈਂਦੀਆਂ ਨੇ ਕਿ ਖਾਲਸਾ ਕਿਹਾ ਕਿਹਨੂੰ ਉਹਨਾਂ ਨੇ। ਖਾਲਸਾ ਪੰਥ, ਪੰਥ ਕਹਿੰਦੇ ਰਸਤੇ ਨੂੰ, ਖਾਲਸਾ ਪੰਥ ਕੀ ਇੱਕ ਖਾਲਸ ਰਸਤਾ ਉਹਨਾਂ ਨੇ ਇੱਕ ਦਿੱਤਾ ਸਾਨੂੰ, ਚੱਲਣਾ ਤੇ ਅਸੀਂ ਹੈ ਨਾ ਉਸ ਚੀਜ਼ ਤੇ। ਖਾਲਸਾ ਪੰਥ ਦੀ ਰਸਤਾ ਉਹਨਾਂ ਨੇ ਸਿਰਜ ਦਿੱਤਾ ਹੈ ਕਿ ਆਹ ਰਸਤਾ ਹੈਗਾ ਜੀ ਬਈ ਇੱਦਾਂ ਆਓ ਤੇ ਫਿਰ ਤੁਸੀਂ ਖਾਲਸੇ ਬਣੋਗੇ। ਅਸੀਂ ਥੋੜਾ ਜਿਹਾ ਕੋਈ ਆਪਣਾ ਕੋਈ ਲਗਾ ਕੇ ਤੇ ਅਸੀਂ ਕਹਿ ਦਿੰਦੇ ਅਸੀਂ ਖਾਲਸੇ ਹੋ ਗਏ, ਅਸੀਂ ਖਾਲਸੇ ਹੋ ਗਏ, ਨਹੀਂ ਵੀ ਇਦਾਂ ਨਹੀਂ। ਇਸੇ ਤਰ੍ਹਾਂ ਗੁਰਮਾ ਜੀ ਵੀ ਸਤਸੰਗ ਵਿੱਚ ਫਰਮਾਇਆ ਸੀ ਕਿ ਰਾਧਾ ਸਵਾਮੀ ਨਾਮ ਦੇ ਲੈਣਾ ਤੁਸੀਂ ਰਾਧਾ ਸਵਾਮੀ ਨਹੀਂ ਹੋ ਗਏ, ਜੋ ਉਸ ਸ਼ਬਦ ਦਾ ਭੇਦ ਹੈ ਉਹਨੂੰ ਪ੍ਰਾਪਤ ਕਰੋਗੇ ਫਿਰ ਪਤਾ ਲੱਗੇਗਾ, ਪਤਾ ਤਾਂ ਸਾਨੂੰ ਅਜੇ ਕੁਝ ਵੀ ਨਹੀਂ ਹੈਗਾ। ਤੇ ਉਹਨਾਂ ਨੇ ਕਿਹਾ ਕਿ ਐਸਾ ਗੁਰ ਪਿਆਰਾ ਜਬ ਹੋਗਾ ਤਬ ਕੁਛ ਆਗੇ ਪੰਥ ਚਲਾ। ਹਾਂਜੀ, ਕਹਿਣਾ ਥਾ ਸੋ ਸਭ ਕਹਿ ਦੀਨਾ, ਅਬ ਤੂੰ ਚਾਹੇ ਮਾਨ ਨਾ ਮਾਨ। ਕਿਉਂਕਿ ਜਦੋਂ ਤੋਂ ਵੀ ਉਹ ਆਏ ਨੇ, ਇਹ ਨਹੀਂ ਕਿ ਉਹਨਾਂ ਨੇ ਕਿਹਾ ਕਿ ਏਕਾ ਅਮਰ ਏਕਾ ਪਾਤਸ਼ਾਹੀ ਪ੍ਰਭ ਜੁਗ ਜੁਗ ਸਰਕਾਰ ਬਣਾਈ। ਕੋਈ ਹੁਣ ਨਹੀਂ, ਕੋਈ ਕਲਯੁਗ ਦੇ ਵਿੱਚ ਹੀ, ਚਾਹੇ ਤ੍ਰੇਤਾ ਚ ਸਤਯੁਗ, ਹਰ ਸਮੇਂ ਤੇ ਉਹ ਜੋ ਹਰ ਯੁੱਗ ਚ ਹੀ ਉਹ ਸਰਕਾਰ ਆਈ ਹੈ। ਤੇ ਇਹ ਨਹੀਂ ਕਿ ਹੁਣ ਹੀ ਕਹਿੰਦੇ ਪਏ ਨੇ, ਆਪਣੇ ਆਪਣੇ ਟਾਈਮ ਤੇ ਬਾਣੀ ਉਹਨਾਂ ਨੇ ਰਚੀ, ਚਾਹੇ ਦਸਮ ਪਾਤਸ਼ਾਹ ਨੇ, ਚਾਹੇ ਪੰਜਮ ਪਾਤਸ਼ਾਹ ਨੇ, ਚਾਹੇ ਚੌਥੇ ਪਾਤਸ਼ਾਹ ਨੇ, ਤੀਸਰੇ ਨੇ, ਪਰ ਜਦੋਂ ਜਦੋਂ ਵੀ ਉਹ ਆਏ ਉਹਨਾਂ ਦੀ ਡਿਊਟੀ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਨੇ ਠੀਕ ਹੈ, ਜਿਹੜੇ ਮੰਨੇ ਮੰਨ ਗਏ, ਜਿਹੜੇ ਨਹੀਂ ਮੰਨੇ ਉਹ ਕਹਿੰਦੇ ਠੀਕ ਹੈ। ਸਾਰੀ ਦੁਨੀਆ ਨੂੰ ਮਨਾਉਣ ਤਾਂ ਨਹੀਂ ਆਉਂਦੇ, ਆਪਣੇ ਪਿਆਰੇ ਸਿੱਖਾਂ ਵਾਸਤੇ ਆਉਂਦੇ, ਜਿਹੜੇ ਨਿਕਲਣ ਦੀ ਚਾਹ ਜਿੱਦਾਂ ਦੇ ਅੰਦਰ ਉਹਨੂੰ ਕੱਢ ਕੇ ਲੈ ਜਾਂਦੇ ਨੇ, ਜਿਨ੍ਹਾਂ ਦੀ ਨਹੀਂ ਹੈ ਉਹਨਾਂ ਨੂੰ ਠੀਕ ਹੈ। ਤੇ ਫਰਮਾਇਆ ਕਿ ਕਹਿਣਾ ਥਾ ਸੋ ਸਭ ਕਹਿ ਦੇਣਾ, ਕਹਿੰਦੇ ਮੈਂ ਕੋਈ ਓਲਾ ਨਹੀਂ ਰੱਖਿਆ, ਖੋਲ ਖੋਲ ਕੇ ਉਹਨਾਂ ਨੇ ਸਭ ਕੁਝ ਦੱਸ ਦਿੱਤਾ ਹੈ। ਪਿਛਲੇ ਸਾਸਨ ਦੇ ਵਿੱਚ ਵੀ ਪਿਛਲੇ ਯੁੱਗਾਂ ਦੀ ਜਿਹੜੀ ਭਗਤੀ ਉਹਦੇ ਬਾਰੇ ਸਾਰਾ ਦੱਸਿਆ ਸੀ, ਤੇ ਹੁਣ ਵੀ ਕਹਿ ਰਹੇ ਨੇ ਕਹਿਣਾ ਥਾ ਸੋ ਸਭ ਕਹਿ ਦੇਣਾ ਅਬ ਤੂੰ ਚਾਹੇ ਮਾਨ ਨਾ ਮਾਨ। ਕਹਿੰਦੇ ਮੈਂ ਜੋ ਕਹਿਣਾ ਸੀ ਮੈਂ ਕਹਿ ਦਿੱਤਾ ਹੈ, ਜੋ ਮੇਰੀ ਡਿਊਟੀ ਹੈ, ਹੁਣ ਤੂੰ ਮੰਨ ਨਾ ਮੰਨ ਉਹ ਤੇਰੀ ਮਰਜ਼ੀ ਹੈ। ਹਾਂਜੀ, ਅੱਗੇ ये आरत गुरमुख की गाई, गुरमुख होए सो करे परमान। ਹੁਣ ਕਹਿੰਦੇ ਕਿ ਜੋ ਪਿੱਛੇ ਮੈਂ ਦੱਸਿਆ ਹੈ, ਜਿਸ ਤਰ੍ਹਾਂ ਕਿ ਮਾਤਾ ਦਾ ਪਿਆਰ, ਕਾਮੀ ਦਾ ਪਿਆਰ, ਮਛਲੀ ਦਾ ਪਿਆਰ, ਚਾਤਰਿਕ ਦਾ ਪਿਆਰ, ਕਹਿੰਦੇ ਇਹ ਕਿਹਦੀ ਗੱਤ ਹੈ? ਕਹਿੰਦੇ ਇਹ ਆਮ ਇਨਸਾਨਾਂ ਦੀ ਨਹੀਂ ਹੈ, ਇਹ ਮਨਮੁਖਾਂ ਦੀ ਨਹੀਂ ਹੈ। ਕਹਿੰਦੇ ਇਹ ਆਰਤ ਗੁਰਮੁਖੀ ਗਾਈ, ਕਹਿੰਦੇ ਇਹ ਆਰਤ ਜਿਹੜੀ ਮੈਂ ਜੋ ਮੈਂ ਪਿੱਛੇ ਦੱਸਿਆ ਗੁਰਮੁਖ ਦੇ ਲੱਛਣ ਨੇ। ਗੁਰਮੁਖ ਜਿਹੜਾ ਆ ਉਹ ਆਪਣੇ ਗੁਰੂ ਤੋਂ ਜਿਹੜਾ ਸਭ ਕੁਝ ਵਾਰਦਾ ਹੈ, ਮਨਮੁਖ ਥੋੜਾ ਵਾਰਦਾ। ਮਨਮੁਖ ਤੇ ਨਿੱਕੀ ਨਿੱਕੀ ਚੀਜ਼ਾਂ ਨਹੀਂ ਲੜ ਪੈਂਦਾ। ਜਿਨ੍ਹਾਂ ਨੇ ਬਾਰਿਸ਼ ਨਹੀਂ ਹੋਈ ਧੱਕੇ ਮਾਰ ਕੇ ਪਿੰਡ ਚੋਂ ਵੱਢ ਕਰ ਦਿੱਤਾ, ਉਹਨਾਂ ਨੂੰ ਅਸੀਂ ਗੁਰਮੁਖ ਕਹਾਂਗੇ? ਨਹੀਂ, ਕਹਿੰਦੇ ਕਿ ਇਹ ਆਰਤ ਇਹ ਆਰਤ ਗੁਰਮੁਖੀ ਗਾਈ, ਗੁਰਮੁਖ ਹੋਏ ਸੋ ਕਰੇ ਪ੍ਰਮਾਣ। ਕਹਿੰਦੇ ਇਹ ਆਰਤ ਜੋ ਮੈਂ ਪਿੱਛੇ ਦੱਸਿਆ ਹੈ ਇਹ ਗੁਰਮੁਖ ਦੀ ਰਹਿਣੀ ਤੇ ਦੱਸਿਆ, ਤੇ ਇਹਨੂੰ ਮੰਨੇਗਾ ਗੁਰਮੁਖ ਹੀ ਮੰਨੇਗਾ। ਕੋਈ ਗੁਰਮੁਖ ਹੀ ਇਹ ਤੇ ਪੂਰਾ ਉਤਰੇਗਾ, ਹੋਰ ਨਹੀਂ, ਦੂਜਿਆਂ ਵਾਸਤੇ ਨਹੀਂ ਹੈ। ਜਿਹੜਾ ਗੁਰਮੁਖ ਹੋਏਗਾ, ਜਿਹਨੂੰ ਉਹ ਖੋਜ ਹੋਏਗੀ, ਉਹ ਤੇ ਬਈ ਉਹ ਕੰਮ ਕਰੇਗਾ, ਛੱਡ ਦੇਗਾ ਆਪਣੀਆਂ ਸਾਰੀਆਂ ਚੀਜ਼ਾਂ ਨੂੰ। ਜਿਹੜਾ ਨਹੀਂ ਹੈ ਉਹਨੂੰ ਕਿ ਉਹਨੂੰ ਤਾਂ ਜੋ ਚਾਹੀਦਾ ਉਹਨੂੰ ਮਿਲਦਾ ਪਿਆ। ਹਾਂਜੀ, ਅੱਗੇ राधा स्वामी भगत बताई, गुर की भगत करो ये जान। ਹੁਣ ਕਹਿੰਦੇ ਕਿ ਰਾਧਾ ਸਵਾਮੀ ਭਗਤੀ ਬਤਾਈ,
ਗੁਰ ਕੀ ਭਗਤ ਕਰੋ ਜੇ ਜਾਨ। ਕਹਿੰਦੇ ਸਤਿਗੁਰਾਂ ਨੇ ਭਗਤੀ ਦਾ ਭੇਦ ਦੱਸ ਦਿੱਤਾ ਹੈ, ਕਿਉਂਕਿ ਉਹਨਾਂ ਨੇ ਫਰਮਾਇਆ ਭਗਤੀ का भेद नहीं जाना, गुरु को सतपुरुष नहीं माना, यही घाटा है सबके मक्त में, गुर भक्ति नहीं उनके मन। ਕਹਿੰਦੇ ਕਿ ਉਹ ਜਿਹੜੀ ਚੀਜ਼ ਸੀ ਭਗਤ ਰਾਧਾ ਸੁਆਮੀ ਭਗਤ ਬਤਾਈ ਕਿ ਰਾਧਾ ਹੁਣ, ਕਿਉਂਕਿ ਸਤਿਗੁਰਾਂ ਨੇ ਫਰਮਾਇਆ ਜਿਸ ਤਰ੍ਹਾਂ ਕਿ ਵੀ ਉਹ ਉੱਥੇ ਕੋਈ ਇੱਥੇ ਧਰਮ ਨਵਾਂ ਨਹੀਂ ਬਣਾਉਣ ਆਏ, ਜਿੰਨੇ ਸਾਰੇ ਨੇ ਸਾਰਿਆਂ ਦੇ ਵਿੱਚ ਹੀ ਸਤਿਗੁਰ ਆਏ ਵਾਏ ਵੀ ਸਾਰੇ ਹੀ ਉਹਨਾਂ ਨੇ ਵਧੀਆ ਸਭ ਕੁਝ ਬਣਾਏ। ਉਹ ਕੋਈ ਵੀ ਸਤਿਗੁਰ ਇੱਥੇ ਕੋਈ ਆਪਣਾ ਧਰਮ ਬਣਾਉਣ ਆਉਂਦੇ ਹੀ ਨਹੀਂ ਹੈ, ਉਹ ਤਾਂ ਸਾਨੂੰ ਕੱਢਣ ਵਾਸਤੇ ਆਏ ਨੇ ਤੇ ਫਸਾਉਣ ਵਾਸਤੇ ਥੋੜ੍ਹਾ ਆਏ ਨੇ ਕਿ ਕੋਈ ਬਣਾ ਕੇ ਤੇ ਸਾਨੂੰ ਵਸਾ ਦਿੱਤਾ ਕਿ ਤੂੰ ਹੁਣ ਆਹ ਬਣ ਗਿਆ, ਤੂੰ ਹੁਣ ਉਹ ਬਣ ਗਿਆ। ਉਹ ਤਾਂ ਜੜ੍ਹਾਂ ਵੱਢਣ ਆਉਂਦੇ ਨੇ ਸਾਡੀਆਂ। ਤੇ ਉਹਨੇ ਫਰਮਾਇਆ ਕਿ ਰਾਧਾ ਸੁਆਮੀ ਭਗਤ ਬਤਾਈ, ਗੁਰ ਕੀ ਭਗਤੀ ਕਰੋ ਜੇ ਜਾਨ। ਕਹਿੰਦੇ ਗੁਰੂ ਦੀ ਭਗਤੀ ਇਹਨੂੰ ਪਹਿਲਾਂ ਸਮਝ ਲਓ ਕਿ ਭਗਤੀ ਕਹਿੰਦੇ ਕਿਹਨੂੰ ਆ, ਤੇ ਫਿਰ ਭਗਤੀ ਸ਼ੁਰੂ ਹੋਏਗੀ ਤੁਹਾਡੀ। ਜਦੋਂ ਤੱਕ ਭਗਤੀ ਦਾ ਪਤਾ ਹੀ ਨਹੀਂ ਆ ਉਦੋਂ ਤੱਕ ਅਸੀਂ ਕਿੱਦਾਂ ਕਹਿ ਸਕਦੇ ਹਾਂ ਅਸੀਂ ਭਗਤੀ ਕਰਦੇ ਪਏ। ਪਹਿਲਾਂ ਪਤਾ ਚੱਲ ਜੇ ਕਿ ਭਗਤੀ ਕਹਿੰਦੇ ਕਿਹਨੂੰ ਆ। ਜਿਸ ਤਰ੍ਹਾਂ ਸਤਿਗੁਰਾਂ ਦੇ ਬਚਨ ਆਏ ਸੀ, ਪ੍ਰੇਮੀ ਸੁਣੋ ਪ੍ਰੇਮ ਕੀ ਬਾਤ। ਉਹਨੇ ਕਿਹਾ ਕਿ ਪ੍ਰੇਮੀ ਸੁਣੋ, ਪਹਿਲਾਂ ਪ੍ਰੇਮ ਕਹਿੰਦੇ ਕਿਹਨੂੰ ਆ, ਫਿਰ ਪ੍ਰੇਮ ਕਰਿਓ। ਇੱਥੇ ਗੁਰੂ ਮਹਾਰਾਜ ਨੇ ਇੱਕ ਸਤਸੰਗ 'ਚ ਦੱਸਿਆ ਸੀ ਕਿ ਇੱਥੇ ਹਰ ਇੱਕ ਮਿਸਾਲ ਮਿਲਦੀ ਹੈ। ਪਤਨੀ ਪਤੀ ਨੂੰ ਛੱਡ ਦਿੰਦੀ ਹੈ, ਪਤੀ ਪਤਨੀ ਨੂੰ ਛੱਡ ਦਿੰਦਾ, ਮਾਤਾ ਪੁੱਤਰ ਨੂੰ ਛੱਡ ਦਿੰਦੀ ਹੈ, ਪੁੱਤਰ ਮਾਤਾ ਨੂੰ ਛੱਡ ਦਿੰਦਾ ਆ, ਪੁੱਤਰ ਪਿਓ ਦੇ ਹੱਥੀ ਪੈ ਜਾਂਦਾ ਵਾ, ਪੁੱਤਰ ਜਿਹੜਾ ਵਾ ਪਿਓ ਜਿਹੜਾ ਪੁੱਤਰ ਨੂੰ ਮਾਰ ਦਿੰਦਾ ਵਾ। ਸਭ ਕੁਛ ਇੱਥੇ ਬਣਦਾ ਹੈ। ਕੀ ਨਹੀਂ ਇੱਥੇ ਹੋ ਰਿਹਾ? ਕੋਈ ਹਰ ਇੱਕ ਚੀਜ਼ ਦੀ ਇੱਥੇ ਮਿਸਾਲ ਮਿਲ ਰਹੀ ਹੈ। ਪਰ ਬਈ ਜਿਹੜੀ ਭਗਤੀ ਦੀ ਜਿਹੜੀ ਜਿਹੜੀ ਚੀਜ਼ ਹੈ ਉਹ ਇੱਕ ਨਿਰਾਲੀ ਹੈ, ਇੱਕ ਵੱਖਰੀ ਹੈ। ਇਸ ਕਰਕੇ ਉਹਨੂੰ ਮੈਂ ਕਿ ਜੋ ਜਿਹੜੀ ਰਾਧਾ ਸੁਆਮੀ ਭਗਤ ਬਤਾਈ, ਗੁਰੂ ਕੀ ਭਗਤ ਕਰੋ ਜੇ ਜਾਨ। ਹੁਣ ਅਸੀਂ ਕਹਿ ਤੇ ਦਿੰਦੇ ਹਾਂ, ਬੜੇ ਬਚਨ ਆਉਂਦੇ ਨੇ ਵਿੱਚ ਕਿ ਪਿਆਰ ਪਿਆਰ ਪਿਆਰ। ਅੱਜ ਕੱਲ੍ਹ ਛੋਟੇ ਛੋਟੇ ਛੋਕਰੀਆਂ ਉੱਠਦੇ ਨੇ, ਅਜੇ ਪਤਾ ਨਹੀਂ ਹੁੰਦਾ ਪਿਆਰ ਦਾ। ਕੋਈ ਕਹਿੰਦੇ ਮੈਨੂੰ ਜੀ ਫਲਾਣੇ ਨਾਲ ਪਿਆਰ ਹੋ ਗਿਆ। ਪਹਿਲਾਂ ਜਾਣ ਤੇ ਲੈ ਪਿਆਰ ਹੁੰਦਾ ਕੀ ਹੈ, ਪਿਆਰ ਕਾਹਦਾ ਹੋ ਗਿਆ। ਜਿਨ੍ਹਾਂ ਨੂੰ ਅੱਜ ਪਿਆਰ ਹੁੰਦਾ ਕੱਲ੍ਹ ਜੁੱਤੀ ਹੋ ਰਹੇ ਹੁੰਦੇ ਨੇ। ਅੱਜ ਲੋਕਾਂ ਨਾਲ ਲੜ ਕੇ ਸਾਰਿਆਂ ਦੇ ਨਾਲ ਤੇ ਘਰਦਿਆਂ ਨਾਲ ਜਿਨ੍ਹਾਂ ਨੇ ਪਾਲਿਆ ਪੋਸਿਆ ਉਹਨਾਂ ਤੋਂ ਉਲਟ ਜਾ ਕੇ ਵਿਆਹ ਸ਼ਾਦੀਆਂ ਕਰਵਾ ਰਹੇ ਨੇ ਜੀ ਪਿਆਰ ਹੈ, ਸਾਡਾ ਪਿਆਰ ਹੈ। ਕੱਲ੍ਹ ਨੂੰ ਫਿਰ ਉਹਨਾਂ ਨੂੰ ਇਕੱਠੇ ਕਰਕੇ ਕਹਿ ਰਹੇ ਹੁੰਦੇ ਵੀ ਹੁਣ ਵੀ ਕਰ ਦਿਓ, ਵੱਖਰਿਆਂ ਕਰ ਦਿਓ। ਇਹ ਪਿਆਰ ਸੀ? ਹੁਣ ਕਿਹਾ ਕਿ ਛਿਨਵੇਂ ਬੜੇ ਛਿਨਵੇਂ ਘਟੇ ਉਹ ਪ੍ਰੇਮ ਨਾ ਹੋਏ। ਜਿਹੜਾ ਛਿਨ 'ਚ ਇੱਕਦਮ ਪਿਆਰ ਆ ਗਿਆ ਜੀ, ਛਿਨ 'ਚ ਚੱਲ ਗਏ, ਕੋਈ ਪ੍ਰੇਮ ਹੈ? ਨਹੀਂ। ਹੁਣ ਕਿਹਾ ਪ੍ਰੇਮ ਦਾ ਕਮਾਵਣਾ, ਹੱਡਾਂ ਨੂੰ ਰੋਂਗ ਲਾਵਣਾ, ਜਿਉਂਦਿਆਂ ਜੀ ਮਰ ਜਾਵਣਾ। ਉਹ ਕਹਿੰਦੇ ਉਹ ਤੇ ਹੱਡਾਂ 'ਚ ਵਸ ਜਾਂਦਾ, ਖੂਨ 'ਚ ਨਹੀਂ ਵਸਦਾ, ਹੱਡਾਂ 'ਚ ਵਸ ਜਾਂਦਾ। ਫਿਰ ਖੂਨ ਤੇ ਨਿਕਲ ਜਾਂਦਾ, ਹੱਡ ਕਿੱਥੋਂ ਨਿਕਲ ਜਾਣਗੇ? ਹੱਡਾਂ 'ਚ ਵਸੀ ਚੀਜ਼ ਨਹੀਂ ਨਿਕਲਦੀ। ਇਸ ਕਰਕੇ ਉਹਨੇ ਕਿਹਾ ਕਿ ਪ੍ਰੇਮੀ ਸੁਣੋ ਪ੍ਰੇਮ ਕੀ ਬਾਤ। ਪਹਿਲਾਂ ਜਾਣ ਤਾਂ ਲਈਏ ਭਗਤੀ ਹੁੰਦੀ ਕੀ ਹੈ। ਹੁਣ ਸਾਰੀ ਦੁਨੀਆ ਰੌਲਾ ਪਾਉਂਦੀ ਪਈ ਮੈਂ ਭਗਤੀ ਕਰਦਾ, ਕੋਈ ਕਹਿੰਦਾ ਮੈਂ ਸ਼ਿਵ ਜੀ ਦਾ ਭਗਤ ਹਾਂ, ਕੋਈ ਹਨੂੰਮਾਨ ਦਾ ਭਗਤ ਹਾਂ, ਕੋਈ ਮੈਂ ਫਲਾਣੇ ਗੁਰੂ ਦਾ ਭਗਤ ਹਾਂ, ਕੋਈ ਫਲਾਣੇ ਦਾ ਭਗਤ ਹਾਂ। ਭਗਤੀ ਦਾ ਅਜੇ ਪਤਾ ਹੀ ਨਹੀਂ ਭਗਤੀ ਕਹਿੰਦੇ ਕਿਹਨੂੰ। ਗੁਰੂ ਨੇ ਫਰਮਾਇਆ ਜਿਸ ਦਿਨ ਇਹਨੂੰ ਪਤਾ ਚੱਲ ਗਿਆ ਤੇ ਛੋਈਆਂ ਲੱਥ ਜਾਣੀਆਂ ਇਹਦੀਆਂ। ਜਦੋਂ ਇਹਨੂੰ ਗੁਰੂ ਦਾ ਪਤਾ ਲੱਗ ਗਿਆ, ਉਹਨੇ ਕਿਹਾ ਕਿ ਇਹ ਫਿਰ ਕਦੀ ਜਾਊਗਾ ਨਹੀਂ ਕਿਸੇ ਪਾਸੇ। ਅਜੇ ਪਤਾ ਨਹੀਂ ਲੱਗਾ ਭਗਤੀ ਕਹਿੰਦੇ ਕਿਹਨੂੰ। ਤੇ ਉਹਨੂੰ ਆਇਆ ਕਿ ਕਹਿਣਾ ਥਾ ਸੋ ਕਹਿ ਦੇਣਾ ਅਬ ਤੂੰ ਮਾਨ ਨਾ ਮਾਨ, ਗੁਰਮੁਖਤੀ ਰਾਧਾ ਸੁਆਮੀ ਭਗਤ ਬਤਾਈ, ਗੁਰੂ ਕੀ ਭਗਤੀ ਕਰੋ ਜੇ ਜਾਨ। ਗੁਰੂ ਕੀ ਭਗਤੀ ਕਹਿੰਦੇ ਇਹ ਜਾਣ ਕੇ ਫਿਰ ਕਰਿਓ ਕਿ ਪਹਿਲਾਂ ਭਗਤੀ ਕੀ ਹੁੰਦੀ ਹੈ। ਇਕੱਲਾ ਮੱਥੇ ਟੇਕਣ ਨਾਲ ਅਸੀਂ ਗੁਰੂ ਦੇ ਭਗਤ ਨਹੀਂ ਬਣ ਗਏ, ਜਾਂ ਇਕੱਲਾ ਨਾਮ ਲੈਣ ਨਾਲ ਅਸੀਂ ਭਗਤ ਨਹੀਂ ਬਣ ਗਏ। ਭਗਤੀ ਕਮਾਉਣੀ ਪੈਂਦੀ ਹੈ, ਫਿਰ ਅਸੀਂ ਉਹ ਪਤਾ ਚੱਲੇਗਾ। ਹਾਂਜੀ ਅੱਗੇ ਬੇਟੇ। ਔਰ ਭਗਤ ਸਭ ਦੂਰ ਬਹਾਓ, ਕਿਉਂ ਪੜਤੇ 84 ਖਾਨ। ਉਹ ਕਹਿੰਦੇ ਔਰ ਭਗਤੀ ਸਭ ਦੂਰ ਬਹਾਓ। ਕਹਿੰਦੇ ਕਿ ਜਿਹੜੀਆਂ ਬਾਕੀ ਭਗਤੀਆਂ, ਗੁਰੂ ਦੀ ਭਗਤੀ ਤੇ ਬਈ ਗੁਰੂ ਦੀ ਭਗਤੀ ਹੈ। ਹੁਣ ਭਗਤੀਆਂ ਤੇ ਬਹੁਤ ਨੇ, ਮੈਂ ਕਈ ਵਾਰੀ ਦੱਸਿਆ ਹੈ। ਕੋਈ ਆਪਣੀ ਮਾਇਆ ਦੀ ਭਗਤੀ ਕਰ ਰਿਹਾ ਹੈ, ਕੋਈ ਆਪਣੇ ਮਾਣ ਸਤਿਕਾਰ ਦੀ ਭਗਤੀ ਕਰ ਰਿਹਾ, ਕੋਈ ਆਪਣੇ ਘਰ ਦੀ ਭਗਤੀ ਕਰ ਰਿਹਾ ਹੈ, ਕੋਈ ਆਪਣੇ ਕੰਮ ਕਾਰ ਦੀ ਭਗਤੀ ਕਰ ਰਿਹਾ ਹੈ, ਕੋਈ ਆਪਣੇ ਬੱਚਿਆਂ ਦੀ ਭਗਤੀ ਕਰ ਰਿਹਾ ਹੈ। ਪਰ ਉਹਨਾਂ ਨੇ ਸਾਫ਼ ਹੀ ਫਰਮਾਤਾ, ਕਹਿੰਦੇ ਕਿ ਔਰ ਭਗਤੀ ਸਭ ਦੂਰ ਬਹਾਓ। ਕਹਿੰਦੇ ਜਿਹੜੀ ਬਾਕੀਆਂ ਨੂੰ ਭਗਤੀਆਂ ਨੂੰ ਸਾਰਿਆਂ ਨੂੰ ਛੱਡ ਦਿਓ, ਕਿਉਂਕਿ ਜਿਹੜੀ ਭਗਤੀਆਂ ਸਾਨੂੰ ਇੱਥੇ ਹੀ ਰੱਖਣੀਆਂ, ਜਿਨ੍ਹਾਂ ਨੇ ਫਸਾਉਣਾ ਸਾਨੂੰ। ਹੁਣ ਅੱਜ ਪਤਾ ਉਹ ਗੁਰੂ ਕਬੀਰ ਸਾਹਿਬ ਦੇ ਪਿੱਛੇ ਉਹ 'ਚ ਬਚਨ ਹੈ, ਹੁਣ ਬੜਾ ਖੋਲ ਕੇ ਦੱਸਿਆ ਹੈ
ਇੱਕ ਰਾਮਾਇਣ ਦੇ ਕਾਲ ਦੀ ਮਹਾਰਾਜ ਜਨਕ ਦੇ ਟਾਈਮ ਦੀ ਇੱਕ ਸਾਖੀ ਆਉਂਦੀ ਉਹਦੇ ਵਿੱਚ ਉਹਨਾਂ ਦੱਸਿਆ ਕਿ ਅੱਜ ਉਹ ਕਿਸੇ ਨੂੰ ਦੇਖ ਕੇ ਚਲੋ ਕੁਛ ਵੀ ਅੱਗੇ ਲੀਲਾ ਜਿਹੜੀ ਉਹਨਾਂ ਨੇ ਦੱਸੀ ਉਹਦੇ ਵਿੱਚ ਗ੍ਰੰਥ 'ਚ ਕਿ ਵੇਖ ਕੇ ਹੱਸ ਪਏ ਕਿਤੋਂ ਲੰਘਦੇ ਪਏ ਸੀ ਕੋਈ ਰਾਜੇ ਪਿਛਲੇ ਜਾਂਦੇ ਸੀ ਫੇਰਾ ਮਾਰਨ ਰਾਤ ਨੂੰ ਕਿ ਮੇਰੀ ਪ੍ਰਜਾ ਸੁਖੀ ਹੈ ਸਾਰੀ ਕੋਈ ਦੁਖੀ ਤੇ ਨਹੀਂ ਹੈਗਾ। ਉਹ ਕਿਤੇ ਚਲੋ ਜੋ ਵੀ ਉਹਦੀ ਹੈਗੀ ਕਿ ਉਹ ਗਿਆ ਕਿਸੇ ਪਤੀ ਪਤਨੀ ਨੂੰ ਕਿਸੇ ਨੂੰ ਦੇਖਿਆ ਉਹਨੇ ਤੇ ਉਹ ਆਪਸ 'ਚ ਜੋ ਵੀ ਪਿਆਰ ਕਰਦੇ ਹੱਸ ਪਿਆ ਦੇਖ ਕੇ ਉੱਥੇ ਇੱਕ ਲੜਕੀ ਜਨਾਨੀ ਨਿਕਲੀ ਉਹ ਵੀ ਹੱਸ ਪਈ। ਉਹ ਜੋ ਵੀ ਉਹਦਾ ਮਤਲਬ ਭੇਦ ਕੀ ਦੱਸਿਆ ਉਹਨਾਂ ਨੇ ਵਿੱਚ ਉਹਦਾ ਸਾਰੀ ਸਾਖੀ ਦਾ ਸਾਰ ਸੀ। ਉਹ ਹੱਸੇ ਕਰ ਲਈ ਜਦੋਂ ਇੱਕ ਨੇ ਪੁੱਛਿਆ ਕਹਿੰਦੇ ਕਿ ਜਿਹੜਾ ਅੱਜ ਪਤੀ ਏ ਤੇ ਇਹ ਜਿਹੜੀ ਪਤਨੀ ਏ ਇਹ ਪਿਛਲੇ ਜਨਮ ਦੇ ਵਿੱਚ ਇਹਦਾ ਜਿਹੜਾ ਪਤੀ ਏ ਇਹਦਾ ਹੀ ਪੁੱਤਰ ਸੀ। ਪਿਛਲੇ ਜਨਮ 'ਚ ਇਹਦਾ ਪੁੱਤਰ ਸੀ ਇਸ ਜਨਮ 'ਚ ਇਹਦਾ ਪਤੀ ਬਣਿਆ। ਹੁਣ ਇਹ ਤਾਂ ਪਤਾ ਨਹੀਂ ਆਪਣੇ ਮੋਹ ਦੇ ਜਾਲ ਦੇ ਵਿੱਚ ਆਪਣੇ ਕਰਮ ਜਿੰਨਾ ਸਾਡਾ ਲਗਾਵ ਹੁੰਦਾ ਕਦੀ ਅਸੀਂ ਪੁੱਤਰ ਬਣ ਕੇ ਆ ਗਏ ਕਦੀ ਮਾਤਾ ਬਣ ਕੇ ਆ ਗਏ ਕਿਉਂਕਿ ਆਤਮਾ ਦੀ ਤੇ ਆਤਮਾ ਬਾਕੀ ਤੇ ਬਈ ਸਾਡੇ ਕਰਮਾਂ ਦੇ ਮੁਤਾਬਕ ਉਹ ਦੇਹਾਂ ਮਿਲ ਜਾਂਦੀਆਂ ਨੇ। ਜਿੰਨਾ ਲਗਾਵੇ ਕਦੀ ਕੀੜੇ ਮਕੌੜੇ ਬਣ ਕੇ ਆ ਜਾਂਦੇ ਆ ਕਦੀ ਪਸ਼ੂ ਪੰਛੀ ਬਣ ਕੇ ਆ ਜਾਂਦੇ ਆ ਕਦੀ ਜਾਨਵਰ ਬਣ ਕੇ ਆ ਜਾਂਦੇ ਆ। ਪਤਾ ਹੀ ਨਹੀਂ ਇਸ ਚੀਜ਼ ਦਾ। ਕਬੀਰ ਸਾਹਿਬ ਦੇ ਦਿਨ ਜਿਹੜਾ ਉਹ ਸਾਖੀ ਸੀ ਕਿ ਜਿਹਦੇ ਵਿੱਚ ਉਹੀ ਘਰ ਦਾ ਮਾਲਕ ਸੀ। ਜਦੋਂ ਉਹ ਆਏ ਉਹਨਾਂ ਦਾ ਸਿੱਖ ਸੀ ਲੈਣ ਆਏ ਉਹਨੂੰ ਕਿ ਆ ਚੱਲ ਵੀ ਹੁਣ ਭਗਤੀ ਕਰ ਲੈ। ਕਹਿੰਦਾ ਨਹੀਂ ਅਜੇ ਥੋੜੇ ਜਿਹੇ ਬੱਚੇ ਛੋਟੇ ਨੇ ਫਿਰ ਬੱਚੇ ਜਵਾਨ ਹੋ ਗਏ ਫਿਰ ਬੱਚਿਆਂ ਦੇ ਵਿਆਹ ਹੋ ਗਏ ਫਿਰ ਆਏ ਲੈਣ ਕਹਿੰਦਾ ਨਹੀਂ ਬੱਚਿਆਂ ਦੇ ਬੱਚੇ ਹੋ ਗਏ ਨੇ ਉਹਨਾਂ ਨੂੰ ਪਾਲਣਾ ਮੈਂ ਅਜੇ ਇੱਦਾਂ ਕਰਦਿਆਂ ਬਾਅਦ 'ਚ ਮੌਤ ਹੋ ਗਈ। ਫਿਰ ਉਸੇ ਹੀ ਘਰ ਦੇ ਵਿੱਚ ਪਹਿਲਾਂ ਉਹ ਕੀੜਾ ਬਣ ਕੇ ਪੈਦਾ ਹੋਇਆ ਫਿਰ ਉਸੇ ਹੀ ਘਰ ਦੇ ਵਿੱਚ ਬਲਦ ਦਾ ਰੂਪ ਧਾਰ ਕੇ ਵਛੜਾ ਬਣ ਕੇ ਉਹਦੇ ਵਿੱਚ ਆਇਆ ਜਦੋਂ ਕਬੀਰ ਸਾਹਿਬ ਆਏ। ਕਿਉਂਕਿ ਮੋਹ ਸੀ ਮੋਹ ਦੇ ਬੰਨਿਆ ਫਿਰ ਉੱਥੋਂ ਨਿਕਲਣਾ ਨਹੀਂ ਸੀ ਚਾਹੁੰਦਾ। ਭਾਵੇਂ ਨਾਲੀ ਦਾ ਕੀੜਾ ਬਣਨਾ ਉਸ ਘਰ ਦੀ ਨਾਲੀ ਦਾ ਕੀੜਾ ਬਣਨਾ ਮਨਜ਼ੂਰ ਹੋ ਗਿਆ ਪਰ ਉੱਥੋਂ ਨਿਕਲਣਾ ਨਹੀਂ ਚਾਹਿਆ। ਉੱਥੋਂ ਇਸੇ ਤਰ੍ਹਾਂ ਹੀ ਮਨ ਜਿਹੜਾ ਸਾਨੂੰ ਖਿੱਚ ਕੇ ਇੱਥੇ ਲਿਆਉਂਦਾ ਹੈ। ਤੇ ਉਹਨੇ ਕਿਹਾ ਕਿ ਔਰ ਭਗਤੀ ਸਭ ਦੂਰ ਬਹਾਓ ਕਿਉਂ ਪੜਤੇ 84 ਖਾਨ। ਕਹਿੰਦੇ ਕਿਉਂ 84 ਦੇ ਵਿੱਚ ਪਏ ਆ ਸਾਡੇ ਇਸੇ ਹੀ ਦਿਮਾਗ ਕਰਕੇ। ਜਿਹੜੇ ਪਿੱਛੇ ਵਚਨ ਆਇਆ ਸੀ ਕਿ ਇਸ ਯੁੱਗ ਕੀ ਵਿਦਿਆ ਨਹੀਂ ਪੜ੍ਹਦੇ। ਪਿਛਲੀ ਉਹ ਜਿਹੜੀ ਵਿਦਿਆ ਆਪਣੇ ਮਨ ਦੀ ਜੋ ਸਾਡੇ ਸੰਸਕਾਰ ਪਏ ਨੇ ਉਹਦੇ ਨਾਲ ਚੱਲੀ ਜਾਂਦੇ ਆ ਤੇ 84 ਭੁਗਤੀ ਜਾ ਰਹੇ। ਹਾਂਜੀ ਅੱਗੇ। ਗੁਰ ਭਗਤੀ ਸਮ ਔਰ ਨਾ ਕੋਈ ਰਾਧਾ ਸੁਆਮੀ ਕੀਆ ਬਖਾਨ। ਹੁਣ ਭਗਤੀਆਂ ਬਹੁਤ ਨੇ ਪਰ ਉਹਨੇ ਸਾਫ਼ ਹੀ ਫਰਮਾਤਾ ਕਿ ਗੁਰ ਭਗਤੀ ਸਮ ਔਰ ਨਾ ਕੋਈ ਰਾਧਾ ਸੁਆਮੀ ਕੀਆ ਬਖਾਨ। ਹੁਣ ਜਿਸ ਤਰ੍ਹਾਂ ਪਿੱਛੇ ਸਤਿਗੁਰਾਂ ਦੇ ਬਚਨ ਹੁੰਦੇ ਜਿਹੜੇ ਅਸੀਂ ਬਾਣੀ 'ਚ ਜਿਹੜੇ ਸੁਣਦੇ ਹਾਂ ਬਈ ਉਹਨਾਂ ਨੇ ਆਪਣੇ ਸਮੇਂ ਦੇ ਉੱਤੇ ਆਪਣੇ ਸਤਿਗੁਰਾਂ ਦੇ ਬਾਰੇ ਉਹ ਵਚਨ ਕੀਤੇ। ਸਾਨੂੰ ਤਾਂ ਉਹਨਾਂ ਦੀ ਸ਼ੋਭ ਨਹੀਂ ਉਹਨਾਂ ਦੀ। ਜਿਸ ਤਰ੍ਹਾਂ ਉਹਨਾਂ ਨੇ ਫਰਮਾਇਆ ਕਿ ਗੁਰੂ ਗੁਰ ਕਰ ਮਨ ਮੋਹ। ਜਨ ਕਿਹਾ ਗੁਰੂ ਕੀ ਮੂਰਤ ਮਨ ਮੇ ਧਿਆਨ ਗੁਰੂ ਕੇ ਸ਼ਬਦ ਮੰਤਰ ਮਨ ਮਾਨ। ਹੁਣ ਗੁਰੂ ਕੀ ਮੂਰਤ ਮਨ ਮੇ ਧਿਆਨ ਇੱਕ ਮਤਲਬ ਕਿਸ ਤਰ੍ਹਾਂ ਗੱਲ ਬਣੇਗੀ ਨਹੀਂ ਬਣਦੀ। ਤੇ ਉਹਨਾਂ ਨੇ ਫਰਮਾਇਆ ਕਿ ਗੁਰ ਭਗਤੀ ਸਮ ਔਰ ਨਾ ਕੋਈ ਰਾਧਾ ਸੁਆਮੀ ਕੀਆ ਬਖਾਨ। ਕਹਿੰਦੇ ਗੁਰ ਭਗਤੀ ਦੇ ਬਰਾਬਰ ਕੋਈ ਭਗਤੀਆਂ ਸਾਰੀਆਂ ਨੇ। ਜਿਸ ਤਰ੍ਹਾਂ ਬਾਕੀ ਭਗਤੀਆਂ ਅਸੀਂ ਸਾਰੀਆਂ ਕਰਦੇ ਹਾਂ ਕੰਮ ਕਰਨ ਨਾਲ ਕੰਮ ਕਰ ਉਹ ਵੀ ਭਗਤ ਦੁਕਾਨ ਤੇ ਬਹਿਣਾ ਵੀ ਭਗਤੀ ਹੈ ਨੌਕਰੀ ਕਰਨਾ ਵੀ ਭਗਤੀ ਹੈ ਗ੍ਰਸਤ ਦੇ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਵੀ ਇੱਕ ਭਗਤੀ ਹੈ। ਸਾਰੀਆਂ ਭਗਤੀਆਂ ਹੀ ਆ ਪਰ ਉਹਨੇ ਕਿਹਾ ਕਿ ਬਈ ਜਿੱਥੇ ਗੁਰੂ ਦੀ ਭਗਤੀ ਹੈ ਵੱਡੇ ਰਾਜੇ ਮਹਾਰਾਜੇ ਆਪਣੇ ਰਾਜ ਮਹਿਲ ਛੱਡ ਕੇ ਸਤਿਗੁਰਾਂ ਦੀ ਸ਼ਰਨ 'ਚ ਚਲੇ ਗਏ। ਉਹਨਾਂ ਆਪ ਝੌਂਪੜੀਆਂ 'ਚ ਰਹਿੰਦੇ ਸੀ ਕਿਤੇ ਰਹਿੰਦੇ ਸੀ ਤੇ ਰਾਜੇ ਮਹਾਰਾਜੇ ਆਪਣਾ ਸਭ ਕੁਝ ਛੱਡ ਕੇ ਉਹਨਾਂ ਦੀ ਸ਼ਰਨ 'ਚ ਕਾਹਦੇ ਵਾਸਤੇ ਚਲੇ ਜਾਂਦੇ ਸੀ ਕੁਛ ਨਾ ਕੁਛ ਬਈ ਪਤਾ ਚੱਲਦਾ ਸੀ ਕਿ ਜੋ ਇਹਨਾਂ ਕੋਲੇ ਉਹ ਸਾਡੇ ਕੋਲ ਨਹੀਂ ਹੈਗਾ। ਹਾਂਜੀ ਅੱਗੇ। ਗੁਰ ਕਾ ਧਿਆਨ ਕਰੋ ਤੁਮ ਨਿਸ ਦਿਨ ਗੁਰ ਕਾ ਸ਼ਬਦ ਸੁਣੋ ਨਿਤ ਕਾਨ। ਕਹਿੰਦੇ ਗੁਰੂ ਕਾ ਧਿਆਨ ਕਰੋ ਤੁਮ ਨਿਸ ਦਿਨ। ਹੁਣ ਧਿਆਨ ਇਹ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਇਹ ਸਵੇਰੇ ਜਾ ਕੇ ਮੱਥਾ ਟੇਕ ਆਏ ਤੇ ਬਸ ਇਹ ਧਿਆਨ ਹੋ ਗਿਆ ਸਾਡੀ ਭਗਤੀ ਪੂਰੀ ਹੋ ਗਈ ਜਾਂ ਅਸੀਂ ਹਫ਼ਤੇ 'ਚ ਇੱਕ ਵਾਰੀ ਹੋਏ ਤੇ ਕੰਮ ਹੋ ਗਿਆ ਜਾਂ ਮਹੀਨੇ 'ਚ ਇੱਕ ਵਾਰੀ ਹੋ ਆਏ ਆ ਤੇ ਚਲੋ ਜੀ ਹੋ ਗਿਆ ਕੰਮ। ਆਉਣਾ ਜਾਣਾ ਨਹੀਂ ਗੁਰੂ ਤੇ ਬਈ ਉੱਥੇ ਜਿੱਥੇ ਘਰ ਤੁਸੀਂ ਹੋ ਉੱਥੇ ਵੀ ਗੁਰੂ ਹੈਗਾ ਹੈ। ਤੁਸੀਂ ਕੰਮ ਤੇ ਜਾਂਦੇ ਹੋ ਗੁਰੂ ਉੱਥੇ ਵੀ ਹੈਗਾ ਹੈ। ਅਸੀਂ ਗੁਰੂ ਨੂੰ ਜਦੋਂ ਪਤਾ ਚੱਲ ਗਿਆ ਗੁਰੂ ਕਹਿੰਦੇ ਕਿਹਨੂੰ ਗੁਰੂ ਕਿਸੇ ਤਾਕਤ ਦਾ ਨਾਮ ਹੈ ਕਿ ਗੁਰੂ ਕਿਸੇ ਬੰਦੇ ਦਾ ਨਾਮ ਹੈ। ਨਹੀਂ ਗੁਰੂ ਕਿਸੇ ਬੰਦੇ ਦਾ ਨਾਮ ਨਹੀਂ ਹੈਗਾ। ਹਾਂ ਜਿਸ ਉਸ ਪੋਲ ਤੇ ਪ੍ਰਗਟ ਹੋ ਕੇ ਸਾਨੂੰ ਉਹ ਕਰਦੇ ਆ ਠੀਕ ਹੈ ਉਹਦਾ ਸਤਿਕਾਰ ਸਭ ਕੁਝ ਅਸੀਂ ਕਰਦੇ ਹਾਂ ਪਰ ਗੁਰੂ ਇੱਕ ਤਾਕਤ ਦਾ ਨਾਮ ਹੈ
ਇਹ ਨਹੀਂ ਹੈ ਕਿ ਬਈ ਉਹ ਸਾਹਮਣੇ ਖੜੇ ਤੇ ਦੇਖਦੇ ਪਏ ਨੇ ਤੇ ਉਹਨਾਂ ਨੇ ਚਲੇ ਗਏ ਤੇ ਹੁਣ ਦੇਖਦੇ ਨਹੀਂ ਪਏ। ਪਤਾ ਹਰ ਚੀਜ਼ ਦਾ ਦੇਖਦੇ ਨੇ, 24 ਘੰਟੇ ਪਤਾ ਹੈ, ਕੁਛ ਪਾ ਨਹੀਂ ਸਕਦੇ ਕੋਈ ਚੀਜ਼। ਉਹ ਉਸ ਤਾਕਤ ਦਾ ਨਾਮ ਗੁਰੂ ਹੈ। ਜਿਹੜੇ ਸਤਿਗੁਰਾਂ ਦੇ ਬਚਨ ਸੀ ਕਿ ਵੀ ਉਹ ਕਿਹੜਾ ਗੁਰੂ ਹੈ ਜਿਹੜਾ ਧਿਆਨਪੁਰ ਡੇਰੇ 'ਚ ਵੜ ਕੇ ਬੈਠਾ ਪਿਆ, ਨਹੀਂ। ਗੁਰੂ ਇੱਕ ਤਾਕਤ ਦਾ ਨਾਮ ਹੈ। ਜਦੋਂ ਉਸ ਤਾਕਤ ਨਾਲ ਵਾਸਤਾ ਪਏਗਾ, ਅੱਖਾਂ ਜਿਹੜੀਆਂ ਫਿਰ ਖੁੱਲਣਗੀਆਂ, ਪਤਾ ਫਿਰ ਲੱਗੇਗਾ। ਇਸ ਕਰਕੇ ਫਰਮਾਇਆ ਕਿ ਗੁਰੂ ਕਾ ਧਿਆਨ ਕਰੋ ਤੁਮ ਨਿਸ ਦਿਨ, ਗੁਰੂ ਕਾ ਸ਼ਬਦ ਸੁਣੋ ਨਿਤ ਕਾਨ। ਗੁਰੂ ਕਾ ਸ਼ਬਦ ਸੁਣੋ। ਹੁਣ ਜਿਸ ਤਰ੍ਹਾਂ ਹੁਣ ਇੱਥੋਂ ਕੋਈ ਬੱਚਾ ਦਿੱਲੀ ਬੈਠੇ ਆ, ਕੋਈ ਬਾਹਰ ਦੇ ਦੇਸ਼ਾਂ 'ਚ ਬੈਠੇ ਆ, ਕੋਈ ਆਸਟ੍ਰੇਲੀਆ, ਕੋਈ ਕੈਨੇਡਾ, ਕੋਈ ਅਮਰੀਕਾ ਕਿਤੇ ਆ, ਤੇ ਕੀ ਹੈ ਮਤਲਬ ਕਿ ਜਦੋਂ ਉਹ ਉੱਥੇ ਬਹਿ ਕੇ ਸਤਿਗੁਰਾਂ ਦੇ ਸ਼ਬਦ ਰੋਜ਼ ਨਹੀਂ ਸੁਣ ਸਕਦੇ? ਨਹੀਂ ਭਾਈ, ਉਹ ਸ਼ਬਦ ਹਮੇਸ਼ਾ ਕੰਨਾਂ 'ਚ ਫਿਰ ਗੂੰਜਦਾ ਹੈ। ਜਿਹੜੇ ਗੁਰੂ ਦੇ ਬਚਨ ਨੇ ਉਹ ਤੇ ਹਮੇਸ਼ਾ ਇਹਦੀ ਜਿਹੜੀ ਪੈਰਵਾਈ ਕਰਦੇ ਨੇ, ਫਿਰ ਹਮੇਸ਼ਾ ਇਹਨੂੰ ਯਾਦ ਹੁੰਦੇ ਨੇ ਕਿ ਬਈ ਮੇਰੇ ਗੁਰੂ ਦਾ ਕੀ ਬਚਨ, ਕੀ ਕਰਨਾ ਹੈ, ਕੀ ਮੈਂ ਨਹੀਂ ਕਰਨਾ, ਕਿੱਥੇ ਖਲੋਣਾ, ਕਿੱਥੇ ਨਹੀਂ ਖਲੋਣਾ, ਕਿੱਥੇ ਬੈਠਣਾ, ਕਿੱਥੇ ਨਹੀਂ ਬੈਠਣਾ। ਹਰ ਵੇਲੇ ਦੇ ਕੰਨਾਂ 'ਚ ਜਿਹੜੀ ਆ ਉਹ ਧੁਕਾਰਾਂ ਫਿਰ ਦਿੰਦੇ ਨੇ, ਜਿੱਥੇ ਮਰਜ਼ੀ ਬਹਿ ਕੇ ਸੁਣ ਸਕਦੇ ਨੇ। ਕਿਹਾ ਕਿ ਗੁਰੂ ਕਾ ਸ਼ਬਦ ਸੁਣੋ ਨਿਤ ਕਾਨ। ਉਹ ਬਚਨ ਜਿਹੜੇ ਆ ਹਮੇਸ਼ਾ ਕੰਨਾਂ 'ਚ ਫਿਰ ਗੂੰਜਦੇ ਰਹਿੰਦੇ ਨੇ। ਹਾਂਜੀ, ਅੱਗੇ। ਨੈਣ ਸਰਵਣ ਔਰ ਹਿਰਦਾ ਤੀਨੋ, ਸ਼ੀਸ਼ ਮਹਿਲ ਸਮ ਨਿਰਮਲ ਜਾਨ। ਰਾਧਾ ਸੁਆਮੀ ਜੋਰ ਦੇ ਕਰ, ਗੁਰ ਭਗਤੀ ਕੋ ਕਹੇ ਪਰਮਾਨ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਹੁਣ ਅੱਗੇ ਫਰਮਾਇਆ, ਪਹਿਲਾਂ ਕਿਹਾ ਕਿ ਗੁਰੂ ਕਾ ਧਿਆਨ ਕਰੋ ਤੁਮ ਨਿਸ ਦਿਨ, ਗੁਰੂ ਕਾ ਸ਼ਬਦ ਸੁਨੋ ਨਿਤ ਕਾਨ, ਨੈਣ ਸਰਵਣ ਔਰ ਹਿਰਦਾ ਤੀਨੋ। ਕਿਉਂਕਿ ਇੱਕ ਵੀ ਵਿੱਚੋਂ ਚੁੱਕ ਗਿਆ ਤੇ ਭਗਤੀ ਨਹੀਂ ਹੋਣੀ ਇਹਦੀ। ਧਿਆਨ ਦਾ ਮਤਲਬ ਹੀ ਇਹੋ ਹੀ ਹੈ। ਜੇ ਅੱਖਾਂ ਹੋਰ ਬੰਨੇ ਨੇ, ਬੰਦਾ ਸੁਣਦਾ ਪਿਆ, ਮੈਂ ਤੇਰੀ ਗੱਲ ਵੀ ਸੁਣਦਾ ਪਿਆ, ਇਹ ਕੋਈ ਧਿਆਨ ਨਹੀਂ ਹੈਗਾ। ਹੁੰਦਾ ਹੈ ਕਈ ਵਾਰੀ ਇਸ ਤਰ੍ਹਾਂ। ਧਿਆਨ ਜਦੋਂ ਇਹਦੇ ਟਿਕਦਾ ਹੈ ਨਾ, ਤੇ ਫਿਰ ਤੇ ਉੱਥੋਂ ਇਹਦਾ ਸਾਹ ਵੀ ਖੜਾ ਹੋ ਜਾਂਦਾ, ਸਾਹ ਵੀ ਨਹੀਂ ਫਿਰ ਆਉਂਦਾ ਇਹਦਾ ਉਸ ਵੇਲੇ। ਇਹ ਕੋਈ ਧਿਆਨ ਨਹੀਂ ਹੈ। ਕੰਮ ਕਾ ਇੱਧਰ ਦੇ, ਕਦੀ ਇੱਧਰ ਦਾ ਵੀ ਧਿਆਨ ਹੈ, ਉੱਧਰ ਦਾ ਵੀ ਧਿਆਨ ਹੈ, ਉਹ ਵੀ ਪਤਾ ਹੈ, ਆਹ ਵੀ ਪਤਾ ਹੈ, ਨਹੀਂ। ਕਿ ਲੈਣਾ ਦੇਣਾ ਸਭ ਭੁੱਲ ਗਏ ਜੋ ਖੂਹ ਵਿੱਚ ਪਈਆਂ ਹੋਈਆਂ। ਫਿਰ ਸਭ ਕੁਝ ਭੁੱਲ ਜਾਂਦਾ, ਫਿਰ ਨਹੀਂ ਕੁਛ ਵੀ। ਜੇ ਇਹਨੂੰ ਅਜੇ ਯਾਦ ਹੈ, ਅਜੇ ਇਹਨੂੰ ਬਾਕੀ ਗੁਰੂ ਦੇ ਬਚਨ ਤੋਂ ਇਲਾਵਾ ਵੀ ਇਹਨੂੰ ਹੋਰ ਵੀ ਕਈ ਚੀਜ਼ਾਂ ਯਾਦ ਆਉਂਦੀਆਂ ਨੇ, ਫਿਰ ਇਹਦਾ ਮਤਲਬ ਕਿ ਅਜੇ ਗੁਰੂ ਦੇ ਬਚਨ ਨਹੀਂ ਇਹਦੇ ਅੰਦਰ ਵਸੇ, ਅਜੇ ਤੇ ਇਹਨੂੰ ਬਾਕੀ ਚੀਜ਼ਾਂ ਦਾ ਪਤਾ ਹੈ। ਹਮਾਇਆ ਨੈਣ ਸਰਵਣ ਔਰ ਹਿਰਦਾ ਤੀਨੋਂ, ਸ਼ੀਸ਼ ਮਹਿਲ ਸਮ ਨਿਰਮਲ ਜਾਨ। ਇਹ ਤੇ ਜਿਸ ਤਰ੍ਹਾਂ ਸ਼ੀਸ਼ੇ ਦਾ ਮਹਿਲ ਹੁੰਦਾ ਹੈ, ਜਿੱਧਰੋਂ ਮਰਜ਼ੀ ਦੇਖੋ ਆਰ ਪਾਰ ਫਿਰ ਦਿਖੀ ਜਾਂਦਾ ਸਭ ਕੁਝ। ਉੱਥੇ ਕੋਈ ਲੁਕਾ ਨਹੀਂ, ਸ਼ੀਸ਼ ਮਹਿਲ ਦੇ ਵਿੱਚ ਕੋਈ ਚੀਜ਼ ਸਾਹਮਣੇ ਸਭ ਜਿਹੜੀਆਂ ਦਿਖਦੀ ਹੈ। ਇਸੇ ਤਰ੍ਹਾਂ ਹੀ ਗੁਰੂ ਵੀ ਬਈ ਐਸਾ ਨਹੀਂ ਹੈ, ਉਹਨੂੰ ਸਭ ਕੁਝ ਉਹਨੂੰ ਵੀ ਦਿਸ ਰਿਹਾ ਹੈ, ਤੇ ਇਹ ਵੀ ਆਪਣੇ ਆਪ ਨੂੰ ਜਾਣੇ, ਇਹ ਵਿਸ਼ਵਾਸ ਪੈਦਾ ਕਰੇ ਐਸਾ। ਐਸੇ ਸ਼ੀਸ਼ੇ ਵਾਂਗ ਨਿਰਮਲ ਹੋਵੇ ਕਿ ਇਹ ਨਾ ਸੋਚੇ ਕਿ ਮੈਂ ਇੱਥੇ ਆ ਤੇ ਮੈਨੂੰ ਪਤਾ ਦੇਖਦੇ ਪਿਆ, ਉੱਥੇ ਆ ਤੇ ਮੈਂ ਨਹੀਂ ਦੇਖਦੇ ਪਏ, ਐਦਾਂ ਨਹੀਂ ਹੈ ਕੁਛ ਵੀ। ਪਰ ਉਹ ਐਡੀ ਉਹ ਸਧਾਰਨ ਰਹਿ ਨਹੀਂ ਰਹਿੰਦੇ ਨਾ। ਮੈਂ ਕਈ ਵਾਰੀ ਅੱਗੇ ਵੀ ਦੱਸਿਆ ਹੈ ਕਿ ਬਈ ਪਿੱਛੇ ਦੇਖੇ ਵੇਖੇ ਇਤਿਹਾਸ ਦੇ ਵਿੱਚ ਜੇ ਆਪਣੇ ਆਪਣੇ ਸਤਿਗੁਰਾਂ ਤੇ ਇੰਨਾ ਵਿਸ਼ਵਾਸ ਬਣ ਜਾਂਦਾ ਤੇ ਫਿਰ ਸਿੱਖ ਏਦਾਂ ਹੀ ਕਰਦੇ? ਨਹੀਂ। ਕਿਉਂਕਿ ਸਾਡੇ ਵਰਗੇ ਹੀ ਜਦੋਂ ਚਾਹੇ ਗੁਰੂ ਨਾਨਕ ਸਾਹਿਬ ਆਏ ਤੇ ਉਹਨਾਂ ਨੂੰ ਭੂਤਨਾ ਕਰਾਈਆ ਕਹਿਣ ਵਾਲੇ, ਉਹਨਾਂ ਨੂੰ ਪੱਥਰ ਮਾਰਨ ਵਾਲੇ, ਉਹਨਾਂ ਨੂੰ ਜੇਲ੍ਹਾਂ 'ਚ ਡੱਕਣ ਵਾਲੇ ਕੌਣ ਸੀ? ਮੈਂ ਪਹਿਲਾਂ ਵੀ ਕਿਹਾ ਕਿ ਉਹ ਅਸੀਂ ਹੀ ਸੀ, ਹੋਰ ਨਹੀਂ ਕੋਈ। ਹੋਰ ਕੌਣ ਕਿਹੋ ਜਿਹੇ ਕੰਮ ਕਰ ਸਕਦਾ ਹੈ? ਅਸੀਂ ਕਰ ਸਕਦੇ ਹਾਂ। ਕਿਉਂਕਿ ਜਦੋਂ ਸਾਡੇ ਮਨ ਦੀ ਉਹ ਚੀਜ਼ਾਂ ਉਹਨਾਂ ਦੇ ਬਰਾਬਰ ਨਹੀਂ ਚੱਲਦੀਆਂ, ਜਦੋਂ ਸਾਨੂੰ ਲੱਗਦਾ ਹੈ ਤੇ ਬਈ ਫਿਰ ਅਸੀਂ ਕਰਦੇ ਹਾਂ, ਫਿਰ ਅਸੀਂ ਜੋ ਮਰਜ਼ੀ ਕਰਨ ਤੱਕ ਜਾਂਦੇ ਹਾਂ। ਦਸਮ ਪਾਤਸ਼ਾਹ ਤੇ ਛੁਰਾ ਮਾਰਿਆ ਕਿਹਨਾਂ ਨੇ ਮਾਰਿਆ ਸੀ? ਕੋਈ ਬਗਾਨੇ ਸੀ ਉਹ? ਜਿਹੜੇ ਉਹਨਾਂ ਨਾਲ ਲੜਾਈਆਂ ਲੜਦੇ ਰਹੇ, ਜਿਹੜੇ ਉਹਨਾਂ ਨੂੰ ਜੰਗਾਂ ਕਰਦੇ ਰਹੇ, ਉਹ ਕੌਣ ਸੀ? ਕਿ ਉਹ ਗੁਰੂ ਨਹੀਂ ਸੀ? ਅੱਜ ਤੇ ਅਸੀਂ ਕਹਿੰਦੇ ਸਭ ਕੁਝ ਵਾਰਨ ਨੂੰ ਤਿਆਰ ਹੈ। ਜਿੱਥੇ ਜਿੱਥੇ ਉਹ
ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਵੀ ਅੱਗੇ ਜਾਂਦੀ ਹੈ, ਅਸੀਂ ਉੱਥੇ ਵੀ ਪਾਣੀ ਤਰੌਂਕਦੇ ਹਾਂ, ਕਿਤੇ ਝਾੜੂ ਮਾਰਦੇ ਹਾਂ, ਕੁਝ ਕਰਦੇ ਹਾਂ। ਬਈ ਉਸ ਗਿਆਨ ਦਾ ਜਿਹੜਾ ਵਿੱਚ ਉਹਦੇ ਗਿਆਨ ਜੋ ਉਹਨਾਂ ਨੇ ਆਪਣਾ ਲਿਖਿਆ, ਉਹਦਾ ਜਦੋਂ ਤੱਕ ਅਸੀਂ ਕਦਰ ਨਹੀਂ ਕਰਦੇ, ਜਦੋਂ ਤੱਕ ਉਹ 'ਤੇ ਨਹੀਂ ਚੱਲਦੇ, ਅੱਗੇ ਬਾਕੀ ਚੀਜ਼ਾਂ ਦਾ ਕੀ ਫਾਇਦਾ ਹੋਏਗਾ। ਪਰ ਠੀਕ ਹੈ, ਚਲੋ ਜਿੰਨੀ ਜਿੰਨੀ ਸਮਝ ਆਉਂਦੀ ਚੱਲੇ ਤਾਂ ਸਹੀ ਕਿਸੇ ਹਿਸਾਬ ਨਾਲ ਹੀ। उन्होंने फरमाया कि नैन सरवन हिरदा तीनों शीश महल सम निर्मल जान, राधा स्वामी जोर देकर गुर भक्ति को कहे प्रमाण। कहते कि जोर जो भी जिस तरह किसी चीज़ की कसर नहीं छड्डी। मैं पिछले सत्संग की बेनती की थी कि जे समझना है तो बई फिर तो उस चीज़ समझ आ जाती। दूसरे पातशाह जो पहले पातशाह को आए, किन्ने साल कहते हैं कि 22 साल उत्थे वैष्णो माता से जाते रहे, ਜਾਂਦੇ ਰਹੇ ਪਰ ਜਦੋਂ ਇੱਕ ਵਾਰੀ ਦਰਸ਼ਨ ਹੋ ਗਏ, ਜਦੋਂ satsang ਸੁਣ ਲਿਆ, ਜਦੋਂ ਪਤਾ ਲੱਗ ਗਿਆ, ਕਹਿੰਦੇ ਫਿਰ ਨਹੀਂ ਗਏ। ਪੁਜਾਰੀ ਆਉਂਦੇ ਰਹੇ, ਕਈ ਕੁਝ ਕਹਿੰਦੇ ਰਹੇ, ਚੱਲ ਉੱਥੇ ਤੂੰ ਤੇ ਗਿਆ ਹੀ ਨਹੀਂ, ਬਾਅਦ ਚ ਹੁਣ ਜਾ ਕੇ ਦੇਖ। ਉਹ ਕਹਿੰਦੇ ਬਸ ਹੁਣ ਨਹੀਂ ਕੁਝ ਰਹਿ ਨਹੀਂ ਗਿਆ ਕੁਝ। ਫਿਰ ਤੇ ਬਈ ਹੋਰ ਕਿਹੜੀ ਕੋਈ ਚੀਜ਼ ਲੱਗੇਗੀ, ਫਿਰ ਨਹੀਂ ਕੁਝ ਵੀ ਲੱਗਦਾ। ਤੇ ਉਹਨੇ ਕਿਹਾ ਕਿ ਰਾਧਾ ਸਵਾਮੀ ਜ਼ੋਰ ਦੇ ਕਰ ਗੁਰ ਭਗਤੀ ਕੋ ਕਹੇ ਪ੍ਰਮਾਣ, ਕਿ ਵੀ ਉਹਨਾਂ ਨੇ ਕਿਸੇ ਚੀਜ਼ ਦੀ ਕੋਈ ਓਲਾ ਨਹੀਂ ਛੱਡਿਆ, ਹਰ ਚੀਜ਼ ਖੋਲ ਕੇ ਦੱਸ ਦਿੱਤੀ ਕਿ ਗੁਰੂ ਕਿਹਨੂੰ ਕਹਿੰਦੇ ਆ, ਗੁਰ ਭਗਤੀ ਕਿਹਨੂੰ ਕਹਿੰਦੇ ਆ, ਗੁਰਮੁਖ ਕਿਹਨੂੰ ਕਹਿੰਦੇ ਆ, ਸਿੱਖ ਕਿਹਨੂੰ ਕਹਿੰਦੇ ਆ, ਭਗਤੀ ਕਿਹਨੂੰ ਕਹਿੰਦੇ ਆ, ਪਿਆਰ ਕਿਹਨੂੰ ਕਹਿੰਦੇ ਆ। ਸਾਰੇ ਦਾ ਸਾਰੇ ਹੀ ਵਚਨ ਉਹਨਾਂ ਨੇ ਉਹਦੇ ਵਿੱਚ ਦੱਸ ਦਿੱਤੇ ਆ। ਪਰ ਉਹਨੇ ਜਿਸ ਤਰ੍ਹਾਂ ਪਿੱਛੇ ਵਚਨ ਆਏ ਸੀ, ਕਹਿਣਾ ਥਾ ਸੋ ਸਭ ਕਹਿ ਦੇਣਾ ਅਬ ਤੂੰ ਚਾਹੇ ਮਾਨ ਨਾ ਮਾਨ। ਗੁਰੂ ਮਹਾਰਾਜ ਫਰਮਾਉਂਦੇ ਸੀ ਕਿ ਬਈ ਆਏ ਤੇ ਸਾਡੇ ਵਾਸਤੇ ਹੀ ਆ, ਪਿਆਰ ਕਰਦੇ ਨੇ, ਬਚਾਉਣਾ ਚਾਹੁੰਦੇ ਨੇ, ਕੱਢਣਾ ਚਾਹੁੰਦੇ ਨੇ ਇਸ ਤੋਂ। ਪਰ ਕਹਿੰਦੇ ਕਿ ਜਦੋਂ ਚਾਰੇ ਪਾਸੇ ਗੁਰੂ ਨੇ ਫਰਮਾਇਆ ਕਿ ਮਾਂ ਤੇ ਚਾਹੁੰਦੀ ਹੈ ਬੱਚੇ ਨੂੰ ਵੀ ਛਾਤੀ ਨਾਲ ਲਾ ਕੇ ਰੱਖੇ, ਚੁੱਕ ਕੇ ਰੱਖੇ ਸਾਰੀਆਂ ਚੀਜ਼ਾਂ ਤੋਂ। ਪਰ ਕਹਿੰਦੇ ਕਿ ਜੇ ਬੱਚੇ ਨੇ ਛੁਰਾ ਫੜਿਆ ਹੋਵੇ ਦੀ ਮਾਂ ਦੀ ਛਾਤੀ 'ਚ ਖੋਪ ਦੇ, ਤੇ ਉਹਨਾਂ ਨੇ ਬਚਨ ਫਰਮਾਏ ਸੀ ਕਿ ਹੁੰਦੀ ਤੇ ਮਾਂ ਹੀ ਹੈ, ਪਰ ਉਹਨੂੰ ਸੁੱਟਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਸਾਡਾ ਉਹ ਜਿਹੜਾ ਉਨੀ ਚੀਜ਼ ਵੱਧ ਜਾਂਦੀ ਹੈ, ਤੇ ਫਿਰ ਉਹ ਕਹਿੰਦੇ ਬਹਿਤੇ ਕੋ ਬਹਿ ਜਾਣ ਦੇ ਧੱਕੇ ਦੋ। ਜੇ ਨਹੀਂ ਸਾਨੂੰ ਫਿਕਰ, ਤੇ ਫਿਰ ਗੁਰੂ ਨੂੰ ਜ਼ਿਆਦਾ ਫਿਕਰ। ਉਹਦਾ ਹਮੇਸ਼ਾ ਤੋਂ, ਹੁਣ ਅੱਜ ਹੀ ਤੇ ਨਹੀਂ, ਸ਼ੁਰੂ ਤੋਂ ਹੀ ਉਹ ਸਾਨੂੰ ਸਮਝਾਉਂਦੇ ਰਹੇ ਨੇ ਆਪਣੀ ਬਾਣੀ ਰਾਹੀਂ। ਮੈਂ ਕੱਲ ਵੀ ਉੱਥੇ ਇਹੋ ਬੇਨਤੀ ਕਰਦਾ ਪਿਆ ਸੀ ਕਿ ਫਿਰ ਬੇਨਤੀਆਂ ਕਰਨ ਦਾ ਕੀ, ਫਿਰ ਸਾਨੂੰ ਅਰਜ਼ਾਂ ਕਰਨ ਦਾ ਕੀ ਸਾਨੂੰ ਲੋੜ ਪੈ ਗਈ, ਜਦੋਂ ਸਾਨੂੰ ਪਤਾ ਸੀ ਡਾਕਟਰ ਦੇ ਕਹੇ ਤੇ ਚੱਲਣਾ ਹੀ ਨਹੀਂ ਆ, ਅਸੀਂ ਡਾਕਟਰ ਦੇ ਦੱਸੇ ਤੇ ਦਵਾਈ ਖਾਣੀ ਨਹੀਂ ਆ, ਤੇ ਫਿਰ ਮੱਥੇ ਕਾਹਦੇ ਲਈ ਟੇਕਦੇ ਆ। ਚਾਹੇ ਕਿਤੇ ਵੀ ਜਾਂਦੇ, ਗੁਰਦੁਆਰੇ ਜਾਂਦੇ, ਮੰਦਿਰ ਜਾਂਦੇ, ਜਦੋਂ ਪਤਾ ਸਾਨੂੰ ਕਿ ਅਸੀਂ ਮੰਨਣੀ ਨਹੀਂ ਇਹਨਾਂ ਦੀ, ਤੇ ਇਹ ਪਖੰਡ ਛੱਡ ਦਿੱਤੇ ਜਾਣ। ਪਖੰਡ ਛੱਡ ਕੇ ਆਰਾਮ ਦੇ ਨਾਲ ਆਪਣੇ ਖਾਣ ਪੀਣ 'ਚ ਮਸਤ ਹੋਈਏ। ਕਿਉਂ ਟਾਈਮ ਆਪਣਾ ਵੇਸਟ ਕਰਦੇ ਹਾਂ ਥੋੜ੍ਹਾ ਵੀ। ਪੂਰੀ ਜ਼ਿੰਦਗੀ ਆਪਣੇ ਆਪ ਮੌਜਾਂ ਕਰੀਏ, ਐਸ਼ਾਂ ਕਰੀਏ, ਜੋ ਮਨ ਮਰਜ਼ੀਆਂ ਕਰੀਏ, ਨੱਚੀਏ ਟੱਪੀਏ। ਕਿਉਂ ਅਸੀਂ ਇਹਨਾਂ ਕੰਮਾਂ 'ਚ ਪਖੰਡਾਂ 'ਚ ਪੈ ਕੇ ਆਪਣਾ ਟਾਈਮ ਵੇਸਟ ਕਰਦੇ ਹਾਂ। ਅਸੀਂ ਜੀ ਮੱਥਾ ਟੇਕਣਾ ਜੀ, ਅਸੀਂ ਦਰਸ਼ਨ ਕਰਨੇ ਆ ਜੀ, ਅਸੀਂ ਵਚਨ ਸੁਣਨੇ ਆ ਜੀ, ਅਸੀਂ ਆਹ ਕਰਨੇ ਆ ਜੀ। ਹਾਂ, ਜਿਨ੍ਹਾਂ ਨੇ ਤੇ ਚੱਲਣਾ ਉਹਨਾਂ ਵਾਸਤੇ ਬਈ ਉਹ ਠੀਕ ਹੈ ਰਸਤਾ, ਉਹ ਸਭ ਕੁਛ ਉਹਨਾਂ ਦਾ ਮਨਜ਼ੂਰ ਹੈ। ਤੇ ਜਿਨ੍ਹਾਂ ਨੇ ਮਨ 'ਚ ਗੰਢ ਬੰਨੀ ਕਿ ਨਹੀਂ ਅਸੀਂ ਮੰਨਣਾ ਤਾਂ ਕੁਛ ਵੀ ਨਹੀਂ ਹੈਗਾ, ਜੋ ਮਰਜ਼ੀ ਹੈ, ਇਹਨੂੰ ਪਤਾ ਲੱਗੇ ਹਾਂ ਇਹਨੂੰ ਕਿ ਅੱਗੇ ਖਾਈਏ, ਇਹ ਤੁਰਦਾ ਅੱਗੇ ਨਹੀਂ ਤੁਰਦਾ। ਇਹਨੂੰ ਪਤਾ ਹੋਵੇ ਜ਼ਹਿਰ ਦੀ ਬੋਤਲ ਹੈ, ਇਹਨੂੰ ਜਿੰਨੀ ਮਰਜ਼ੀ ਪਿਆਸ ਲੱਗੀ ਹੋਵੇ ਪੀਂਦਾ ਹੈ, ਨਹੀਂ ਪੀਂਦਾ। ਉਹਦਾ ਕਹਿੰਦੇ ਮਨ ਨਹੀਂ ਵਾ ਸੱਚੀ ਮਹਾਰਾਜ, ਬਚਨ ਨਹੀਂ ਮੰਨਿਆ ਜਾਂਦਾ, ਮਨ ਨੂੰ ਨਹੀਂ ਫੜਿਆ ਜਾਂਦਾ, ਮਨ ਨਹੀਂ ਰੁਕਦਾ, ਮਨ ਤੋਂ ਨਹੀਂ, ਅਜੇ ਇਹਨੇ ਸਮਝਾਇਆ ਹੀ ਨਹੀਂ। ਜਿੱਦਣ ਨੇ ਸਮਝਾਇਆ ਉਦੋਂ ਸਮਝੇਗਾ ਇਹ। ਜਦੋਂ ਨੂੰ ਪਤਾ ਹੋਵੇ ਅੱਗੇ ਖਾਈਏ ਮਰ ਜਾਣਾ ਵਾ, ਤੇ ਫਿਰ ਇਹ ਕਿਉਂ ਅੱਗੇ ਕਦਮ ਪੁੱਟੇਗਾ। ਅਜੇ ਨਹੀਂ, ਇਹਨੂੰ ਅਜੇ ਪਤਾ ਨਹੀਂ, ਅਜੇ ਇਹਨੂੰ ਗੁਰੂ ਤੇ ਵਿਸ਼ਵਾਸ ਨਹੀਂ ਲੱਗਦਾ ਹੈ ਕਿ ਨਹੀਂ ਇੱਦਾਂ ਹੀ ਚੱਲਦਾ ਹੈ। ਬਈ ਜਿਹੜੇ ਗੁਰੂ ਦੇ ਬਚਨ ਦੇ ਵਿੱਚ ਆ ਗਏ, ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ, ਕੋਈ ਯਮਰਾਜ ਵੀ ਉਹਨਾਂ ਦੇ ਵੱਲ ਵੇਖ ਨਹੀਂ ਸਕਦਾ। ਹਾਂ, ਜਿਹੜੇ ਜਿਹੜੇ ਕਰਮ ਕੀਤੇ ਨੇ, ਜਦੋਂ ਜਦੋਂ ਕੀਤੇ ਨੇ, ਉਹ ਕਹਿੰਦੇ ਪੂਰਬ ਜਾਏ ਪੱਛਮ ਜਾਏ ਕਰਮ ਰੇਖ ਸੇ ਬਾਹਰ ਨਾ ਆਏ। ਜਿਹੜੇ ਕਰਮ ਕੀਤੇ ਆ, ਕਰਮ ਤੂੰ ਜੋ ਜੋ ਕਰੇਗਾ ਉਹ ਭੋਗਣਾ ਪੜਨਾ। ਉਹ ਨਹੀਂ ਆ, ਉਹ ਸਭ ਕੁਝ ਹੋਏਗਾ। ਕਾਹਦੇ ਤੇ ਗੱਲ ਮੁੱਕਣੀ ਆ, ਅਮਲਾਂ ਤੇ ਹੋਣਗੇ ਨਿਬੇੜੇ, ਜਾਤ ਤੇ ਕੋਈ ਕੁਛ ਨਹੀਂ। ਅਮਲਾਂ ਤੇ ਨਿਬੇੜੇ ਹੋਣੇ ਆ, ਜਿਨ੍ਹਾਂ ਨੇ ਅਮਲ ਕੀਤਾ ਹੈ, ਜਿਨ੍ਹਾਂ ਨੇ ਉਸ ਰਸਤੇ ਤੇ ਚੱਲਿਆ, ਉਹਨਾਂ ਦੀਆਂ ਉਹ ਜਿਹੜੇ ਅੱਗੇ ਹੋਏਗਾ। ਨਹੀਂ ਤੇ ਜਿਹੜੇ ਜਿਹੜੇ ਕਰਮ ਉਹ ਜਿਹੜੇ ਉਹ ਭੋਗਣੇ ਹੀ ਪੈਂਦੇ ਨੇ। ਤੇ ਜਦੋਂ ਸਤਿਗੁਰਾਂ ਦੇ ਉਸ ਚੀਜ਼ 'ਚ ਆ ਜਾਂਦੇ, ਉਹ ਕਰਮਾਂ ਦੇ ਪੰਡਾਂ ਨੂੰ ਅੱਗ ਲਾ ਦਿੰਦੇ ਫੜ ਕੇ, ਕੋਈ ਇਹਦਾ ਫਿਰ ਕੋਈ ਕਰਮ ਨਹੀਂ ਰਹਿੰਦਾ। ਬੜੇ ਬੜੇ ਜਿਹੜੇ ਸੀ ਠੱਗ, ਬੜੇ ਬੜੇ ਚੋਰ, ਬੜੇ ਬੜੇ ਜਿਹੜੇ ਡਾਕੂ, ਉਹਨਾਂ ਦੇ ਸ਼ਰਨ 'ਚ ਆਏ, ਪਰ ਜਿਨ੍ਹਾਂ ਨੇ ਤੌਬਾ ਕਰ ਦਿੱਤੀ ਕਿ ਨਹੀਂ ਬਸ ਮਹਾਰਾਜ ਹੁਣ ਤੁਹਾਡੇ ਆ ਗਏ, ਹੁਣ ਨਹੀਂ ਕੁਛ, ਉਹਨਾਂ ਨੂੰ ਨਹੀਂ ਕੋਈ ਫਿਰ ਬਾਅਦ 'ਚ
ਉਹ ਤਾਂ ਚਾਹੇ ਚੋਰ ਸੀ, ਡਾਕੂ ਸੀ, ਕੁਝ ਵੀ ਸੀ, ਉਹ ਸੰਤਾਂ 'ਚ ਉਹਨਾਂ ਨੇ ਆਪਣੇ ਉਹ 'ਚ ਕਰ ਦਿੱਤਾ। ਆਪਣੇ ਵਰਗਾ ਹੀ ਉਹਨਾਂ ਨੇ ਬਣਾ ਲਿਆ। तो उन्होंने वचन फरमाए कि राधा स्वामी जोर देकर गुरभगति को कहे प्रमाण। गुरभगति के बारे उन्होंने दसिया कि की गुरभगति होंगी है। ਅਸੀਂ ਬਸ ਮੱਥਾ ਟੇਕਣ ਨੂੰ ਅਸੀਂ ਸਿਰਫ ਗੁਰਭਗਤੀ ਸਮਝ ਲਈ। ਅਸੀਂ ਬਾਕੀਆਂ ਚੀਜ਼ਾਂ ਨੂੰ ਹੀ ਪਖੰਡਾਂ ਨੂੰ ਗੁਰਭਗਤੀ ਸਮਝੀ ਜਾਂਦੇ ਆ ਤੇ ਫਿਰ ਅਸੀਂ ਜਦੋਂ ਫਿਰ ਕੋਈ ਉਹੋ ਜਿਹੀ ਆਉਂਦਾ ਫਿਰ ਅਸੀਂ ਦੌੜਦੇ ਆ। ਫਿਰ ਅਸੀਂ ਕਹਿੰਦੇ ਆ ਲੈ ਜੀ ਰੱਬ ਸੁਣਦਾ ਨਹੀਂ, ਪਰਮਾਤਮਾ ਸੁਣਦਾ ਨਹੀਂ, ਸਾਨੂੰ ਤਾਂ ਇੰਨੀ ਦੇਰ ਹੋ ਗਈ ਸੇਵਾ ਕਰਦੇ ਆ, ਸਾਨੂੰ ਤਾਂ ਇੰਨੀ ਦੇਰ ਹੋ ਗਈ ਆਹ ਕੰਮ ਕਰਦੇ ਆ, ਸਾਡੇ ਘਰ ਦੇ ਫਿਰ ਵੀ ਦੁਖੀ ਨੇ, ਸਾਡਾ ਦੁੱਖ ਨਹੀਂ ਜਾਂਦਾ, ਸਾਡਾ ਆਹ ਨਹੀਂ ਹੁੰਦਾ। ਨਹੀਂ, ਜੋ ਮਰਜ਼ੀ ਜਿੱਥੇ ਜਿੱਥੇ ਵੀ ਕੋਈ ਹੈਗਾ ਹੈ, ਇਹ ਸਾਰਿਆਂ ਵਾਸਤੇ ਉਹਨੇ ਉਸ ਪਿੱਛੇ ਉਹਨੇ ਫਰਮਾਇਆ ਕਿ ਕਿਸੇ ਇੱਕ ਦਲ ਨਹੀਂ ਗੱਲ ਨਹੀਂ, ਜਗਤ ਦੀ ਗੱਲ ਦੱਸੀ, ਪੂਰੀ ਜਗਤ ਦੀ। ਉਹਨਾਂ ਨੇ ਜਗਤ ਦੇ ਵਿੱਚ ਸਾਰੇ ਹੀ ਆ ਜਾਂਦੇ ਆ, ਕੋਈ ਵੱਖਰਾ ਵੱਖਰਾ ਨਹੀਂ ਹੈਗਾ। ਤੇ ਸਤਿਗੁਰ ਦਇਆ ਕਿਰਪਾ ਕਰਨ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਫਰਮਾਇਆ ਕਿ ਉਹਨਾਂ ਨੇ ਤੇ ਲਾ ਦਿੱਤਾ ਜ਼ੋਰ, ਕਿ ਦੱਸ ਦਿੱਤਾ ਕਿ ਕੀ ਕਰਨਾ, ਗੁਰਮਾਈ ਕਿਰਪਾ ਕਰਨ ਅਸੀਂ ਵੀ ਜ਼ੋਰ ਲਾ ਲਈਏ, ਜ਼ੋਰ ਲਾ ਕੇ ਸਤਿਗੁਰਾਂ ਦਾ ਬਚਨ ਵਾਲੇ ਮੰਨਣ ਵਾਲੇ ਪਾਸੇ ਹੋ ਜਾਈਏ। ਇਹ ਦੁਨੀਆ ਨਹੀਂ ਕਿਸੇ ਦੀ ਬਣੀ, ਨਾ ਕਿਸੇ ਦੀ ਬਣਨੀ। ਇਹ ਰੰਗ ਤਮਾਸ਼ੇ ਕੁਝ ਟਾਈਮ ਦੇ ਹੁੰਦੇ ਨੇ, ਇਹ ਸਦਾ ਨਹੀਂ ਬਣੇ ਰਹਿੰਦੇ। ਆਪਣੇ ਘਰ ਪਹੁੰਚ ਜਾਵੇ, ਰਸਤੇ ਦੇ ਵਿੱਚ ਕੋਈ ਮੇਲਾ ਲੱਗਾ ਏ, ਰੰਗ ਬਰੰਗੇ ਭੰਗੂੜੇ ਨੇ, ਉੱਥੇ ਲਾਈਟਾਂ ਨੇ, ਤੇ ਬਈ ਵੇਖਦਾ ਰਵੇ ਖਲੋ ਕੇ। ਜਦੋਂ ਬਾਰਿਸ਼ ਆਈ, ਕੋਈ ਮੀਂਹ ਆਇਆ, ਇਹਨੂੰ ਕੋਈ ਥਾਂ ਨਹੀਂ ਲੱਭਣੀ। ਠੀਕ ਹੈ, ਰੰਗ ਤਮਾਸ਼ੇ ਵੀ ਦੇਖੇ, ਸਭ ਕੁਝ ਕਰੇ, ਪਰ ਟਾਈਮ ਸਿਰ ਆਪਣੇ ਘਰ ਪਹੁੰਚ ਜਾਵੇ। ਘਰ ਜਾ ਕੇ ਜੋ ਚੈਨ ਆਉਣਾ ਹੈ, ਉਹ ਰਸਤੇ 'ਚ ਭਾਵੇਂ ਜਿੰਨੇ ਮਰਜ਼ੀ ਆ ਬਾਜ਼ਾਰ ਸੱਜੇ ਹੋਣ, ਬਾਜ਼ਾਰਾਂ ਵਾਲਿਆਂ ਨੇ ਆਪਣੇ ਆਪਣੀਆਂ, ਕਿਸੇ ਨੇ ਦੁਕਾਨ ਖੋਲ੍ਹ ਲੈਣੀ ਹੈ, ਕਿਸੇ ਨੇ ਬੰਦ ਕਰ ਲੈਣੀ ਹੈ, ਤੇ ਬਈ ਤੂੰ ਕਿੱਥੇ ਜਾਣਾ ਹੈ, ਇਹਦਾ ਨਹੀਂ ਕਿਸੇ ਨੇ ਹੱਥ ਫੜਨਾ। ਫਿਰ ਰੋਸ ਕਿੱਥੇ ਹੁੰਦਾ, ਫਿਰ ਗੁਰੂ ਤੇ। ਪਰ ਆਪਣੀ ਕਰਤੂਤ ਜਦੋਂ ਵੇਖੇਗਾ ਤੇ ਇਹਨੂੰ ਪਤਾ ਲੱਗ ਜਾਏਗਾ ਕਿ ਗੁਰੂ ਮਹਾਰਾਜ ਨੇ ਫਰਮਾਇਆ ਸੀ ਆਪਣਾ ਮੀਟਰ ਆਪ ਦੇਖਦੇ ਰਹੋ। ਦੇਖਾਂਗੇ ਤੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਏਗੀ ਕੁਛ ਵੀ। ਇਸ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਿਆ ਕਰੀਏ ਕਿ ਠੀਕ ਹੈ ਜੀ, ਤੁਸੀਂ ਤਾਂ ਜ਼ੋਰ ਲਗਾਉਂਦੇ ਹੋ, ਤੁਸੀਂ ਤਾਂ ਦਇਆ ਕਰਦੇ ਹੋ, ਸਾਨੂੰ ਵੀ ਬਲ ਬਖਸ਼ੋ ਕਿ ਅਸੀਂ ਵੀ ਉਹ ਜ਼ੋਰ ਲਾ ਸਕੀਏ। ਛੱਡ ਕੇ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਨੂੰ, ਆਪਣੀਆਂ ਰੋਣੇ ਪਿੱਟਣੇ ਬਸ ਹਰ ਵੇਲੇ ਸਾਡੇ ਅੱਗੇ ਰਹਿੰਦੇ ਨੇ। ਇਹਨਾਂ ਨੂੰ ਛੱਡ ਕੇ ਸਤਿਗੁਰਾਂ ਦੇ ਬਚਨ ਮੰਨਣ ਵੱਲ ਜ਼ੋਰ ਲਗਾਈਏ। ਸਤਿਗੁਰ ਦਇਆ ਕਿਰਪਾ ਕਰਨ, ਬਈ ਸਾਰੀਆਂ ਮੈਲਾਂ ਜਿੰਨੀਆਂ ਵੀ ਦੀਆਂ ਧੋ ਦੇਣਗੇ ਸਾਰੀਆਂ। ਰਾਧਾ ਸਵਾਮੀ, ਰਾਧਾ।